ओके जी, सो ਆਪਾਂ ਵਾਈਟ ਸਕਰੀਨ ਤੇ ਆ ਗਏ। ਇੱਕ ਵਾਰੀ ਮੈਨੂੰ ਸਾਰਿਆਂ ਨੇ ਬੋਲ ਕੇ ਦੱਸ ਦਿਓ ਕਿ ਸਰ ਸਾਨੂੰ ਜਾਣੀ ਕਿ ਆਵਾਜ਼ ਤੁਹਾਡੀ ਸੁਣ ਰਹੀ ਹੈ, ਤਾਂ ਕਿ ਮੈਨੂੰ ਇੱਕ ਵਾਰੀ ਪੱਕਾ ਹੋ ਜਾਏ ਕਿ ਸਾਰੇ ਮੈਨੂੰ ਸੁਣ ਰਹੇ ਆ। ਬਾਅਦ ਚੋਂ ਆਪਣੇ ਆਪ ਨੂੰ ਮਿਊਟ ਕਰ ਲਿਓ ਸਾਰੇ। ਆਵਾਜ਼ ਸੁਣ ਰਹੀ ਹੈ ਜੀ ਸਾਰਿਆਂ ਨੂੰ ਮੇਰੀ? Yes, sir, I hear हाँ you. जी सर सुन रही है यस सर। ਸਾਰਿਆਂ ਨੇ ਮਿਊਟ ਉੱਪਰ ਲਾ ਲਓ ਹੁਣ। क्लियर आ रही ਓਕੇ, ਸਾਰਿਆਂ ਨੇ ਮਿਊਟ ਉੱਪਰ ਲਾ ਲਓ ਆਪਣੇ ਆਪ ਨੂੰ। ਓਕੇ ਜੀ, ਸੋ ਆਪਾਂ ਜੀ ਇੱਥੋਂ ਸਟਾਰਟ ਕਰਨ ਲੱਗੇ ਹਾਂ। ਅੱਜ ਜੋ ਆਪਣਾ ਪਹਿਲਾ ਦਿਨ ਅੱਜ ਹੋਊਗਾ ਉਹਦੇ ਵਿੱਚ ਆਪਾਂ ਦੇਖੋ ਹਰ ਇੱਕ ਚੀਜ਼ ਨੂੰ, ਇੱਕ ਗੱਲ ਹਮੇਸ਼ਾ ਮੇਰੀ ਯਾਦ ਰੱਖਿਓ ਜੀ ਕਿ ਕੋਈ ਵੀ ਚੀਜ਼ ਆਪਾਂ ਕਰਨੀ ਆ ਉਹਦੇ ਲਈ ਆਪਣੇ ਕੋਲੇ ਪਲਾਨ ਇੱਕ ਹੋਣਾ ਚਾਹੀਦਾ ਵਾ, ਕਿਉਂਕਿ ਯਾਨੀ ਕਿ ਵਿਦਆਊਟ ਪਲਾਨ ਚੱਲ ਪਾਂਗੇ ਤਾਂ ਉਹ ਚੀਜ਼ ਥੋੜੀ ਜਿਹੀ ਖਰਾਬ ਹੋ ਜਾਣੀ ਹੈ। ਠੀਕ ਹੈ ਜੀ, ਪਲਾਨ ਜਿੰਨਾ ਵਧੀਆ ਹੋਊਗਾ। ਸਭ ਤੋਂ ਪਹਿਲਾਂ ਇੱਕ ਗੱਲ ਮੇਰੀ ਯਾਦ ਰੱਖਿਓ ਕਿ ਆਇਲਸ ਦੇ ਵਿੱਚ ਹੁੰਦਾ ਕੀ ਆ। ਇਹਦੇ ਵਿੱਚ ਕੀ ਹੁੰਦਾ ਕਿ ਮੰਨ ਕੇ ਚੱਲੋ ਮੈਂ ਤੁਹਾਨੂੰ ਟੀਚ ਕਰ ਰਿਹਾ ਵਾਂ। ਓਕੇ ਜੀ, ਆਪਣੀ ਕਲਾਸ ਮੰਨ ਕੇ ਚਲੋ 2 ਘੰਟੇ ਦੀ ਕਲਾਸ ਆ, ਜਿਹਦੇ ਵਿੱਚ ਆਪਣੇ ਕੋਲੇ 1 ਘੰਟੇ ਦੀ ਮੰਨ ਕੇ ਚਲੋ ਰੀਡਿੰਗ ਆ, 1 ਘੰਟੇ ਦੀ ਆਪਣੇ ਕੋਲੇ ਰਾਈਟਿੰਗ ਆ। ਇਹਦੇ ਵਿੱਚ ਮੈਂ ਤੁਹਾਨੂੰ ਟੋਟਲੀ ਸਮਝਾ ਦਿਆ ਕਰਨਾ, ਆਪਾਂ ਡੈਪਥ ਦੇ ਵਿੱਚ ਜਾਇਆ ਕਰਾਂਗੇ ਪੂਰਾ, ਵੀ ਕਿਹੜੀ ਚੀਜ਼ ਨੂੰ ਕਿਵੇਂ ਟੈਕਲ ਕਰਨਾ, ਕਿਹੜੀ ਚੀਜ਼ ਨੂੰ ਕਿਵੇਂ ਟੈਕਲ ਕਰਨਾ। ਬਟ ਜਿਹੜੇ 2 ਘੰਟੇ ਆ ਨਾ, ਹਮੇਸ਼ਾ ਯਾਦ ਰੱਖਿਓ ਇਹ 2 ਘੰਟਿਆਂ ਦਾ ਜੋ ਤੁਹਾਡੇ ਬੈਂਡ ਲੈਣ ਦੇ ਵਿੱਚ ਯੋਗਦਾਨ ਆ ਨਾ, ਉਹ ਹੋਊਗਾ ਕਮ ਸੇ ਕਮ ਯਾਨੀ ਕਿ 50 to 60%। ਜਿਹੜੇ ਬਾਕੀ ਵਿੱਚ ਮੈਂ ਕਹਿ ਰਿਹਾ ਵਾਂ 30 ਤੋਂ 40%, ਉਹ ਯੋਗਦਾਨ ਕਿਹੜੀ ਚੀਜ਼ ਦਾ ਵਾ ਕਿ ਤੁਸੀਂ ਆਪਣਾ ਡੇ ਆ ਜਿਹੜਾ ਤੁਸੀਂ ਸਾਰਾ ਦਿਨ ਸੁਬਾਹ ਜਾਣੀ ਕਿ 9 ਵਜੇ ਤੋਂ ਲੈ ਕੇ 6 ਵਜੇ ਤੱਕ, ਸੁਬਾਹ ਦੇ 9 ਵਜੇ ਤੋਂ ਲੈ ਕੇ 6 ਵਜੇ ਆਪਣੀ ਕਲਾਸ ਹੋਊਗੀ। ਆ ਜਿਹੜੇ ਜਿੰਨੇ ਵੀ ਘੰਟੇ ਆ, ਜਿਹੜੇ ਸਟੂਡੈਂਟ ਨੇ ਘੰਟੇ ਯੂਟੀਲਾਈਜ਼ ਕੀਤੇ ਉਹਨੂੰ ਕਾਫੀ ਜ਼ਿਆਦਾ ਰਿਜ਼ਲਟ ਮਿਲੂਗਾ ਜੀ। ਇਹ ਚੀਜ਼ ਤੁਸੀਂ ਜਾਣੀ ਕਿ ਚੰਗੀ ਤਰ੍ਹਾਂ ਯੂਟੀਲਾਈਜ਼ ਕਰਨੀ ਹੈ। ਏਦਾਂ ਦੇ ਸਟੂਡੈਂਟ ਜੇ ਤੁਸੀਂ ਮੰਨ ਕੇ ਲਓ ਸੋਚ ਰਹੇ ਹੋ ਕਿ ਠੀਕ ਆ ਆਪਣੀ 6 ਤੋਂ 8 ਕਲਾਸ ਆ, ਬਸ ਉਹਦੇ ਵਿੱਚ ਹੀ ਸਾਰਾ ਕੁਝ ਹੋ ਜਾਇਆ ਕਰੂਗਾ, ਬਾਅਦ ਚੋਂ ਮੈਨੂੰ ਲੋੜ ਹੀ ਨਹੀਂ ਕੁਝ ਕਰਨ ਦੀ, ਇਹ ਚੀਜ਼ ਥੋੜੀ ਜਿਹੀ ਰੋਂਗ ਹੋਊਗੀ ਕਹਿਣੀ ਜੀ। ਆਪਾਂ ਅੱਜ ਮੇਨ ਚੀਜ਼ ਕਰਨੀ ਕੀ ਆ, ਮੈਂ ਤੁਹਾਨੂੰ ਆਹ ਚੀਜ਼ ਦੱਸਣੀ ਆ ਕਿ ਤੁਹਾਡੀ ਪਲੈਨਿੰਗ ਕਿਵੇਂ ਹੋਣੀ ਚਾਹੀਦੀ ਹੈ ਜੀ। ਕਿਵੇਂ ਕਿਵੇਂ ਤੁਸੀਂ ਉਹ ਚੀਜ਼ ਨੂੰ ਆਪਣਾ ਜੋ ਡੇ ਆ ਉਹ ਕਿਵੇਂ ਸਪੈਂਡ ਕਰਨਾ ਵਾ, ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਆਪਾਂ ਫੋਲੋ ਕਰਨਾ, ਮੈਂ ਤੁਹਾਨੂੰ ਅੱਜ ਸਾਰੀਆਂ ਹੀ ਨੋਟ ਕਰਵਾ ਦੇਣੀਆਂ ਵਾ ਵੀ ਕਿਵੇਂ ਕਿਵੇਂ ਆਪਣੀ ਸਾਰੀ ਕਲਾਸ ਚੱਲੂਗੀ। ਯੈਸ ਔਰ ਨੋ ਜੀ, ਲੱਗ ਗਿਆ ਪਤਾ ਸਾਰਿਆਂ ਨੂੰ ਜੀ ਮੈਂ ਕੀ ਕਹਿਣਾ ਚਾਹੁੰਦਾ ਹਾਂ? यस सर। ਓਕੇ, ਠੀਕ ਹੈ ਜੀ। ਸੋ ਆਪਾਂ ਇਹਨੂੰ ਕਰਦੇ ਹਾਂ ਜੀ ਸ਼ੁਰੂ। ਹਾਂਜੀ, ਓਕੇ, ਹਾਂਜੀ। ਸੋ ਆਪਣੀ ਕਾਪੀ ਪੈਨ ਚੱਕ ਲਿਓ, ਬਾਅਦ ਚੋਂ ਨੋਟ ਕਰ ਲਿਓ, ਪਹਿਲਾਂ ਇੱਕ ਵਾਰੀ ਇਹ ਸਾਰੀ ਚੀਜ਼ ਨੂੰ ਸਮਝ ਲਿਓ ਜੀ। ਠੀਕ ਹੈ ਜੀ, ਤੇ ਇਹ ਚੀਜ਼ ਨੂੰ ਫੋਲੋ ਕਰਨਾ ਤੁਸੀਂ ਯਾਨੀ ਕਿ ਮੰਡੇ ਤੋਂ ਹੀ, ਕੱਲ ਤੋਂ ਹੀ ਫੋਲੋ ਕਰਨਾ ਸ਼ੁਰੂ ਕਰ ਦੇਣਾ। ਤੇ ਦੇਖੋ ਇਹਦੇ ਵਿੱਚ ਕੀ ਹੁੰਦਾ, ਮੰਨ ਕੇ ਲਓ ਆਪਾਂ ਸਭ ਤੋਂ ਪਹਿਲਾਂ ਜਿਹੜੀ ਗੱਲ ਕਰਨੀ ਹੈ ਜੀ, ਉਹ ਆਪਾਂ ਗੱਲ ਕਰਦੇ ਹਾਂ ਰੀਡਿੰਗ ਦੇ ਉੱਪਰ। ਸਭ ਤੋਂ ਪਹਿਲਾਂ ਆਪਣੀ ਜੋ ਗੱਲ ਆ ਉਹ ਰੀਡਿੰਗ ਦੇ ਉੱਪਰ ਹੈ। ਰੀਡਿੰਗ ਦੇ ਵਿੱਚ ਜਿਹੜੀ ਆਪਣੀ ਐਕੈਡੈਮਿਕ ਦੇ ਸਟੂਡੈਂਟ ਆ ਉਹਨਾਂ ਦੀ 6 ਤੋਂ 7 ਕਲਾਸ ਹੋਇਆ ਕਰੂਗੀ, GT ਵਾਲਿਆਂ ਦੀ 5.5 ਤੋਂ 7 ਹੋਇਆ ਕਰੂ। ਉਹ ਸਾਰੀ ਚੀਜ਼ ਐਡਜਸਟ ਆਪਾਂ ਕਰ ਲਾਂਗੇ, ਡੋਂਟ ਵਰੀ, ਉਹਦੇ ਬਾਰੇ ਨਾ ਚਿੰਤਾ ਕਰੋ। ਮੇਨ ਚੀਜ਼ ਪਹਿਲਾਂ ਰੀਡਿੰਗ ਨੂੰ ਸਮਝੋ ਜੀ। ਦੇਖੋ ਰੀਡਿੰਗ ਦੇ ਵਿੱਚ ਕੀ ਆ, ਤੁਹਾਡੇ ਵਿੱਚੋਂ ਜਿਹੜੇ 90% ਸਟੂਡੈਂਟ ਹੈਗੇ ਆ ਉਹਨਾਂ ਦੀ ਮੇਨ ਪ੍ਰੋਬਲਮ ਰੀਡਿੰਗ ਹੈ ਜੀ। ਤੇ ਜੇ ਆਪਾਂ ਟੋਟਲ ਸਟੂਡੈਂਟਾਂ ਦੇ ਕੋਲੇ ਜਾਈਏ ਤਾਂ 100 ਦੇ ਵਿੱਚੋਂ 90% ਸਟੂਡੈਂਟ ਦੀ ਪ੍ਰੋਬਲਮ ਹੁੰਦੀ ਵੀ ਰੀਡਿੰਗ ਆ। ਸੋ ਰੀਡਿੰਗ ਦੇ ਵਿੱਚ ਜੇ ਤੁਸੀਂ ਮੇਰੀਆਂ ਵੀਡੀਓਜ਼ ਵਗੈਰਾ ਦੇਖੀਆਂ ਹੋਣ ਸਾਰੀਆਂ, ਤਾਂ ਮੈਂ ਇੱਕ ਹੀ ਚੀਜ਼ ਤੇ ਹਮੇਸ਼ਾ ਜ਼ੋਰ ਦਿੰਦਾ ਹੁੰਦਾ ਕਿ ਜੇ ਤੁਸੀਂ ਰੀਡਿੰਗ ਨੂੰ ਟੈਕਲ ਕਰਨਾ ਵਾ ਤਾਂ ਤੁਹਾਨੂੰ ਅੰਡਰਸਟੈਂਡਿੰਗ ਆਪਣੇ ਹੱਥ 'ਚ ਕਰਨੀ ਪੈਣੀ ਹੈ ਜੀ। ਤੁਹਾਨੂੰ ਟਰਾਂਸਲੇਸ਼ਨ ਆਪਦੇ ਹੱਥ ਦੇ ਵਿੱਚ ਕਰਨੀ ਪੈਣੀ ਹੈ, ਕਿਉਂਕਿ ਜੇ ਤੁਹਾਨੂੰ ਟਰਾਂਸਲੇਸ਼ਨ ਕਰਨੀ ਆਉਂਦੀ ਹੋਊਗੀ ਫਿਰ ਹੀ ਰੀਡਿੰਗ ਨਾਲ ਤੁਸੀਂ ਟੈਕਲ ਕਰੋਗੇ ਜੀ। ਟਰਾਂਸਲੇਸ਼ਨ ਦੇ ਨਾਲ ਨਾਲ, ਕਿਉਂਕਿ ਟਰਾਂਸਲੇਸ਼ਨ ਤੁਹਾਡੀ ਹੈਲਪ ਕਿਹਦੇ ਵਿੱਚ ਕਰਦੀ ਹੈ, ਤੁਹਾਨੂੰ ਅੰਡਰਸਟੈਂਡ ਹੋਣ ਲੱਗ ਜਾਂਦੀ ਹੈ ਜੀ ਕੋਈ ਵੀ ਚੀਜ਼। ਤੇ ਟਰਾਂਸਲੇਸ਼ਨ ਦੇ ਨਾਲ ਨਾਲ ਕੁਝ ਏਦਾਂ ਦੀਆਂ ਟ੍ਰਿਕਸ ਐਕਚੁਅਲ ਦੇ ਵਿੱਚ ਵਾਕਈ ਹੈਗੀਆਂ ਵਾ, ਜਿਨ੍ਹਾਂ ਤੇ ਜੇ ਤੁਸੀਂ ਗੌਰ ਰੱਖੋ ਤਾਂ ਤੁਹਾਨੂੰ ਜ਼ਿਆਦਾ એનર્ਜੀ ਨਹੀਂ ਲਾਉਣੀ ਪੈਣੀ, ਤੁਹਾਨੂੰ ਜ਼ਿਆਦਾ ਟਾਈਮ ਨਹੀਂ ਲਾਉਣਾ ਪੈਣਾ। ਫੋਰ ਐਗਜ਼ਾਮਪਲ ਜਿਵੇਂ ਕਈ ਸਟੂਡੈਂਟਸ ਨੂੰ 6 ਮੰਥ ਹੋ ਗਏ ਫੀਲਡ ਦੇ ਵਿੱਚ, ਕਈ ਨੂੰ 1 ਸਾਲ ਹੋ ਗਿਆ ਇਹ ਵਾਲੀ ਚੀਜ਼ ਦੇ ਵਿੱਚ। ਸੋ ਜੇ ਤੁਸੀਂ ਅੰਡਰਸਟੈਂਡਿੰਗ ਦੇ ਨਾਲ ਨਾਲ ਉਹ ਟ੍ਰਿਕਸ ਨੂੰ ਫੋਲੋ ਕਰਦੇ ਹੋ ਤਾਂ ਜੇ ਮੈਂ ਤੁਹਾਨੂੰ ਮਿਨੀਮਮ ਵੀ ਕਹਾਂ ਤਾਂ 2 ਮੰਥ ਬਹੁਤ ਜ਼ਿਆਦਾ ਹੁੰਦੇ ਚੀਜ਼ ਦੇ ਵਿੱਚ। ਬਟ ਇਹ ਚੀਜ਼ ਯਾਨੀ ਕਿ ਡੈਡੀਕੇਟਡ ਤਰੀਕੇ ਨਾਲ ਸੋਲਵ ਹੋਣੀ ਚਾਹੀਦੀ ਹੈ ਜੀ, ਇਹ ਗੱਲ ਹਮੇਸ਼ਾ ਯਾਦ ਰੱਖਿਓ। ਸੋ ਆਪਾਂ ਰੀਡਿੰਗ ਦਾ ਇੱਕ ਪੂਰਾ ਮੈਪ ਬਣਾਵਾਂਗੇ ਵੀ ਕਿਵੇਂ ਕਿਵੇਂ ਤੁਸੀਂ ਇਹ ਚੀਜ਼ ਤੁਸੀਂ ਕਰਨੀ, ਆਪਣਾ ਟਾਈਮ ਕਿਵੇਂ ਯੂਟੀਲਾਈਜ਼ ਕਰਨਾ। ਸੋ ਆਪਾਂ ਇੱਥੇ 2 ਚੀਜ਼ਾਂ ਲਿਖੀਆਂ ਜੀ, ਹੁਣ ਤੱਕ ਆਪਾਂ ਇੱਥੇ 2 ਚੀਜ਼ਾਂ ਲਿਖੀਆਂ ਕਿ ਜੇ ਰੀਡਿੰਗ ਨੂੰ ਆਪਾਂ ਟੈਕਲ ਕਰਨਾ ਤਾਂ ਸਿਰਫ 2 ਚੀਜ਼ਾਂ ਚਾਹੀਦੀਆਂ। ਇੱਕ ਤਾਂ ਜੀ ਟਰਾਂਸਲੇਸ਼ਨ, ਤੇ ਨੰਬਰ 2 ਤੇ ਜੇ ਆਪਾਂ ਗੱਲ ਕਰੀਏ ਜੀ ਪਲੱਸ, ਤਾਂ ਇਹਦੇ ਵਿੱਚ ਜਿਹੜੀਆਂ ਟ੍ਰਿਕਸ ਆ ਜੀ। ਓਕੇ ਜੀ, ਟਰਾਂਸਲੇਸ਼ਨ ਵੀ ਆਪਾਂ
ਇਦਾਂ ਦਾ ਇੱਕ ਦਿਨ ਰੱਖਿਆ ਕਰਾਂਗੇ ਜਿਹਦੇ ਵਿੱਚ ਟਰਾਂਸਲੇਸ਼ਨ ਆਪਾਂ ਕਰਿਆ ਕਰਾਂਗੇ। ਬਾਕੀ ਟਰਾਂਸਲੇਸ਼ਨ ਦੀਆਂ ਵੀ ਟ੍ਰਿਕਸ ਹੁੰਦੀਆਂ ਵਾ, ਇਹ ਵੀ ਆਪਾਂ ਸਾਰਾ ਡਿਸਕਸ ਕਰਾਂਗੇ ਵੀ ਟਰਾਂਸਲੇਸ਼ਨ ਕਿਵੇਂ ਕਰਨੀ ਹੈ। ਤੇ ਜੇ ਆਪਾਂ ਦੂਸਰੇ ਨੰਬਰ ਤੇ ਆਹ ਵਾਲੀਆਂ ਟ੍ਰਿਕਸ ਦੀ ਗੱਲ ਕਰ ਲਈਏ, ਰੀਡਿੰਗ ਨੂੰ ਸੋਲਵ ਕਰਨ ਵਾਲੀਆਂ ਟ੍ਰਿਕਸ ਦੀ, ਤਾਂ ਦੇਖੋ ਜਿਹੜੀਆਂ ਟ੍ਰਿਕਸ ਹੁੰਦੀਆਂ ਜੀ ਉਹ ਸਾਰੇ ਕੁਐਸਚਨ ਤੇ ਸੇਮ ਨਹੀਂ ਹੁੰਦੀਆਂ ਹੈਗੀਆਂ। ਜੇ ਆਪਾਂ ਕੁਐਸਚਨ ਦੀ ਟਾਈਪ ਨੋਟ ਕਰ ਲਈਏ, ਫੋਰ ਐਗਜ਼ਾਮਪਲ ਪਹਿਲੇ ਨੰਬਰ ਤੇ ਆਪਾਂ ਗੱਲ ਕਰ ਲਈਏ ਜੀ ਟਰੂ ਫਾਲਸ ਨਾਟ ਗਿਵਨ, ਟਰੂ ਫਾਲਸ ਨਾਟ ਗਿਵਨ ਹੁੰਦੇ ਆਪਣੇ ਕੋਲੇ। ਦੂਸਰੇ ਨੰਬਰ ਤੇ ਆਪਾਂ ਮੰਨ ਕੇ ਲਓ ਬਲੈਂਕਸ ਚੱਕ ਲਈਏ ਜਾਂ ਸਮਰੀ, ਫਿਰ ਆਪਾਂ ਹੈਡਿੰਗਸ, ਫਿਰ ਆਪਾਂ ਮਲਟੀਪਲ। ਆ ਮੇਨ ਚਾਰ ਮੇਨ ਕੁਐਸਚਨ ਹੁੰਦੇ ਆ ਜਿਹੜੇ ਤੁਹਾਡੀ ਰੀਡਿੰਗ ਦੇ ਵਿੱਚ ਕਮ ਸੇ ਕਮ 80% ਕੁਐਸਚਨਸ ਨੂੰ ਕਵਰ ਕਰ ਜਾਂਦੇ। ਤੁਹਾਡੀ ਜਿਹੜੀ ਫਾਈਨਲ ਰੀਡਿੰਗ ਹੁੰਦੀ ਉਹਦੇ ਵਿੱਚ ਮੇਨ ਚਾਰ ਚੀਜ਼ਾਂ ਕਿਹੜੀਆਂ ਕੰਮ ਕਰਦੀਆਂ, ਜਾਂ ਤਾਂ ਟਰੂ ਫਾਲਸ, ਜਾਂ ਬਲੈਂਕਸ, ਜਾਂ ਹੈਡਿੰਗਸ, ਜਾਂ ਮਲਟੀਪਲ। ਰੇਅਰਲੀ ਕਈ ਚਾਂਸ ਹੁੰਦਾ ਕਿ ਕੰਪਲੀਟ ਦਾ ਸੈਂਟੈਂਸ ਪਾ ਦਿੰਦੇ ਆ ਜੀ, ਕੰਪਲੀਟ ਦਾ ਸੈਂਟੈਂਸ। ਫਿਰ ਕੋਈ ਨਾ ਕੋਈ ਡਾਇਗਰਾਮ ਆ ਜਾਂਦੀ ਹੈ ਜੀ, ਕੋਈ ਨਾ ਕੋਈ ਡਾਇਗਰਾਮ, ਜਾਂ ਜਿਹਦੇ ਵਿੱਚ ਆਪਾਂ ਕਿ ਕਿਹੜੀ ਗੱਲ ਕਿਹੜੇ ਰਾਈਟਰ ਨੇ ਕਹੀ, ਕਿਹੜੀ ਗੱਲ ਜਾਨੀ ਕਿਹੜੇ ਸਾਇੰਟਿਸਟ ਨੇ ਕਹੀ, ਉਹ ਆਪਾਂ ਜਾਨੀ ਕਿ ਮੈਚਿੰਗ ਕਰਨੀ ਹੁੰਦੀ, ਕਰੈਕਟ ਮੈਚਿੰਗ ਜਿਹੜੀ ਆਪਾਂ ਕਰਨੀ ਹੁੰਦੀ। ਆ ਆਪਣੇ ਕੋਲੇ 7 ਤਰ੍ਹਾਂ ਦੇ ਮੇਨ ਕੁਐਸਚਨ ਹੁੰਦੇ ਆ ਜੀ ਰੀਡਿੰਗ ਦੇ ਵਿੱਚ। ਸੋ ਇਹਨਾਂ 7 ਨੂੰ ਹੀ ਆਪਾਂ ਕਹਿੰਦੇ ਵੀ ਟ੍ਰਿਕਸ ਸਾਰਿਆਂ ਦੀਆਂ ਵੱਖੋ ਵੱਖਰੀਆਂ ਹੁੰਦੀਆਂ ਜੀ। ਟਰੂ ਫਾਲਸ ਦੀਆਂ ਟ੍ਰਿਕਸ ਹੋਰ ਆ, ਬਲੈਂਕਸ ਦੀਆਂ ਹੋਰ ਆ, ਹੈਡਿੰਗਸ ਦੀਆਂ ਹੋਰ ਆ, ਮਲਟੀਪਲ ਦੀਆਂ ਹੋਰ ਆ, ਕੰਪਲੀਟ ਦਾ ਸੈਂਟੈਂਸ ਹੋਰ ਆ। ਉਦੋਂ ਪਹਿਲਾਂ ਮੈਂ ਤੁਹਾਨੂੰ ਇੱਥੇ ਮੇਨ ਗੱਲ ਦੱਸ ਦਵਾਂ ਕਿ ਰੀਡਿੰਗ ਇੰਨੀ ਵੀ ਔਖੀ ਨਹੀਂ ਆਪਾਂ ਇਹਨੂੰ ਕਹਿ ਸਕਦੇ, ਕਿਉਂਕਿ ਰੀਡਿੰਗ ਦੇ ਵਿੱਚ ਕੁਝ ਜਾਨੀ ਕਿ ਚੀਜ਼ਾਂ ਤਾਂ ਪਹਿਲਾਂ ਹੀ ਬਣੀਆਂ ਬਣਾਈਆਂ ਹੁੰਦੀਆਂ ਜਿਹੜੀਆਂ ਆਪਾਂ ਨੂੰ ਸੌਖੀਆਂ ਕਰ ਦਿੰਦੀਆਂ। ਫੋਰ ਐਗਜ਼ਾਮਪਲ ਜਿਹੜੇ 7 ਤਰ੍ਹਾਂ ਦੇ ਕੁਐਸਚਨ ਹੈਗੇ ਆ ਜੀ, ਇਹਨਾਂ ਦੇ ਵਿੱਚੋਂ ਕਈ ਜਿਹੜੇ ਕੁਐਸਚਨ ਆ ਉਹ ਤਾਂ ਸੀਕੁਐਂਸ ਦੇ ਵਿੱਚ ਚੱਲਦੇ ਆ, ਕਈ ਕੁਐਸਚਨਸ ਸੀਕੁਐਂਸ ਫੋਲੋ ਕਰਦੇ ਆ। ਸੀਕੁਐਂਸ ਦਾ ਮਤਲਬ ਕੀ ਹੈ ਕਿ ਜੇ ਆਹ ਤੁਹਾਡਾ ਮੰਨ ਕੇ ਚੱਲੋ ਪੈਰਾਗ੍ਰਾਫ ਹੈ ਜੀ, ਆਹ ਤੁਹਾਡਾ ਪੈਰਾਗ੍ਰਾਫ ਆ ਸਾਰਾ, ਜੇ ਤੁਹਾਡਾ 4th ਨੰਬਰ ਵਾਲਾ ਕੁਐਸਚਨ ਇੱਥੇ ਪਿਆ ਤਾਂ 5th ਵਾਲਾ ਉਦੋਂ ਨੀਚੇ ਹੋਊਗਾ, 6th ਵਾਲਾ ਉਦੋਂ ਨੀਚੇ ਹੋਊਗਾ, ਉੱਪਰ ਨਹੀਂ ਹੋ ਸਕਦਾ। ਏਦਾਂ ਨਹੀਂ ਕਿ 6th ਨੰਬਰ ਵਾਲਾ 4th ਤੋਂ ਉੱਪਰ ਪਿਆ ਹੋਵੇ, 7th ਵਾਲਾ ਉਦੋਂ ਨੀਚੇ ਹੋਊਗਾ। ਸੋ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸੀਕੁਐਂਸ ਦੇ ਵਿੱਚ ਕਿਹੜੇ ਫੋਲੋ ਹੁੰਦੇ ਆ। ਮੈਂ ਇੱਥੇ ਜੇ ਮੈਂ ਤੁਹਾਨੂੰ ਲਿਖ ਦਵਾਂ ਪਹਿਲੇ ਨੰਬਰ ਤੇ, ਦੇਖੋ ਵੈਸੇ ਤੁਸੀਂ ਕੋਈ ਘਰੇ ਰੀਡਿੰਗ ਕਰਦੇ ਹੋ ਸਕਦਾ ਉਹਦੇ ਵਿੱਚ ਸੀਕੁਐਂਸ ਟੁੱਟ ਜਾਵੇ, ਬਟ ਫਾਈਨਲ ਦੇ ਵਿੱਚ ਸੀਕੁਐਂਸ ਹੋਣਗੇ। ਜਿਵੇਂ ਕਿ ਟਰੂ ਫਾਲਸ ਨਾਟ ਗਿਵਨ, ਇਹ ਹਮੇਸ਼ਾ ਸੀਕੁਐਂਸ ਦੇ ਵਿੱਚ ਹੁੰਦੇ ਆ ਜੀ। ਜੇ ਤੁਹਾਨੂੰ 5th ਨੰਬਰ ਵਾਲਾ ਕੁਐਸਚਨ ਇੱਥੇ ਲੱਭਿਆ ਤਾਂ 6 ਵਾਲਾ ਉਦੋਂ ਨੀਚੇ ਹੀ ਹੋਊਗਾ, ਉੱਪਰ ਨਹੀਂ ਹੁੰਦਾ। ਫਾਈਨਲ ਦੇ ਵਿੱਚ ਤਾਂ ਇਦਾਂ ਹੋ ਹੀ ਨਹੀਂ ਸਕਦਾ ਜਮਾਂ ਵੀ। ਤਾਂ ਟਰੂ ਫਾਲਸ ਨਾਟ ਗਿਵਨ ਹੋ ਗਏ। ਦੂਸਰੇ ਨੰਬਰ ਤੇ ਜੇ ਆਪਾਂ ਗੱਲ ਕਰੀਏ ਤਾਂ ਜੋ ਮਲਟੀਪਲ ਕੁਐਸਚਨ ਹੁੰਦੇ ਆ ਜੀ, ਮਲਟੀਪਲ ਕੁਐਸਚਨ ਵੀ ਸੀਕੁਐਂਸ ਦੇ ਵਿੱਚ ਪਾਏ ਜਾਂਦੇ। ਤੀਸਰੇ ਨੰਬਰ ਤੇ ਜੇ ਆਪਾਂ ਗੱਲ ਕਰੀਏ ਜੀ ਤਾਂ ਤੀਸਰੇ ਨੰਬਰ ਤੇ ਆਪਣਾ ਕੰਪਲੀਟ ਦਾ ਸੈਂਟੈਂਸ, ਕੰਪਲੀਟ ਦਾ ਸੈਂਟੈਂਸ, ਇਹ ਆਪਣੇ ਸੀਕੁਐਂਸ ਦੇ ਵਿੱਚ ਹੁੰਦੇ ਆ ਜੀ। ਚੌਥੇ ਨੰਬਰ ਤੇ ਜੇ ਆਪਾਂ ਗੱਲ ਕਰੀਏ ਤਾਂ ਆਪਣਾ ਇੱਕ ਰਹਿ ਗਿਆ ਜਿਹੜੇ ਕੁਐਸਚਨ ਟਾਈਪ ਹੁੰਦੇ ਆ ਆਪਣੇ, ਕੁਐਸਚਨ ਟਾਈਪ ਜਿਹਦੇ ਵਿੱਚ ਡਾਇਰੈਕਟਲੀ ਕੁਐਸਚਨ ਲਿਖਿਆ ਹੁੰਦਾ ਜੀ ਉਹਨਾਂ ਡਾਇਰੈਕਟਲੀ। ਸੋ ਕੁਐਸਚਨ ਟਾਈਪ, ਓਕੇ ਜੀ, ਇੱਥੇ ਮੈਂ ਲਿਖ ਦਿੰਦਾ ਵਾ ਕੁਐਸਚਨ ਟਾਈਪ, ਆ ਆਪਣੇ ਸੀਕੁਐਂਸ ਦੇ ਵਿੱਚ ਹੁੰਦੇ ਆ ਜੀ। ਇਹਨਾਂ ਤੇ ਹਮੇਸ਼ਾ ਸੀਕੁਐਂਸ ਫੋਲੋ ਹੁੰਦੀ। ਉਹ ਚੀਜ਼ ਜਿਹੜੀ ਸੀਕੁਐਂਸ ਫੋਲੋ ਨਹੀਂ ਕਰਦੀ ਗੀ, ਜਿਹਨਾਂ ਵਿੱਚ ਸੀਕੁਐਂਸ ਨਹੀਂ ਹੁੰਦੀ ਗੀ ਜੀ, ਤਾਂ ਉਹ ਆਪਣੇ ਹੁੰਦੇ ਆ ਜੀ ਜਿਵੇਂ ਕਿ ਪਹਿਲੇ ਨੰਬਰ ਤੇ ਉਹਦੇ ਵਿੱਚ ਹੁੰਦੀਆਂ ਬਲੈਂਕਸ। ਤੇ ਮੋਸਟਲੀ ਬੱਚੇ ਸਮਝਦੇ ਏਦਾਂ ਕਿ ਬਲੈਂਕਸ ਸੀਕੁਐਂਸ ਵਾਈਜ਼ ਹੋਣਗੀਆਂ। ਦੇਖੋ ਇਹਦਾ 100% ਸ਼ੋਰ ਨਹੀਂ, 50-50 ਚਾਂਸ ਆ ਇਹਦੇ। ਫਾਈਨਲ ਦੇ ਵਿੱਚ ਜਿਹੜੀਆਂ ਬਲੈਂਕਸ ਹੋ ਸਕਦੀਆਂ ਤੁਹਾਨੂੰ ਸੀਕੁਐਂਸ ਦੇ ਵਿੱਚ ਹੀ ਲੱਭੀਆਂ, ਹੋ ਸਕਦੀਆਂ ਤੁਹਾਨੂੰ ਉੱਪਰ ਨੀਚੇ ਵੀ ਇਹਨਾਂ ਦੇ ਜਾਣਾ ਪੈ ਜਾਵੇ, ਯਾਨੀ ਕਿ ਦੋਨੇ ਪੋਸੀਬਿਲਿਟੀਆਂ ਹੋ ਸਕਦੀਆਂ ਜੀ। ਇਹਨੂੰ ਰੀਕਾਲ ਕਰੋ ਇੱਕ ਵਾਰ, ਮੈਂ ਇੱਕ ਸਟੂਡੈਂਟ ਨੂੰ ਐਡ ਕਰ ਲਾਂ। ਓਕੇ, ਉੱਥੋਂ ਤੱਕ ਸਾਰਾ ਕਲੀਅਰ ਸੀਗਾ ਜੀ? ਮੈਨੂੰ ਯੈਸ ਔਰ ਨੋ ਦੱਸ ਦਿਓ, ਜਿੰਨਾ ਆਪਾਂ ਹੁਣ ਤੱਕ ਕੀਤਾ ਤੁਹਾਨੂੰ ਉਹ ਚੀਜ਼ ਪਤਾ ਲੱਗ ਗਈ ਜੀ? ਹਾਂਜੀ ਸਰ, ਕਲੀਅਰ ਹੈ। ਓਕੇ ਜੀ, ਤਾਂ ਆਪਾਂ ਦੇਖਿਆ ਕਿ ਕਿਹੜੇ ਕੁਐਸਚਨ ਸੀਕੁਐਂਸ ਦੇ ਵਿੱਚ ਹੋਣਗੇ, ਕਿਹੜੇ ਕੁਐਸਚਨ ਸੀਕੁਐਂਸ ਦੇ ਵਿੱਚ ਨਹੀਂ ਹੋਣਗੇ ਜੀ। ਹਰ ਇੱਕ ਕੁਐਸਚਨ ਦੀਆਂ ਜੋ ਸਟ੍ਰੈਟਜੀਸ ਆ ਉਹ ਵੱਖਰੀਆਂ ਵੱਖਰੀਆਂ ਹੋਣਗੀਆਂ ਸਾਰਿਆਂ ਦੀਆਂ ਜੀ। ਓਕੇ ਜੀ, ਠੀਕ ਹੈ ਜੀ, ਅੱਗੇ ਚੱਲਦੇ ਆਪਾਂ ਇਹਨੂੰ। ਹਾਂਜੀ, ਤਾਂ ਦੇਖੋ ਇਹਦੇ ਵਿੱਚ ਆਪਾਂ ਸਟਾਰਟ ਕਰਾਂਗੇ ਉਹਨਾਂ ਨੂੰ 1 by 1। ਉਦੋਂ ਪਹਿਲਾਂ ਕੁਝ ਆਪਾਂ ਖਾਸ ਗੱਲਾਂ ਕਰ ਲਈਏ ਇੱਥੇ। ਤਾਂ ਦੇਖੋ ਰੀਡਿੰਗ ਨੂੰ ਉਹ ਬੱਚਾ ਟੈਕਲ ਕਰਦਾ ਹਮੇਸ਼ਾ, ਕਿਉਂਕਿ ਹੁਣ ਸਾਨੂੰ ਟੀਚ ਕਰਦਿਆਂ ਨੂੰ ਕਾਫੀ ਜਾਣੀ ਕਿ ਟਾਈਮ ਹੋ ਗਿਆ, ਤਾਂ ਜਦੋਂ ਦੇਖਦੇ ਆ ਕਿ ਜਿਹੜੇ ਬੱਚੇ ਦਾ ਰਿਜ਼ਲਟ ਆਉਂਦਾ ਵਾ ਉਹ ਕਿਹੜੇ ਟਾਈਪ ਦੇ ਸਟੂਡੈਂਟ ਦਾ ਆਉਂਦਾ ਵਾ। ਤੇ ਇੱਥੇ ਹਮੇਸ਼ਾ ਗੱਲ ਯਾਦ ਰੱਖਿਓ ਜੀ, ਤੁਹਾਡੀ ਡੇਲੀ ਲਾਈਫ ਦਾ ਪਾਰਟ 1-2 ਚੀਜ਼ਾਂ ਹੋਣੀਆਂ ਚਾਹੀਦੀਆਂ। ਮੈਂ ਤੁਹਾਨੂੰ ਸੋਰਸ ਵੀ ਦੱਸੂਗਾ ਹੁਣੀ ਉਹਨਾਂ ਦਾ, ਤੁਹਾਨੂੰ ਜ਼ਿਆਦਾ ਉਹਦੇ ਵਿੱਚ ਡਿਫੀਕਲਟੀ ਨਹੀਂ ਹੋਣੀ,
ਸਾਰਾ ਕੁਝ ਲੱਭਣਾ ਤੁਹਾਨੂੰ ਸੌਖਾ ਹੋ ਜਾਣਾ। ਦੇਖੋ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੀ ਇੱਕ ਹੈਬਿਟ ਬਣਾ ਲੈਣੀ ਆ ਸਾਰਿਆਂ ਨੇ ਕੱਲ ਤੋਂ ਹੀ, ਕਿ ਤੁਸੀਂ ਰੀਡਿੰਗ ਦੇ ਕਮ ਸੇ ਕਮ 2 ਪੈਸੇਜ ਡੇਲੀ ਬੇਸਿਸ ਤੇ ਟਰਾਂਸਲੇਟ ਕਰਨੇ ਆ ਜੀ। 2 ਪੈਸੇਜ ਡੇਲੀ ਬੇਸਿਸ ਤੇ ਤੁਸੀਂ ਉਹਦੇ ਟਰਾਂਸਲੇਟ ਕਰਨੇ ਆ। ਇੱਥੇ ਮੈਂ ਲਿਖ ਦਿੰਦਾ ਕਿ ਟਰਾਂਸਲੇਟ, ਆਹ ਵਾਲਾ ਕੰਮ ਤੁਹਾਡੇ ਡੇਲੀ ਬੇਸਿਸ ਤੇ ਹੋਣਾ ਚਾਹੀਦਾ ਜੀ। ਇਹਦਾ ਹੁਣ ਜਾਨੀ ਕਿ ਫਾਇਦਾ ਕੀ ਹੋਊਗਾ, ਦੇਖੋ ਜਦੋਂ ਤੁਹਾਡੀ ਟਰਾਂਸਲੇਸ਼ਨ ਪਾਵਰ ਵੱਧ ਗਈ, ਤੁਹਾਡੀ ਅੰਡਰਸਟੈਂਡਿੰਗ ਵੱਧ ਜਾਣੀ। ਰਿਜ਼ਲਟ ਕਿਵੇਂ ਇੰਪਰੂਵ ਕਰੂਗੀ, ਤੁਹਾਡਾ ਇਧਰਲੇ ਪਾਸੇ ਕੁਐਸਚਨ ਪਿਆ ਵਾ ਤੇ ਤੁਹਾਡੀ ਇਧਰਲੇ ਪਾਸੇ ਆ ਸਾਰੀ ਪਈ ਹੈ ਜੀ ਰੀਡਿੰਗ। ਜਦ ਤੁਸੀਂ ਕੁਐਸਚਨ ਪੜ੍ਹਿਆ, ਪਹਿਲੀ ਗੱਲ ਤੁਸੀਂ ਮੰਨੋਗੇ ਕਿ 70% ਸਟੂਡੈਂਟ ਆ ਜਿਨ੍ਹਾਂ ਨੂੰ ਕੁਐਸਚਨ ਚੰਗੀ ਤਰ੍ਹਾਂ ਕਈ ਵਾਰੀ ਨਹੀਂ ਸਮਝ ਆਉਂਦਾ। ਕਈ ਵਾਰੀ ਜਾਨੀ ਕਿ ਲੌਂਗ ਕੁਐਸਚਨ ਹੁੰਦਾ ਬਹੁਤ, ਉਹ ਆਪਾਂ ਨੂੰ ਸਮਝ ਹੀ ਨਹੀਂ ਆਉਂਦਾ ਵੀ ਕਹਿਣਾ ਕੀ ਚਾਹੁੰਦਾ ਵਾ। ਉਹਦੇ ਲਈ ਤੁਹਾਡੇ ਉੱਤੇ ਟਰਾਂਸਲੇਸ਼ਨ ਚੀਜ਼ਾਂ ਹੀ ਕੰਮ ਆਉਣੀਆਂ। ਤੋੜ ਕੇ ਪੜ੍ਹਨ ਲੱਗ ਜਾਓ। ਆਪਾਂ ਜਦੋਂ ਲੈਕਚਰ ਲਾਇਆ ਕਰਾਂਗੇ ਸੈਟਰਡੇ ਵਾਲੇ ਦਿਨ, ਤਾਂ ਆਪਾਂ ਰੀਡਿੰਗ ਨੂੰ ਬਹੁਤ ਸੌਖਾ ਬਣਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ। ਉਹ ਚੀਜ਼ ਨੂੰ ਤੋੜ ਕੇ ਪੜ੍ਹਨ ਲੱਗ ਜਾਓ। ਟਰਾਂਸਲੇਸ਼ਨ ਤੁਹਾਡੀ ਹੈਲਪ ਕਰੂਗੀ ਕੁਐਸਚਨ ਸਮਝਣ ਦੇ ਵਿੱਚ। ਤੇ ਜਦੋਂ ਤੁਸੀਂ ਇਹਦੀ ਯਾਨੀ ਕਿ ਲੋਕੇਸ਼ਨ ਚੱਕ ਕੇ ਜਾਓਗੇ, ਮੰਨ ਕੇ ਚੱਲੋ ਆਹ 3 ਲਾਈਨਾਂ ਦੇ ਵਿੱਚ ਇਹਦਾ ਆਨਸਰ ਪਿਆ ਜੀ, ਤੁਹਾਨੂੰ ਇੱਥੇ ਡੈਡਲੀ ਸ਼ੋਰ ਹੈ ਕਿ ਮੇਰਾ ਜੋ ਆਨਸਰ ਆ ਉਹ 3 ਸੈਂਟੈਂਸਸ ਦੇ ਵਿੱਚ ਹੀ ਪਿਆ ਵਾ। ਤੇ ਦੇਖੋ ਇਹ 3 ਸੈਂਟੈਂਸਸ ਨੂੰ ਸਮਝਣ ਦੇ ਲਈ ਵੀ ਤੁਹਾਨੂੰ ਹੁਣ ਇਹਨਾਂ ਨੂੰ ਟਰਾਂਸਲੇਟ ਕਰਨਾ ਪੈਣਾ ਵਾ ਜੀ। ਜਿੰਨਾ ਚਿਰ ਟਰਾਂਸਲੇਸ਼ਨ ਨਹੀਂ ਹੋਊਗੀ ਉਹਨਾਂ ਚਿਰ ਪਤਾ ਨਹੀਂ ਲੱਗੂਗਾ ਕਿ ਕੁਐਸਚਨ ਤੇ ਲੋਕੇਸ਼ਨ ਇਹ ਆਪਸ ਦੇ ਵਿੱਚ ਕੀ ਕਹਿਣਾ ਚਾਹੁੰਦੀਆਂ ਵਾ ਜੀ। ਤੇ ਜੇ ਆਪਾਂ ਦੇਖੀਏ ਤਾਂ ਜੇ 90% ਹੱਥ ਕਿਸੇ ਚੀਜ਼ ਦਾ ਹੈਗਾ ਵਾ ਤਾਂ ਉਹ ਕੱਲੀ ਟਰਾਂਸਲੇਸ਼ਨ ਦਾ ਹੀ ਹੈ। ਹੁਣ ਜੇ ਤੁਸੀਂ 2 ਪੈਰੇ ਇੱਕ ਦਿਨ ਦੇ ਵਿੱਚ ਟਰਾਂਸਲੇਟ ਕਰਦੇ ਹੋ, ਬੈਨੀਫਿਟ ਕੀ ਹੋਣਾ ਹੁੰਦਾ? ਬੈਨੀਫਿਟ ਹੁੰਦਾ ਇਹ ਹੋਣਾ ਜੀ, ਇੱਕ ਤਾਂ ਤੁਸੀਂ ਰੀਡਿੰਗ ਦੀ ਲੈਂਗੁਏਜ ਦੇ ਨਾਲ ਜਾਣੀ ਕਿ ਫੈਮਿਲੀਅਰ ਹੋਣ ਲੱਗ ਜਾਂਦੇ। ਕਿਉਂਕਿ ਰੀਡਿੰਗ ਦੀ ਜੋ ਲੈਂਗੁਏਜ ਸੀ ਉਹਦੇ ਨਾਲ ਆਪਾਂ ਫੈਮਿਲੀਅਰ ਕਦੋਂ ਹੁੰਨੇ ਆ? ਜਦੋਂ ਰੀਡਿੰਗ ਨੂੰ ਸਾਹਮਣੇ ਰੱਖੋਗੇ ਆਪਦੇ। ਰੀਡਿੰਗ ਦੇ ਵਿੱਚ ਜੋ ਕੰਪਲੈਕਸਿਟੀ ਉਹ ਫੋਲੋ ਕਰਦੇ ਆ ਨਾ, ਜੋ ਕੰਪਲੈਕਸਿਟੀ ਰੀਡਿੰਗ ਦੇ ਵਿੱਚ ਉਹ ਫੋਲੋ ਕਰਦੇ ਆ, ਜੋ ਕੰਪਲੈਕਸ ਸੈਂਟੈਂਸ ਹੁੰਦੇ ਆ, ਉਹਨਾਂ ਨੂੰ ਉਹ ਬੰਦੇ ਡੀਕੋਡ ਕਰ ਸਕਦਾ ਵਾ ਜਿਹਦੀ ਰੀਡਿੰਗ ਦੀ ਪੜ੍ਹਨ ਦੀ ਹੈਬਿਟ ਆ। ਉਹਨੂੰ ਹੌਲੀ ਹੌਲੀ ਸਮਝ ਲੱਗਣ ਲੱਗ ਜਾਂਦਾ ਕਿ ਬੀਇੰਗ ਕਿਵੇਂ ਯੂਜ਼ ਕਰ ਰਹੇ ਆ, ਇੱਥੇ ਹੈਵ ਬੀਨ ਕਿਉਂ ਲੱਗਾ, ਇੱਥੇ ਵੁੱਡ ਦੇ ਨਾਲ ਹੈਵ ਬੀਨ ਕਿਉਂ ਲਾਈ ਜਾਂਦੇ। ਆ ਸਾਰੀਆਂ ਚੀਜ਼ਾਂ ਉਹਨੂੰ ਡੇ ਬਾਏ ਡੇ ਪਤਾ ਚੱਲਣ ਲੱਗ ਜਾਂਦੀਆਂ। ਇਹ ਚੀਜ਼ ਇੱਕ ਤਾਂ ਬੈਨੀਫਿਟ ਹੁੰਦਾ ਕਿ ਜੋ ਰੀਡਿੰਗ ਦੀ ਕੰਪਲੈਕਸਿਟੀ ਆ ਉਹ ਸਮਝਣ ਲੱਗਣ ਲੱਗ ਜਾਂਦੀ ਹੈ ਜੀ। ਦੂਸਰੇ ਨੰਬਰ ਤੇ ਜੀ, ਜੇ ਕੋਈ ਰੀਡਿੰਗ ਦਾ ਟੌਪਿਕ ਤੁਸੀਂ ਅੱਜ ਸਟੱਡੀ ਕਰੀ ਜਾਂਦੇ ਹੋ ਤਾਂ ਉਹਦੀ ਜੇ ਮੰਨ ਕੇ ਚੱਲੋ ਉਹ ਸਾਰਾ এনवायरमेंट ਦੇ ਉੱਪਰ ਹੈ ਜੀ। ਮੰਨ ਕੇ ਚੱਲੋ ਉਹ ਪੈਸੇਜ ਸਾਰਾ এনवायरमेंट ਦੇ ਉੱਪਰ ਸੀਗਾ। ਇਹਦੇ ਨਾਲ ਹੁਣ ਤੁਹਾਡਾ ਕੀ ਚੀਜ਼ ਕਵਰ ਹੋ ਰਹੀ ਹੈ? ਪਹਿਲੀ ਗੱਲ ਤਾਂ ਤੁਹਾਡੀ ਇੱਥੇ ਹੁਣ ਵੋਕੈਬ এনवायरमेंट ਦੇ ਰਿਲੇਟਡ ਕਵਰ ਹੋ ਰਹੀ ਹੈ ਬਹੁਤ ਜਾਨੀ ਕਿ ਵਧੀਆ ਤਰੀਕੇ ਨਾਲ। ਫਿਊਚਰ ਦੇ ਵਿੱਚ ਫਾਈਨਲ ਦੇ ਵਿੱਚ ਜੇ ਤੁਹਾਨੂੰ এনवायरमेंट ਦੇ ਰਿਲੇਟਡ ਹੀ ਉੱਥੇ ਪਿਆ ਹੋਇਆ ਜੀ ਟਾਸਕ, ਤਾਂ ਇੱਥੇ ਤੁਹਾਨੂੰ ਜਾਨੀ ਕਿ ਪਹਿਲਾਂ ਹੀ ਉਹਦੇ ਵਿੱਚ ਵਾਲੀ 70% ਵੋਕੈਬ ਪਤਾ ਹੋਊਗੀ ਤੁਹਾਨੂੰ, ਕਿਉਂਕਿ ਤੁਸੀਂ ਉਹਦਾ ਪੈਸੇਜ ਘਰੇ ਟਰਾਂਸਲੇਟ ਕੀਤਾ, ਤੁਸੀਂ ਪੜ੍ਹਿਆ ਵਾ। ਦੂਸਰੇ ਨੰਬਰ ਤੇ ਇਹਦੇ ਵਿੱਚ ਕੁਝ ਇਦਾਂ ਦੇ ਵਰਡ ਵੀ ਹੋਣਗੇ ਜੋ ਤੁਹਾਡਾ ਕਿਤੇ ਨਾ ਕਿਤੇ ਜਾ ਕੇ ਰਾਈਟਿੰਗ ਦੇ ਵਿੱਚ ਵੀ ਸਾਥ ਦੇਣਗੇ। ਤਾਂ ਜੋ ਵੀ ਤੁਸੀਂ ਟੌਪਿਕ ਕਵਰ ਕਰਦੇ ਹੋ ਉਹਦੇ ਨਾਲ ਤੁਹਾਡੀ ਜੋ, ਚਲੋ ਨੌਲੇਜ ਤਾਂ ਇੱਕ ਪਾਸੇ ਰੱਖੋ ਤਾਂ ਛੱਡੋ, ਵੋਕੈਬ ਹੋ ਗਈ ਤੇ ਰਾਈਟਿੰਗ ਦੇ ਲਈ ਤੇ ਰੀਡਿੰਗ ਦੇ ਵਿੱਚ ਜਿਹੜੀ ਉਹਦੀ ਹਾਈ ਲੈਵਲ ਦੀ ਵੋਕੈਬ ਯੂਜ਼ ਕਰੀ ਜਾਂਦੇ ਆ ਜੋ ਫਿਊਚਰ ਦੇ ਵਿੱਚ ਆਉਂਦੀ ਆ ਤਾਂ ਤੁਹਾਡੀ ਉਹ ਸਾਰੀ ਕਵਰ ਹੋ ਜਾਣੀ ਹੈ। 2 ਪੈਸੇ ਤੁਸੀਂ ਚੱਕਣੇ ਕਿਵੇਂ ਆ? ਇਹਦੀ ਕੈਟਾਗਰੀ ਜਾਨੀ ਕਿ ਵੱਖਰੀ ਹੋਣੀ ਚਾਹੀਦੀ। ਜਿਵੇਂ ਇੱਕ এনवायरमेंट ਦੇ ਰਿਲੇਟਡ ਚੱਕ ਲਿਆ, ਇੱਕ ਤੁਸੀਂ ਟੈਕਨੋਲੋਜੀ ਦੇ ਰਿਲੇਟਡ ਚੱਕ ਲਿਆ। ਹੁਣ ਸਭ ਤੋਂ ਵੱਡਾ ਕੁਐਸਚਨ ਕਿ ਸਰ ਅਸੀਂ ਇਹ ਚੱਕਣਾ ਕਿੱਥੋਂ ਆ, ਅਸੀਂ ਕਿੱਥੇ ਜਾਈਏ ਵੀ ਸਾਨੂੰ ਇਹ ਪੈਸੇਜ ਮਿਲ ਜੇ? ਤੁਹਾਨੂੰ ਮੈਂ ਸਕਰੀਨ ਸ਼ੋ ਕਰਨ ਲੱਗਾ। ਆਪਾਂ ਇੱਥੇ ਕ੍ਰੋਮ ਤੇ ਜਾਂਦੇ ਆ ਜੀ। ਮੈਨੂੰ ਯੈਸ ਔਰ ਨੋ ਦੱਸ ਦਿਓ ਕਿ ਤੁਹਾਨੂੰ ਆ ਦਿਖਣ ਲੱਗੀ ਸਕਰੀਨ ਜੀ ਜੋ ਮੈਂ ਇੱਥੇ ਖੋਲੀ ਹੈ? ਸਕਰੀਨ ਦਿਖ ਰਹੀ ਜੀ ਤੁਹਾਨੂੰ? Yes, sir. Yes, sir, visible. ਹਾਂਜੀ, ਗੂਗਲ ਤੇ ਜਾਣਾ ਜੀ ਤੁਸੀਂ ਜਸਟ, ਓਕੇ ਜੀ। ਗੂਗਲ ਤੇ ਜਾ ਕੇ ਤੁਸੀਂ ਇੱਥੇ ਟਾਈਪ ਕਰਨਾ ਮਿਨੀ ਆਇਲਸ। ਮਿਨੀ ਆਇਲਸ ਜਦੋਂ ਹੀ ਤੁਸੀਂ ਇੱਥੇ ਟਾਈਪ ਕਰੋਗੇ ਪਹਿਲੇ ਨੰਬਰ ਤੇ ਓਕੇ ਕਰਨਾ ਤੁਸੀਂ, ਤਾਂ ਆਹ ਵੈਬਸਾਈਟ ਪਹਿਲੇ ਨੰਬਰ ਤੇ ਪਈ ਹੈ ਜੀ ਮਿਨੀ ਆਇਲਸ। ਰੀਡਿੰਗ ਤੇ ਓਕੇ ਕਰਨਾ, ਤਾਂ ਨੀਚੇ ਜਦੋਂ ਜਾਓਗੇ ਆਹ ਸਿਰਫ ਸਿੰਗਲ ਪੈਰਾਗ੍ਰਾਫ ਤੁਹਾਡੇ ਸਾਹਮਣੇ ਆਏ ਹੈ ਜੀ। ਆ ਜਿੰਨੇ ਵੀ ਤੁਹਾਨੂੰ ਪਹਿਲੇ ਦਿਖ ਰਹੇ ਆ ਸਾਰੇ ਸਿੰਗਲ ਪੈਰਾਗ੍ਰਾਫ। ਇਹਨਾਂ ਵਿੱਚੋਂ ਮੰਨ ਕੇ ਚਲੋ ਮੈਂ ਕੋਈ ਵੀ ਚੂਜ਼ ਕਰ ਲੈਣਾ ਜੀ। ਇਹ ਨਿਊ ਡੇਲੀ ਬੇਸਿਸ ਤੇ ਅਪਲੋਡ ਕਰਦੇ ਰਹਿੰਦੇ ਆ। ਮੰਨ ਕੇ ਚਲੋ ਆਹ ਚੱਕ ਲਿਆ ਆਪਾਂ ਇਨਵੈਂਸ਼ਨ ਆਫ ਟੈਲੀਵਿਜ਼ਨ। ਇਨਵੈਂਸ਼ਨ ਆਫ ਟੈਲੀਵਿਜ਼ਨ ਆਪਾਂ ਪੈਰਾਗ੍ਰਾਫ ਚੱਕ ਲਿਆ, ਤੁਹਾਨੂੰ ਤੁਹਾਡੇ ਮੋਬਾਈਲ ਸਕਰੀਨ ਤੇ ਦਿਖੂਗਾ ਬਹੁਤ ਵਧੀਆ। ਤਾਂ ਦੇਖੋ ਸਾਰਾ ਜਿਹੜਾ ਇਹ ਪੈਰਾ ਵਾ ਇਹ ਟੈਲੀਵਿਜ਼ਨ ਦੇ ਰਿਲੇਟਡ ਇਹਨਾਂ ਨੇ ਕੋਈ ਪਾਇਆ ਜੀ। ਸਾਈਡ ਤੇ ਇਹਦੇ ਇਹਨਾਂ ਨੇ ਕੁਐਸਚਨ ਵੀ ਪੁੱਛੇ ਹੋਏ ਇਧਰਲੇ ਪਾਸੇ ਜੀ। ਆ ਦੇਖੋ ਜਿਵੇਂ ਇੱਥੇ ਟਰੂ, ਆ ਡਾਇਗਰਾਮ ਇਹਦੇ ਵਿੱਚ ਆ ਇਧਰ ਟਰੂ ਫਾਲਸ ਨੋਟ ਗਿਵਨ ਹੈ ਜੀ। ਤਾਂ ਇਹਦਾ ਚਲੋ ਤੁਸੀਂ ਇਹਨੂੰ ਇਹ ਵੈਬਸਾਈਟ ਨੂੰ ਕਿਹੜੇ ਜਾਨੀ ਕਿ ਬੇਸ ਤੇ ਯੂਜ਼ ਕਰ ਸਕਦੇ ਹੋ? ਪਹਿਲੀ ਗੱਲ ਤੁਸੀਂ ਟਰਾਂਸਲੇਟ ਕਰਨਾ ਹੈ ਵੈਬਸਾਈਟ ਦੇ ਉੱਪਰੋਂ ਜੀ। ਟਰਾਂਸਲੇਸ਼ਨ ਲਈ ਤੁਹਾਨੂੰ ਇੱਕ ਸੋਰਸ ਮਿਲ ਗਿਆ
ਅੱਜ ਤੁਸੀਂ ਇਹ ਟੈਲੀਵਿਜ਼ਨ ਤੇ ਕੋਈ ਐਸੇ ਚੱਕਿਆ, ਕੱਲ ਨੂੰ ਤੁਸੀਂ ਇਸੇ ਹੀ ਵੈਬਸਾਈਟ ਦੇ ਵਿੱਚ ਯਾਨੀ ਕਿ ਬਿਜ਼ਨਸ ਰਿਲੇਟਡ ਕੋਈ ਵੀ ਯਾਨੀ ਕਿ ਪਿਕ ਕਰ ਲਓ, ਨੈਕਸਟ ਤੇ ਤੁਸੀਂ এনवायरमेंट ਦੇ ਰਿਲੇਟਡ ਕਰ ਲਓ, ਏਦਾਂ ਵੈਰੀ ਕਰਾ ਕੇ ਤੁਸੀਂ ਇਹਨੂੰ ਆਪਣੀ ਹੈਬਿਟ ਬਣਾ ਲੈਣਾ। ਵੋਕੈਬ ਤੁਹਾਡੀ 15 ਦਿਨਾਂ ਦੇ ਵਿੱਚ ਬੂਸਟ ਹੋ ਜਾਣੀ ਹੈ, ਇਹ ਚੀਜ਼ ਤੁਸੀਂ ਖੁਦ ਯਾਨੀ ਕਿ ਰਿਅਲਾਈਜ਼ ਕਰੋਗੇ। ਦੂਸਰੇ ਨੰਬਰ ਤੇ ਇਹਦਾ ਬੈਨੀਫਿਟ ਕੀ ਹੈ ਜੀ ਵੈਬਸਾਈਟ ਦਾ? ਇਹਦਾ ਬੈਨੀਫਿਟ ਹੈਗਾ ਕਿ ਇਹਨਾਂ ਨੇ ਸਾਈਟ ਤੇ ਮੰਨ ਕੇ ਲਓ ਕੁਐਸਚਨ, ਜੇ ਤੁਸੀਂ ਇੱਥੇ ਕੁਐਸਚਨ ਨੂੰ ਮਾਰਕ ਕਰਦੇ ਹੋ ਨਾ, ਮੰਨ ਲਓ ਇੱਥੇ ਮੈਨੂੰ ਫਾਲਸ ਲਾਤਾ, ਇਹਨੂੰ ਮੈਂ ਮੰਨ ਕੇ ਲਓ ਟਰੂ ਲਾਤਾ, ਜਿੰਨੇ ਵੀ ਤੁਸੀਂ ਇੱਥੇ ਇਹਨਾਂ ਨੂੰ ਆਨਸਰ ਸੋਲਵ ਕਰ ਦਿਓ ਇਹਨਾਂ ਦੇ, ਇਹਦਾ ਮੈਂ ਸੀ ਲਾਤਾ, ਤੁਸੀਂ ਨੀਚੇ ਜਾ ਕੇ ਸਬਮਿਟ ਕਰਕੇ ਚੈੱਕ ਵੀ ਕਰ ਸਕਦੇ ਹੋ ਕਿ ਸਾਡੇ ਕਿੰਨੇ ਸਹੀ ਗਏ ਆ ਜਾਂ ਸਾਡੇ ਕਿੰਨੇ ਗਲਤ ਗਏ। ਇਹ ਚਲੋ ਇੱਕ ਹੋਰ ਬੈਨੀਫਿਟ ਹੈ ਵੈਬਸਾਈਟ ਦਾ, ਉੱਪਰ ਲਿਖੇ ਆਗੇ ਕਿ ਕਿਹੜੇ ਕਿਹੜੇ ਗਲਤ ਹੈ, ਕਿਹੜੇ ਕਿਹੜੇ ਸਹੀ ਹੈ ਜੀ। ਤੇ ਇਸ ਤੋਂ ਪਹਿਲਾਂ ਜਿਹੜਾ ਦਾ ਬੈਨੀਫਿਟ ਹੈ, ਇਹ ਵੈਬਸਾਈਟ ਨੇ ਤੁਹਾਨੂੰ ਪੈਰਾਗ੍ਰਾਫ ਦੇਣੇ ਆ ਵੈਰਾਈਟੀ ਦੇ ਨਾਲ। ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਰੀਸੈਂਟਲੀ ਪੈਰਾਗ੍ਰਾਫ ਰਿਪੀਟ ਹੋਇਆ ਸੀ ਫਾਈਨਲ ਦੇ ਵਿੱਚ, ਉਹ ਆਹ ਵਾਲਾ ਹੋਇਆ ਸੀਗਾ ਜੀ ਰਿਪੀਟ, ਆ ਲੈਫਟ ਹੈਂਡ ਰਾਈਟ ਹੈਂਡ ਵਾਲਾ ਪੈਰਾਗ੍ਰਾਫ ਫਾਈਨਲ ਦੇ ਵਿੱਚ ਆਇਆ ਵਾ, ਆ ਜੋ ਜਾਨੀ ਕਿ ਪਿਛਲੇ ਮਹੀਨੇ ਰੀਡਿੰਗ ਹੋਈ ਸੀਗੀ, ਠੀਕ ਹੈ ਜੀ। ਸੋ ਤੁਸੀਂ ਆਹ ਸੋਚ ਕੇ ਨਹੀਂ ਕਰਨਾ ਕਿ ਇਹ ਚੋਂ ਕੋਈ ਪੈਰਾ ਰਿਪੀਟ ਹੋਊਗਾ, ਤੁਹਾਡੀ ਜੋ ਫਸਟ ਪ੍ਰੈਫਰੈਂਸ ਹੋਣੀ ਚਾਹੀਦੀ ਹੈ ਕਿ ਮੈਂ ਇਹ ਵੈਬਸਾਈਟ ਤੋਂ ਕੋਈ ਨਾ ਕੋਈ ਇੱਕ ਪੈਰਾ ਆਪਦਾ ਪਿਕ ਕਰਾਂ। ਬਹੁਤ ਜ਼ਿਆਦਾ ਪੇਜ ਆ ਇਹਦੇ ਵਿੱਚ, ਜੀਟੀ ਵਾਲੇ ਸਟੂਡੈਂਟ ਆ ਉਹਨਾਂ ਨੇ ਯਾਨੀ ਕਿ ਜਨਰਲ ਟ੍ਰੇਨਿੰਗ ਤੇ ਓਕੇ ਕਰ ਦੇਣਾ ਜੀ, ਆ ਜਨਰਲ ਟ੍ਰੇਨਿੰਗ ਦੇ ਵੀ ਇਹਦੇ ਵਿੱਚ ਸਾਰੇ ਪੈਸੇਜ ਪਏ ਆ ਜੀ। ਸੋ ਇੱਥੇ ਤੁਹਾਨੂੰ ਪੈਸੇਜ ਇੰਡੀਵਿਜੂਅਲੀ ਮਿਲ ਜਾਇਆ ਕਰਨਗੇ। ਲੱਗਿਆ ਪਤਾ ਹੀ ਸਾਰਿਆਂ ਨੂੰ ਇਹ ਚੀਜ਼ ਦਾ? ਯੈਸ ਔਰ ਨੋ? यस सर। ਓਕੇ ਹਾਂਜੀ ਹਾਂਜੀ, ਸੋ ਅੱਗੇ ਚੱਲਦੇ ਹਾਂ ਜੀ ਆਪਾਂ। ਹਾਂਜੀ, ਸੋ ਰੀਡਿੰਗ ਦੇ ਵਿੱਚ ਜੇ ਹੁਣ ਆਪਾਂ ਗੱਲ ਕਰੀਏ, ਵੈਸੇ ਆਪਾਂ ਕੱਲੀ ਟਾਈਪ ਨੂੰ ਹੁਣ ਕਲੀਅਰ ਕਰਨਾ ਸ਼ੁਰੂ ਕਰਾਂਗੇ, ਆਪਾਂ ਨੂੰ ਥੋੜੇ ਦਿਨ ਇਹਦੇ ਵਿੱਚ ਲੱਗ ਜਾਣੇ, ਆਪਾਂ ਕੱਲੀ ਟਾਈਪ ਨੂੰ ਫੋਕਸ। ਇੱਕ ਗੱਲ ਹਮੇਸ਼ਾ ਮੇਰੀ ਯਾਦ ਰੱਖਿਓ ਕਿ ਅੱਜ ਤੋਂ ਪਹਿਲਾਂ ਸ਼ਾਇਦ ਵੀ ਮੰਨ ਲਓ ਤੁਸੀਂ ਟ੍ਰਾਂਸਲੇਸ਼ਨ ਨਹੀਂ ਕਰਦੇ ਹੋਏ, ਅੱਜ ਤੋਂ ਜੇ ਆਪਾਂ 2-3 ਸਾਲ ਪਹਿਲਾਂ ਦੀਆਂ ਗੱਲਾਂ ਕਰੀਏ ਤਾਂ ਆਹ ਵਾਲੀ ਆਪਣੇ ਕੋਲ YouTube ਹੈ ਨਹੀਂ ਸੀਗੀ, YouTube ਹੈ ਨਹੀਂ ਸੀ, ਕੱਲੇ ਬੱਚਿਆਂ ਦੇ ਕੋਲੇ ਕੱਲੇ ਸੈਂਟਰ ਹੁੰਦੇ ਸੀਗੇ ਆਪਣੇ ਹੋਮ ਟਾਊਨ ਦੇ ਵਿੱਚ। ਉਹਦੀ ਇੱਕ ਡਰਾਬੈਕ ਸੀਗੀ ਕਿ ਜੋ ਨੌਲੇਜ ਸੀਗੀ ਉਹ ਲਿਮਟਿਡ ਜੀ ਸੀਗੀ ਬਸ। ਪਰ ਹੁਣ ਤਾਂ ਆਪਣੇ ਕੋਲ ਯਾਨੀ ਕਿ YouTube ਦੇ ਜਾਊਗਾ ਨਾ, ਹੁਣ ਤਾਂ ਕਾਫੀ ਸਟ੍ਰੈਟਜੀਜ਼ ਹੋ ਜਾਂਦੀਆਂ, ਤੁਹਾਡੇ ਕੋਲੇ ਬਹੁਤ ਚੀਜ਼ਾਂ ਹੋ ਜਾਂਦੀਆਂ। ਅੱਜ ਤੋਂ ਪਹਿਲਾਂ, ਅੱਜ ਤੋਂ 2-3 ਸਾਲ ਪਹਿਲਾਂ ਜੇ ਆਪਾਂ ਮਾਰਕੀਟ ਦੇ ਵਿੱਚ ਦੇਖੀਏ ਤਾਂ ਟ੍ਰਾਂਸਲੇਸ਼ਨ ਵਾਲੀਆਂ ਚੀਜ਼ਾਂ ਕਿਸੇ ਨੂੰ ਨਹੀਂ ਪਤਾ ਸੀਗਾ ਕਿ ਐਕਚੁਅਲ ਜਾਨੀ ਕਿ ਰੂਟ ਕਾਜ਼ ਕੀ ਆ। ਜ਼ਿਆਦਾਤਰ ਪੰਜਾਬ ਦੇ ਵਿੱਚੋਂ 90% ਸਟੂਡੈਂਟ ਜਿਹੜੇ ਹੁੰਦੇ ਆ ਉਹ ਪੰਜਾਬ ਬੋਰਡ ਤੋਂ ਪੜ੍ਹੇ ਹੁੰਦੇ, ਤੇ ਆਪਣੇ ਪੰਜਾਬ ਬੋਰਡ ਦੇ ਵਿੱਚ ਕੀ ਹੁੰਦਾ ਵਾ, ਆਪਣੀ ਰੀਡਿੰਗ ਸਕਿੱਲ ਡਿਵੈਲਪ ਹੀ ਨਹੀਂ ਕੀਤੀ ਗਈ ਹੁੰਦੀ ਕਿਤੇ, ਆਪਣੀ ਰੀਡਿੰਗ ਸਕਿੱਲ ਤੇ ਕਦੇ ਧਿਆਨ ਨਹੀਂ ਦਿੱਤਾ ਜਾਂਦਾ। ਰੀਡਿੰਗ ਸਕਿੱਲ ਆਪਣੀ ਬਣਾਈ ਜਾਂਦੀ ਹੈ ਪਰ ਉਹ ਪੰਜਾਬੀ ਦੀ ਬਣਾਈ ਜਾਂਦੀ, ਆਪਾਂ ਯਾਨੀ ਕਿ ਪੰਜਾਬੀ ਨੂੰ ਪੜ੍ਹ ਸਕਦੇ ਹਾਂ, ਫਲੂਐਂਟ ਬੋਲ ਸਕਦੇ ਹਾਂ ਆਪਣਾ, ਕਿਉਂਕਿ ਜੋ ਬੋਰਡ ਸੀ ਉਹ ਸੀ ਪੰਜਾਬ ਬੋਰਡ। ਆਹੀ ਆਪਣਾ ਫਰਕ ਸੀ ਵੀ ਆਪਣੀ ਰੀਡਿੰਗ ਸਕਿੱਲ ਜਿਹੜੀ ਹੈਗੀ ਆ ਉਹ ਆਪਣੀ ਡਿਵੈਲਪ ਕਦੇ ਹੋਈ ਨਹੀਂ। ਜੇ ਮੰਨ ਕੇ ਚਲੋ ਕੋਈ ਇੱਕ ਚੰਗਾ CBSE ਬੋਰਡ ਦਾ ਸਟੂਡੈਂਟ ਹੈਗਾ ਵਾ ਤਾਂ ਉਹਦੇ ਤੋਂ ਜੇ ਤੁਸੀਂ ਕੋਈ ਜਾਨੀ ਕਿ SST ਦੇ ਰਿਲੇਟਡ ਵੀ ਕੋਈ ਵਰਡ ਪੁੱਛੋਗੇ ਨਾ, ਜੋ ਤਾਂ ਤੁਸੀਂ ਜਾਨੀ ਕਿ ਪੁੱਛੋਗੇ ਯਾਨੀ ਕਿ ਮੋਨੇਟਾਈਜੇਸ਼ਨ ਕੀ ਹੁੰਦੀ ਆ, ਉਹਨੂੰ ਪਤਾ ਲੱਗ ਗਿਆ ਨਾ ਵੀ ਇਹ ਵਰਡ ਦਾ ਮਤਲਬ ਕੀ ਆ। ਕਿਉਂ ਪਤਾ ਲੱਗਿਆ? ਕਿਉਂਕਿ ਉਹਨੇ ਇਹ ਵਰਡ ਜਾਨੀ ਕਿ 7th 8th ਜਾਨੀ ਕਿ 9th ਕਲਾਸ ਦੇ ਵਿੱਚ ਹੀ ਪੜ੍ਹ ਲਿਆ ਸੀਗਾ ਜੀ। ਆਪਾਂ ਮੋਨੇਟਾਈਜੇਸ਼ਨ ਕਦੇ ਵਰਡ ਪੜ੍ਹੇ ਹੀ ਨਹੀਂ ਸੀਗਾ, ਕਿਉਂਕਿ ਆਪਣਾ ਜੋ ਬੋਰਡ ਸੀਗਾ ਉਹ ਪੰਜਾਬੀ ਸੀਗਾ, ਸਾਰੀਆਂ ਬੁੱਕਸ ਪੰਜਾਬੀ ਦੇ ਵਿੱਚ ਸੀਗੀਆਂ। ਤਾਂ ਕਰਕੇ ਤੁਹਾਨੂੰ ਇਹ ਜਿੰਨੀਆਂ ਵੀ ਚੀਜ਼ਾਂ ਹੈਗੀਆਂ ਵੋਕੈਬ, ਤੁਹਾਨੂੰ ਜੋ ਆਪਣੇ ਜਨਰਲ ਵੋਕੈਬ ਹੈਗੀ ਹੈ, ਇਹ ਤੁਹਾਨੂੰ ਹੁਣ ਇੱਕ ਵਾਰੀ ਮੱਥਾ ਮਾਰ ਕੇ ਹੀ ਕਰਨੀ ਪੈਣੀ ਆ। ਮੈਂ ਤੁਹਾਨੂੰ ਇੱਥੇ ਇੱਕ ਵਰਡ ਦੱਸਦਾ, ਬੜਾ ਹੀ ਕਾਮਨ ਵਰਡ ਆ ਤੇ ਜ਼ਿਆਦਾਤਰ ਸਟੂਡੈਂਟਸ ਨੂੰ ਰੀਡਿੰਗ ਦੇ ਵਿੱਚੋਂ ਇੰਨਾ ਜ਼ਿਆਦਾ ਉਹ ਵਰਤਦੇ ਆ ਇਹ ਚੀਜ਼ਾਂ ਨੂੰ, ਤੇ ਸਟੂਡੈਂਟਸ ਨੂੰ ਕਈ ਵਾਰੀ ਚੀਜ਼ਾਂ ਪਤਾ ਨਹੀਂ ਹੁੰਦੀਆਂ। ਹਾਂਜੀ, ਕਮਰਸ਼ੀਅਲੀ ਵਰਡ, ਕਮਰਸ਼ੀਅਲੀ, ਇਹ ਕਮਰਸ਼ੀਅਲੀ ਵਰਡ ਕਿੰਨਾ ਜ਼ਿਆਦਾ ਯੂਜ਼ ਹੁੰਦਾ। ਵਰਡ ਮੈਂ ਲਿਖਣ ਲੱਗਾ ਜੀ ਰੈਪਲੀਕੇਟ, ਰੈਪਲੀਕੇਟ ਵਰਡ ਕਿੰਨਾ ਜ਼ਿਆਦਾ ਯੂਜ਼ ਹੋਣ ਵਾਲਾ ਵਰਡ ਹੈ ਜੀ। ਇਮੀਟੇਟ, ਆਹ ਵਾਲੇ ਵਰਡ ਰੀਡਿੰਗ ਦੇ ਫੇਵਰੇਟ ਵਰਡ ਹੁੰਦੇ ਆ, ਜਿਹੜੀਆਂ ਛੋਟੀਆਂ ਚੀਜ਼ਾਂ ਨੂੰ ਘੁਮਾ ਦਿੰਦੇ ਆ। ਜਿਹੜੀ ਜਾਨੀ ਕਿ ਥੋੜੀ ਮੋਟੀ ਜਨਰਲ ਵੋਕੈਬ ਹੈਗੀ ਆ ਨਾ, ਉਹ ਤਾਂ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਯਾਦ ਰੱਖਣੀ ਵੀ ਪੈਣੀ ਹੈ। ਬਾਕੀ ਡੋਂਟ ਵਰੀ, ਮੈਂ ਤੁਹਾਨੂੰ ਇਹ ਵੀ ਚੀਜ਼ ਸਾਰੀ ਹੁਣੀ ਦੱਸਦਾ, ਘਬਰਾਓ ਨਾ ਕਿਸੇ ਵੀ ਚੀਜ਼ ਤੋਂ। ਆਪਾਂ ਹੁਣ ਤੱਕ ਜਿਹੜੀ ਗੱਲ ਕੀਤੀ ਹੈ ਉਹ ਸਿਰਫ ਇੱਕ ਸਟ੍ਰੈਟਜੀ ਦੀ ਗੱਲ ਕੀਤੀ ਹੈ ਕਿ ਤੁਸੀਂ ਡੇਲੀ ਬੇਸਿਸ ਤੇ 2 ਪੈਸੇਜ ਜਿਹੜੇ ਹੈਗੇ ਆ ਜੀ ਉਹ ਤੁਸੀਂ ਟ੍ਰਾਂਸਲੇਟ ਕਰਨੇ ਆ, ਚਾਹੇ ਤੁਹਾਨੂੰ ਘੰਟਾ ਲੱਗੇ, ਚਾਹੇ ਤੁਹਾਨੂੰ ਅੱਧਾ ਘੰਟਾ ਲੱਗੇ, ਚਾਹੇ ਤੁਹਾਨੂੰ 1.5 ਘੰਟਾ ਲੱਗੇ। ਓਕੇ, ਪਹਿਲੇ ਨੰਬਰ ਤੇ ਆਪਣੇ ਹੋਗੇ 2 ਪੈਸੇਜ ਹਰ ਰੋਜ਼ ਟ੍ਰਾਂਸਲੇਟ ਕਰਨੇ ਆ। ਦੂਸਰੇ ਨੰਬਰ ਤੇ ਜੇ ਮੈਂ ਤੁਹਾਨੂੰ ਚੀਜ਼ ਦੱਸਾਂ ਤਾਂ ਜੀ ਰੀਡਿੰਗ ਜਿਹੜੀ ਆਪਣੀ ਹੁੰਦੀ ਹੈ ਨਾ, ਉਹ ਇੱਕ ਹੀ ਚੀਜ਼ ਤੇ ਖੜੀ ਹੁੰਦੀ ਹੈ। ਜੇ ਤੁਹਾਡੀ ਟ੍ਰਾਂਸਲੇਸ਼ਨ ਤੇਜ਼ ਹੋ ਗਈ, ਬਾਅਦ ਚੋਂ ਸੈਕੰਡ ਸਟੈਪ ਕੀ ਆ, ਹਮੇਸ਼ਾ ਯਾਦ ਰੱਖਿਓ ਕਿ ਰੀਡਿੰਗ ਆਪਣੀ ਪੈਰਾਫਰੇਜ਼ ਤੇ ਖੜੀ ਹੁੰਦੀ ਹੈ ਜੀ, ਪੈਰਾਫਰੇਜ਼ਿੰਗ ਸਕਿੱਲ।
ਜੀ ਪੈਰਾ ਓਕੇ ਪੈਰਾਫਰੇਜ਼ਿੰਗ ਸਕਿੱਲ। ਤੁਸੀਂ ਮੈਨੂੰ ਹੁਣ ਯੈਸ ਔਰ ਨੋ ਚ ਦੱਸਿਓ ਕਿ ਜਦੋਂ ਵੀ ਤੁਸੀਂ ਕੋਈ ਕੁਐਸਚਨ ਪੜ੍ਹਦੇ ਹੋ, ਕੁਐਸਚਨ ਦੇ ਵਿੱਚ ਜਿਹੜੇ ਵਰਡ ਲਿਖੇ ਪਏ ਹੁੰਦੇ ਆ ਜੀ, ਕੁਐਸਚਨ ਦੇ ਵਿੱਚ ਜਿਹੜੇ ਵਰਡ ਲਿਖੇ ਪਏ ਹੁੰਦੇ ਆ, ਮੰਨ ਕੇ ਲਓ 3 ਵਰਡ ਹੈ ਜੀ। ਅੱਛਾ, ਕੀ ਤੁਹਾਨੂੰ ਲੱਗਦਾ ਵੀ ਇਹ ਜਿਹੜੇ 3 ਦੇ 3 ਵਰਡ ਆ ਉਹ ਰੀਡਿੰਗ ਪੈਰੇ ਦੇ ਵਿੱਚ ਸੇਮ ਹੀ ਲਿਖ ਦਿੰਦੀ ਹੈ? ਯੈਸ ਔਰ ਨੋ ਜੀ? सर समटाइम नहीं सर। ਸਮ ਟਾਈਮ ਮੰਨ ਕੇ ਚਲੋ ਆਪਾਂ ਕਹ ਲਈਏ 30 ਹਨਾ, ਜਾਨੀ ਕਿ 30% ਚਾਂਸਸ ਹੈਗੇ ਵੀ ਉਹ ਸੇਮ ਲਿਖ ਦੂਗੀ। ਅੱਛਾ 70% ਚਾਂਸਸ ਹੈਗੇ ਕਿ ਰੀਡਿੰਗ ਇਹਨਾਂ ਨੂੰ ਸੇਮ ਲਿਖੂਗੀ? ਨਹੀਂ ਲਿਖ नहीं सर। ਸਾਰਿਆਂ ਨੇ ਮਿਊਟ ਉੱਪਰ ਲਾ ਲਓ। ਅੱਛਾ ਮੰਨ ਕੇ ਚੱਲੋ ਉਹ ਆਪਣੇ ਕੁਐਸਚਨ ਦੇ ਵਿੱਚ ਜਿਹੜੇ ਵਰਡ ਆ ਜੀ ਉਹਨਾਂ ਨੂੰ ਪੈਰੇ ਦੇ ਵਿੱਚ ਜਾ ਕੇ ਚੇਂਜ ਕਰਕੇ ਲਿਖਦੇ ਆ। ਮਤਲਬ ਕੀ ਹੁੰਦਾ? ਚੇਂਜ ਕਰਨ ਨੂੰ, ਕੋਈ ਵਰਡ ਨੂੰ ਉਧਰ ਜਾ ਕੇ ਚੇਂਜ ਕਰਕੇ ਲਿਖਣਾ ਬਟ ਉਹਦੀ ਸੈਂਸ ਨਾ ਚੇਂਜ ਹੋਣੀ, ਇਹ ਵਾਲੀ ਚੀਜ਼ ਨੂੰ ਇੰਗਲਿਸ਼ ਦੇ ਵਿੱਚ ਕਹਿੰਦੇ ਆ ਪੈਰਾਫਰੇਜ਼ਿੰਗ। ਯਾਨੀ ਕਿ ਰੀਡਿੰਗ ਚੱਲਦੀ ਪੈਰਾਫਰੇਜ਼ਿੰਗ ਤੇ ਹੈ ਜੀ। ਜੇ ਤੁਹਾਡੇ ਕੁਐਸਚਨ ਦੇ ਵਿੱਚ ਸਕਿੱਲ ਵਰਡ ਲਿਖਿਆ ਪਿਆ ਵਾ, ਤੁਸੀਂ ਪੈਰੇ ਦੇ ਵਿੱਚ ਜਾ ਕੇ ਦੇਖੋ ਸਕਿੱਲ ਲੱਭੀ ਜਾਂਦੇ ਹੋ। ਹਾਲਾਂਕਿ ਹੋ ਸਕਦਾ ਸਕਿੱਲ ਦਾ ਸਿਨੋਨਿਮ ਉੱਥੇ ਪਿਆ ਹੋਵੇ, ਉਹਨੂੰ ਤੁਸੀਂ ਵੇਖ ਕੇ ਛੱਡ ਜਾਵੋ। ਇੱਥੇ ਹੁਣ ਮੇਨ ਚੀਜ਼ ਇਹ ਹੈ ਕਿ ਟ੍ਰਾਂਸਲੇਸ਼ਨ ਦੇ ਨਾਲ ਨਾਲ ਤੁਹਾਡੀ ਪੈਰਾਫਰੇਜ਼ਿੰਗ ਸਕਿੱਲ ਵੀ ਤੇਜ਼ ਹੋਣੀ ਚਾਹੀਦੀ ਹੈ। ਤਾਂ ਦੇਖੋ ਨੈਚੁਰਲ ਜੀ ਗੱਲ ਹੈ ਜੀ, ਜੇ ਤੁਸੀਂ ਖੁਦ ਪੈਰਾਫਰੇਜ਼ਿੰਗ ਤੇ ਟੱਕਰਾਂ ਮਾਰਨੀਆਂ ਹੋਣ ਤਾਂ ਬਹੁਤ ਜ਼ਿਆਦਾ ਇਹ ਟਫ ਕੰਮ ਹੈ, ਬਹੁਤ ਜ਼ਿਆਦਾ। ਕਿਉਂਕਿ ਇੱਕ ਬੱਚਾ ਦੇਖੋ ਪਹਿਲਾਂ ਪੈਸੇਜ ਨੂੰ ਟ੍ਰਾਂਸਲੇਟ ਕਰੀ ਜਾਂਦਾ, ਹੁਣ ਉਹਨੂੰ ਪਤਾ ਨਹੀਂ ਲੱਗਣਾ ਕਿ ਮੈਂ ਹੁਣ ਜਾਣੀ ਕਿ ਪੈਰਾਫਰੇਜ਼ਿੰਗ ਚੀਜ਼ ਮੈਂ ਉਹਨੂੰ ਸਿੱਖਾਂ ਕਿਵੇਂ, ਕਿਵੇਂ ਡਿਵੈਲਪ ਕਰਾਂ। ਸੋ ਡੋਂਟ ਵਰੀ, ਹੁੰਦਾ ਹੀ ਮੈਂ ਤੁਹਾਨੂੰ ਇੱਕ ਸੋਰਸ ਦੱਸਣ ਲੱਗਾ ਵਾ, ਨੋਟ ਕਰ ਲਿਓ ਬਸ ਇਹ ਚੀਜ਼ਾਂ ਸਾਰੀਆਂ। ਅੱਜ ਆਪਾਂ ਜਸਟ ਪਲੈਨਿੰਗ ਕਰਨੀ ਹੈ ਕਿ ਤੁਹਾਡੀ ਅਪਰੋਚ ਕਿਵੇਂ ਹੋਣੀ ਚਾਹੀਦੀ ਹੈ। ਸੋ ਪਹਿਲਾ ਸੀਗਾ ਆਪਣਾ ਜੀ ਕਿ 2 ਪੈਸੇਜ ਟ੍ਰਾਂਸਲੇਟ ਕਰ ਲਓ, ਜੇ 2 ਨਹੀਂ ਕਰ ਸਕਦੇ 1 ਤਾਂ ਪੱਕਾ ਕਰਨਾ ਵਾ। ਦੂਸਰੇ ਨੰਬਰ ਤੇ ਆਪਾਂ ਡਿਵੈਲਪ ਕਰਨੀ ਆਪਣੀ ਪੈਰਾਫਰੇਜ਼ਿੰਗ ਸਕਿੱਲ, ਕਿ ਮੈਨੂੰ ਜੇ ਮੈਂ ਕੁਐਸਚਨ ਦੇ ਵਿੱਚ ਇੱਕ ਵਰਡ ਦੇਖਿਆ ਤਾਂ ਮੇਰੇ ਮਾਈਂਡ ਦੇ ਵਿੱਚ ਸਟਰਾਈਕ ਹੋਣਾ ਚਾਹੀਦਾ ਹੈ ਕਿ ਜੀ ਪੈਰੇ ਦੇ ਵਿੱਚ ਕੀ ਲਿਖਿਆ ਹੋ ਸਕਦਾ। ਇਦਾਂ ਦੇ ਵੀ ਆਪਣੇ ਕੋਲੇ ਸੋਰਸ ਤੇ ਹੈਗੇ ਆ ਨੈਟ ਦੇ ਉੱਪਰ ਕਿ ਜੋ ਆਪਾਂ ਨੂੰ ਇਹ ਵਾਲੀ ਚੀਜ਼ ਦੇ ਵਿੱਚ ਬਹੁਤ ਤੇਜ਼ ਕਰ ਦਿੰਦੇ ਆ ਜੀ। ਓਕੇ, ਮੈਂ ਤੁਹਾਡੇ ਸਾਹਮਣੇ ਸਕਰੀਨ ਸ਼ੋ ਕਰਨ ਲੱਗਾ ਜੀ। ਓਕੇ, ਤੇ ਮੈਨੂੰ ਯੈਸ ਔਰ ਨੋ ਦੱਸ ਦਿਓ ਜੀ ਕਿ ਤੁਹਾਨੂੰ ਸਕਰੀਨ ਸ਼ੋ ਹੋ ਰਹੀ ਹੈ ਜੀ? यस सर। ਓਕੇ ਜੀ, ਹਾਂਜੀ ਓਕੇ ਜੀ, ਹਾਂਜੀ ਜੀ। ਤਾਂ ਗੂਗਲ ਖੋਲੋ ਜੀ, ਗੂਗਲ ਆਪਾਂ ਖੋਲ ਲੈਣਾ ਵਾ, ਤੁਸੀਂ ਇਹ ਚੀਜ਼ ਚਾਹੇ ਨੋਟ ਕਰ ਲਓ। ਗੂਗਲ ਖੋਲ ਕੇ ਤੁਸੀਂ ਕੀ ਕਰਨਾ ਹੋਇਆ ਕਰੂਗਾ, ਤੁਸੀਂ ਇੱਥੇ ਲਿਖਣਾ ਵਾ ਕੈਮ 6, ਮੰਨ ਕੇ ਚਲੋ ਮੈਂ ਲਿਖਤਾ ਕੈਮ 6 ਟੈਸਟ 1 ਰੀਡਿੰਗ ਆਂਸਰਸ, ਆਹ ਵਾਲੀ ਚੀਜ਼ ਮੈਂ ਲਿਖਤੀ ਕੈਮ 6 ਟੈਸਟ 1 ਰੀਡਿੰਗ ਆਂਸਰਸ। ਇਹਦੇ ਵਿੱਚ ਜਦੋਂ ਮੈਂ ਇਹ ਵੈਬਸਾਈਟ ਖੋਲ ਲਈ ਜੀ, ਆ ਜਾਨੀ ਕਿ ਇੰਟਰਫੇਸ ਮੇਰੇ ਕੋਲੇ ਖੁੱਲਿਆ ਵਾ, ਤਾਂ ਤੁਸੀਂ ਵੈਬਸਾਈਟ ਕਿਹੜੀ ਸਿਲੈਕਟ ਕਰਨੀ ਆ, ਆ ਪਹਿਲੇ ਨੰਬਰ ਤੇ ਲਿਖੀ ਪਈ, ਇਹਨੂੰ ਨੋਟ ਕਰ ਲਓ, readingielts.com। ਆਹ ਵਾਲੀ ਵੈਬਸਾਈਟ ਹੈ ਜੀ ਤੁਹਾਡੀ, readingielts.com। ਮੈਂ ਤੁਹਾਨੂੰ ਦੱਸਦਾ ਕਿ ਇਹ ਵੈਬਸਾਈਟ ਤੇ ਕਿਉਂ ਜਾਣਾ, ਕਾਹਤੋਂ ਜਾਣਾ, ਇਹ ਸਾਰੀਆਂ ਚੀਜ਼ਾਂ ਦੀ ਇੰਪੋਰਟੈਂਸ ਆ ਖੁਦ ਦੀ। ਮੈਂ ਪਲੈਨਿੰਗ ਕਿਉਂ ਦੱਸ ਰਿਹਾ, ਕਿਉਂਕਿ ਉਹ ਚੀਜ਼ ਦਾ ਕੋਈ ਫਾਇਦਾ ਨਹੀਂ ਕਿ ਜੇ ਤੁਸੀਂ ਸਿਰਫ 6 ਤੋਂ 8 ਵਾਲੀ ਕਲਾਸ ਲਾਓ, ਤੁਹਾਨੂੰ ਆਪਣਾ ਟਾਈਮ ਯੂਟੀਲਾਈਜ਼ ਕਰਨਾ ਪੈਣਾ ਬਹੁਤ ਚੰਗੇ ਜਿਹੇ ਤਰੀਕੇ ਨਾਲ। ਇਹ ਸਭ ਤੋਂ ਸੌਖਾ ਸੋਰਸ ਆ। ਇਹ ਚੀਜ਼ ਨੂੰ ਤੁਸੀਂ ਚਾਹ ਪੀਂਦੇ ਹੋਏ ਵੀ ਕਰ ਸਕਦੇ ਹੋ, ਜ਼ਰੂਰੀ ਨਹੀਂ ਵੀ ਇਹਦੇ ਲਈ ਤੁਹਾਨੂੰ ਪੂਰਾ ਐਂਡ ਪਰਫੈਕਟ ਤਿਆਰ ਹੋ ਕੇ ਬੈਠਣਾ ਪੈਣਾ ਵਾ, ਕਾਪੀ ਪੈਨ ਚੱਕਣਾ ਪੈਣਾ ਵਾ। ਤੁਸੀਂ ਚਾਹ ਪੀ ਜਾਂਦੇ ਹੋ, ਤੁਸੀਂ ਆਹ ਚੀਜ਼ ਦੀ ਹੈਲਪ ਲੈ ਸਕਦੇ ਹੋ। ਤੇ ਤੁਸੀਂ ਪਹਿਲੇ ਨੰਬਰ ਤੇ ਜਿਹੜੀ ਵੈਬਸਾਈਟ ਆਪਣੇ ਖੁੱਲੀ ਆ ਉਹਦੇ ਤੇ ਓਕੇ ਕਰ ਦਿੰਦੇ ਆਪਾਂ, ਐਂਟਰ ਹੋਵਾਂਗੇ। ਆਪਾਂ ਜਾਨੀ ਕਿ ਡਿਵੈਲਪ ਕੀ ਕਰਨਾ, ਇੱਥੋਂ ਆਪਾਂ ਸਿੱਖਣਾ ਹੈ ਕਿ ਮੈਂ ਪੈਰਾਫਰੇਜ਼ਿੰਗ ਦੇ ਵਿੱਚ ਕਿਵੇਂ ਤੇਜ਼ ਹੋਵਾਂ। ਸੋ ਇਹਨਾਂ ਨੇ ਖੁਦ ਹੀ ਆਪਾਂ ਨੂੰ ਸਿਖਾਇਆ ਹੋਇਆ ਜੀ, ਇੱਥੇ ਆ ਚੀਜ਼ ਨੋਟ ਕਰਿਓ ਕਿ ਇਹ ਵੈਬਸਾਈਟ ਨੇ ਦੱਸਿਆ ਹੋਇਆ ਵਾ ਜੀ ਕਿ ਰੀਡਿੰਗ ਦੇ ਵਿੱਚ ਕੁਐਸਚਨ ਦੇ ਵਿੱਚ ਸਕਿੱਲਸ ਲਿਖਿਆ ਹੋਇਆ ਸੀਗਾ ਤੇ ਪੈਰੇ ਦੇ ਵਿੱਚ ਇਹਨਾਂ ਨੇ ਸਕਿੱਲਸ ਨੂੰ ਬਦਲ ਕੇ ਕੀ ਲਿਖਤਾ। ਅਜੀ ਨੋਟ ਕਰਿਓ, ਜਿਹਨੂੰ ਮੈਂ ਬਾਕਸ ਬਣਾਇਆ ਜਿਹਦੇ ਤੇ ਇਹਨਾਂ ਨੇ ਦੱਸਿਆ ਹੋਇਆ ਕਿ ਜੀ ਸਕਿੱਲਸ ਆ ਵਾਲਾ ਇੱਕ ਕੁਐਸਚਨ ਦੇ ਵਿੱਚ ਲਿਖਿਆ ਪਿਆ ਸੀਗਾ, ਤੇ ਇਸ ਸਕਿੱਲਸ ਨੂੰ ਉਹਨਾਂ ਨੇ ਪੈਰਾਗ੍ਰਾਫ ਦੇ ਵਿੱਚ ਕੀ ਲਿਖਤਾ, ਇਹਨਾਂ ਨੇ ਐਕਸਪਰਟਾਈਜ਼ ਲਿਖਤਾ। ਹੁਣ ਜਦੋਂ ਤੁਸੀਂ ਉਹ 3 ਲਾਈਨਾਂ ਨੂੰ ਟ੍ਰਾਂਸਲੇਟ ਕਰੀ ਜਾਂਦੇ ਹੋ, ਤੁਸੀਂ ਕਹੀ ਜਾਂਦੇ ਹੋ ਕਿ ਸਰ ਸਕਿੱਲਸ ਦੀ ਗੱਲ ਹੀ ਨਹੀਂ ਹੋਈ ਤਾਂ ਕਰਕੇ ਮੈਂ ਨੋਟ ਗਿਵਨ ਲਾਤਾ। ਐਕਚੁਅਲ ਦੇ ਵਿੱਚ ਸਕਿੱਲ ਦੀ ਗੱਲ ਹੋਈ ਆ, ਪਰ ਤੁਹਾਨੂੰ ਸਕਿੱਲਸ ਦਾ ਸਿਨੋਨਿਮ ਨਹੀਂ ਪਤਾ ਸੀਗਾ ਜੀ। ਤੇ ਜੇ ਹੁਣ ਤੁਸੀਂ ਨੀਚੇ ਜਾਓਗੇ, ਆਪਾਂ ਨੀਚੇ ਚੱਲਦੇ ਹਾਂ ਜੀ, ਆ ਪਹਿਲਾ ਕੁਐਸਚਨ ਸੀਗਾ, ਆ ਜਿਹੜਾ ਪਹਿਲਾ ਕੁਐਸਚਨ ਇਹ ਦੱਸ ਰਿਹਾ ਕਿ ਪਹਿਲੇ ਕੁਐਸਚਨ ਦੇ ਵਿੱਚ ਇਹਨਾਂ ਨੇ ਕੀ ਕੀਤਾ। ਦੂਸਰੇ ਕੁਐਸਚਨ ਵਿੱਚ ਜਾਓਗੇ ਜੀ, ਤਾਂ ਜੀ ਦੂਸਰੇ ਵਿੱਚ ਇਹਨਾਂ ਨੇ ਕਿਹਾ ਵਾ ਕਿ ਜੀ ਕੁਐਸਚਨ ਦੇ ਵਿੱਚ ਐਨਾਲਾਈਜ਼ ਲਿਖਿਆ ਪਿਆ ਸੀ, ਉਸੇ ਵਰਡ ਨੂੰ ਰੀਡਿੰਗ ਨੇ ਇਨਵੈਸਟੀਗੇਟ ਲਿਖਤਾ। ਆ ਇਹਨਾਂ ਨੇ ਦੂਸਰੇ ਕੁਐਸਚਨ ਦਾ ਇੱਕ ਸਿਨੋਨਿਮ ਲਿਖਿਆ ਪਿਆ ਜੀ। ਸੋਰਸ ਕਿਹੜਾ ਵਾ ਜੀ, ਕੈਂਬਰੇਜ ਦੀ ਬੁੱਕ ਆ, ਕੋਈ ਹਟ ਕੇ ਚੀਜ਼ ਨਹੀਂ ਕਰ ਰਹੇਗੇ, ਅਪ ਟੂ ਦਾ ਪੁਆਇੰਟ ਗੱਲ ਕਰਾਂਗੇ ਆਪਾਂ ਸਾਰੀ। ਤੀਸਰੇ ਕੁਐਸਚਨ ਤੇ ਜਾ ਕੇ ਤੁਹਾਨੂੰ ਹੋਰ ਚੀਜ਼ਾਂ
ਅਨਲੌਕ ਹੋਣਗੀਆਂ ਤੁਹਾਡੀਆਂ, ਜਾਣੀ ਕਿ ਕਈਆਂ 'ਚ ਨਹੀਂ ਵੀ ਦਿੱਤੇ ਹੁੰਦੇ। ਜਿਵੇਂ 4th ਕੁਐਸਚਨ ਦੇ ਉੱਪਰ ਦੇਖੋ, ਇੰਨੀਆਂ ਜ਼ਿਆਦਾ ਰੀਡਿੰਗਸ ਦੇ ਵਿੱਚ ਇਹਨਾਂ ਨੇ ਚੀਜ਼ ਕੀਤੀ ਆ, ਕਾਪੀ ਨੂੰ ਰੈਪਲੀਕੇਟ ਲਿਖ ਦਿੰਦੇ ਆ। ਹੁਣੀ ਮੈਂ ਇੱਕ ਵਰਡ ਲਿਖਿਆ ਸੀ ਰੈਪਲੀਕੇਟ, ਜਿਹਦਾ ਮਤਲਬ ਕੀ ਹੁੰਦਾ ਜੀ, ਕਾਪੀ ਕਰਨਾ। ਤਾਂ ਦੇਖੋ ਇਹਨਾਂ ਨੇ ਕਿਹਾ ਗਿਆ ਜੀ ਕਾਪੀ ਨੂੰ ਰੈਪਲੀਕੇਟ ਲਿਖਤਾ, ਜਾਂ ਰੀਪਰੋਡਿਊਸ ਵੀ ਕਹਿ ਦਿੰਦੇ ਆ। ਤੁਹਾਨੂੰ ਇੱਕ ਹੀ ਵਰਡ ਦੇ 3 ਸਿਨੋਨਿਮ ਇੱਥੇ ਦੇ ਰਹੀ ਆ ਇਹ ਵੈਬਸਾਈਟ ਜੀ। ਤਾਂ ਜਾਣੀ ਕਿ ਮੈਨੂੰ ਜੇ ਤੁਸੀਂ ਇਹ ਖੁਦ ਇਕੱਠੇ ਕਰਨੇ ਹੋਣ ਤਾਂ ਮੇਰੇ ਹਿਸਾਬ ਨਾਲ ਇੱਕ ਪਰਸਨ ਨੂੰ ਸਾਲ ਲੱਗ ਜੂਗਾ, ਕਿਉਂਕਿ ਉਹਨੂੰ ਬਹੁਤ ਜ਼ਿਆਦਾ ਸਟੱਡੀ ਕਰਨੀ ਪੈਣੀ ਆ। ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ ਕਿ ਆਇਲਸ ਨੂੰ ਕਰੈਕ ਕਰਨ ਦੇ ਲਈ ਤੁਹਾਨੂੰ ਸਮਾਰਟ ਵਰਕ ਬਹੁਤ ਜ਼ਿਆਦਾ ਕਰਨਾ ਪੈਣਾ ਜੀ। ਜਿੰਨਾ ਜ਼ਿਆਦਾ ਤੁਹਾਡਾ ਟਾਈਮ ਸੇਵ ਹੋ ਸਕੇ, ਜਿੰਨਾ ਟਾਈਮ ਤੁਹਾਡਾ ਚੰਗੇ ਪਾਸੇ ਯੂਟੀਲਾਈਜ਼ ਹੋ ਸਕੇ, ਉਨਾ ਜ਼ਿਆਦਾ ਟਰਾਈ ਕਰਨਾ। ਫਾਲਤੂ ਕੰਮ ਤੇ એનર્ਜੀ ਆਪਣੀ ਵੇਸਟ ਕਰਨੀ ਨਹੀਂਗੀ, ਕਿਉਂਕਿ ਉਹ ਚੀਜ਼ ਬੋਰ ਬਣਾ ਦਿੰਦੀ। ਹੁਣ ਤੁਸੀਂ ਚਾਹ ਪੀ ਜਾਂਦੇ ਹੋ, ਵੈਬਸਾਈਟ ਖੋਲੋ, ਇਹ ਵੈਬਸਾਈਟ ਤੋਂ ਪੜ੍ਹਨ ਲੱਗ ਜਾਓ ਕਿ ਜੀ ਕਾਪੀ ਨੂੰ ਰੈਪਲੀਕੇਟ ਕਿਹਾ, ਅੱਛਾ ਓਕੇ, ਯਾਨੀ ਕਿ ਰੀਪਰੋਡਿਊਸ ਕਿਹਾ। ਜੇ ਤੁਹਾਨੂੰ ਭੁੱਲ ਵੀ ਗਿਆ ਤਾਂ ਡੋਂਟ ਵਰੀ, ਕਿਉਂਕਿ 2-3 ਦਿਨਾਂ ਬਾਅਦ ਤੁਸੀਂ ਵੈਬਸਾਈਟ ਫਿਰ ਓਪਨ ਕਰ ਲੈਣੀ ਹੈ। ਹਮੇਸ਼ਾ ਯਾਦ ਰੱਖਿਓ ਕਿ ਵਰਡ ਯਾਦ ਕਿਵੇਂ ਰਹਿੰਦੇ ਆ। ਕਈਆਂ ਸਟੂਡੈਂਟ ਦਾ ਕੁਐਸਚਨ ਹੁੰਦਾ ਕਿ ਸਰ ਵੋਕੈਬ ਕਿਵੇਂ ਯਾਦ ਰੱਖੀਏ। ਵੋਕੈਬ ਦਾ ਸਿਰਫ ਇੱਕ ਸਿੰਗਲ ਫਾਰਮੂਲਾ ਵਾ, ਰੈਪੀਟੀਸ਼ਨ। ਰੈਪੀਟੀਸ਼ਨ ਕਰੋਗੇ ਬ੍ਰੇਨ ਨੇ ਉਹਨਾਂ ਨੂੰ ਹੋਲਡ ਕਰ ਲੈਣਾ ਵਾ। ਜੇ ਮੈਂ ਤੁਹਾਨੂੰ ਨੰਬਰ ਲਿਖ ਦਵਾਂ ਨਾ, ਆਹ ਵਾਲਾ ਨੰਬਰ ਮੈਂ ਤੁਹਾਨੂੰ ਲਿਖ ਦਵਾਂ ਜੀ, ਆ ਦੇਖੋ ਆ ਨੰਬਰ ਮੈਂ ਤੁਹਾਨੂੰ ਲਿਖਤਾ ਜੀ। ਇਹ ਨੰਬਰ ਤੁਸੀਂ 2 ਵਾਰੀ ਜਸਟ ਰਿਪੀਟ ਕਰਨਾ ਵਾ, 2 ਤੋਂ ਵੱਧ ਨਹੀਂ ਕਰਨਾ। ਤੇ ਤੁਹਾਨੂੰ ਸਾਰਿਆਂ ਨੂੰ ਇਹ ਕੱਲ ਨੂੰ ਨੰਬਰ ਭੁੱਲ ਜਾਣਾ ਬਈ ਇਹ ਕੀ ਸੀਗਾ, ਕਿਉਂਕਿ 2 ਵਾਰੀ ਰਿਪੀਟ ਕੀਤਾ ਨਾ। ਆਪਣਾ ਬ੍ਰੇਨ ਇੰਨਾ ਸ਼ਾਰਪ ਨਹੀਂ ਹੋਇਆ ਕਿ ਏਡੇ ਵੱਡੇ ਨੰਬਰ ਨੂੰ ਜਸਟ 2 ਵਾਰੀ ਰਿਪੀਟ ਕਰਨ ਤੇ ਯਾਦ ਰੱਖੇ। ਜਿਹੜਾ ਸਟੂਡੈਂਟ ਨੇ ਇਹਨੂੰ ਕਮ ਸੇ ਕਮ 15 ਵਾਰੀ ਰਿਪੀਟ ਕਰ ਲਿਆ, ਜਿਹਨੇ ਉਹਦੀ ਪੋਸੀਬਿਲਿਟੀ ਉਹਨੂੰ ਇਹ ਕੱਲ ਨੂੰ ਸਾਰਾ ਬਣਿਆ ਤਨਿਆ ਨੰਬਰ ਚੇਤੇ ਹੋਊਗਾ ਜੀ। ਤਾਂ ਕਰਕੇ ਹਮੇਸ਼ਾ ਯਾਦ ਰੱਖਿਓ ਵੋਕੈਬਲਰੀ ਨੂੰ ਯਾਦ ਕਰਨ ਦਾ ਇੱਕ ਹੀ ਟ੍ਰਿਕ ਆ, ਰੈਪੀਟੀਸ਼ਨ। ਨੀਚੇ ਜਾਣਾ ਜੀ, ਮੈਂ ਇਹਦੇ ਨੀਚੇ ਜਾ ਕੇ ਓਕੇ ਜੀ, ਤਾਂ ਇਹਨਾਂ ਨੇ ਆ ਦੇਖੋ ਕਿੰਨੀ ਵਧੀਆ ਤਰੀਕੇ ਨਾਲ ਲਿਖਿਆ। ਕਹਿੰਦੇ ਜੀ ਇੱਕ ਪਾਸੇ ਲਿਖਿਆ ਪਿਆ ਸੀਗਾ ਫਾਈਨੈਂਸਿੰਗ, ਕੁਐਸਚਨ ਦੇ ਵਿੱਚ ਲਿਖਿਆ ਪਿਆ ਸੀਗਾ ਫਾਈਨੈਂਸਿੰਗ, ਤੇ ਉਸੇ ਚੀਜ਼ ਨੂੰ ਇਹਨਾਂ ਨੇ ਪੈਰੇ 'ਚ ਘੁਮਾ ਕੇ ਕੀ ਲਿਖਤਾ ਸੀਗਾ, ਯਾਨੀ ਕਿ ਫੰਡਡ ਸਪੋਰਟ, ਫੰਡਡ ਸਪੋਰਟ। ਤੇ ਉਦੋਂ ਉੱਪਰ ਹੀ ਜੀ ਇੱਕ ਪਾਸੇ ਲਿਖਿਆ ਪਿਆ ਵਾ ਸਪੋਰਟਸ ਮੈਨ ਐਂਡ ਵੂਮੈਨ, ਤੇ ਉਹ ਚੀਜ਼ ਨੂੰ ਇਕੱਠੀ ਕਰਕੇ ਆਪਾਂ ਨੂੰ ਯਾਨੀ ਕਿ ਪੈਰੇ 'ਚ ਕੀ ਮਿਲਿਆ ਸੀਗਾ, ਐਥਲੀਟਸ ਮਿਲਿਆ ਸੀਗਾ ਜੀ। ਨੀਚੇ ਜਾਓਗੇ ਜੀ, ਓਕੇ ਜੀ। ਤਾਂ ਹੁਣ ਤੁਸੀਂ ਕੀ ਕਰਿਆ ਕਰਨਾ, ਮੰਨ ਕੇ ਚਲੋ ਤੁਹਾਡਾ ਕੈਮ 6 ਟੈਸਟ 1 ਦੇ ਵਿੱਚੋਂ ਤੁਹਾਨੂੰ ਕਾਫੀ ਵਰਡ ਮਿਲੇ। ਇੱਥੇ ਇੱਕ ਚੀਜ਼ ਮੈਂ ਤੁਹਾਨੂੰ ਮੇਨ ਦੱਸਾਂ, ਕਈ ਵਾਰੀ ਇੱਕ ਸਟੂਡੈਂਟ ਇਹ ਕਹਿੰਦਾ ਹੁੰਦਾ ਕਿ ਸਰ ਸ਼ਾਇਦ ਤੁਹਾਨੂੰ ਇਹ ਚੀਜ਼ ਪਤਾ ਲੱਗ ਗਈ ਹੋਵੇ ਬਹੁਤ ਹੱਦ ਤੱਕ, ਤੁਹਾਡੇ ਵਿੱਚੋਂ ਕਈ ਸਟੂਡੈਂਟ ਨੇ ਇਹ ਮਾਈਂਡ ਚਲਾ ਲਿਆ ਹੋਣਾ ਵਾ ਜੀ। ਕਿਹੜਾ ਕਹਿ ਰਿਹਾ ਮੈਂ, ਧਿਆਨ ਨਾਲ ਸੁਣਿਓ। ਜਦੋਂ ਆਪਾਂ ਟਰਾਂਸਲੇਟ ਕਰਦੇ ਆ ਤਾਂ ਆਪਣਾ ਮੇਨ ਮੋਟਿਵ ਕੀ ਹੁੰਦਾ ਵਾ, 2 ਮੋਟਿਵ ਹੁੰਦੇ ਆ ਜੀ। ਇੱਕ ਤਾਂ ਹੁੰਦਾ ਰੀਡਿੰਗ ਦੀ ਕੰਪਲੈਕਸਿਟੀ ਨੂੰ ਸਮਝਣਾ ਥੋੜਾ ਜਿਹਾ, ਤੇ ਦੂਸਰੇ ਨੰਬਰ ਤੇ ਹੁੰਦਾ ਕਿ ਵੋਕੈਬ ਨੂੰ ਇੰਪਰੂਵ ਕਰਨਾ। ਆਹ 2 ਚੀਜ਼ਾਂ ਲਈ ਆਪਾਂ ਟਰਾਂਸਲੇਟ ਕਰਦੇ ਹੁੰਦੇ ਆ ਜੀ। ਟਰਾਂਸਲੇਸ਼ਨ ਮੈਂ ਤੁਹਾਨੂੰ ਪਹਿਲਾ ਸਟੈਪ ਤਾਂ ਕਿਹਾ ਸੀ ਤਾਂ ਕਿ ਇਹ 2 ਚੀਜ਼ਾਂ ਤੇ ਥੋੜਾ ਕਾਬੂ ਪਾ ਲਓ। ਹੁਣ ਤੁਹਾਡੇ ਵਿੱਚੋਂ ਕਈ ਸਟੂਡੈਂਟ ਨੂੰ ਪਤਾ ਲੱਗ ਗਿਆ ਹੋਣਾ ਕਿ ਜੇ ਮੇਰੀ ਟਰਾਂਸਲੇਸ਼ਨ ਇੱਕ ਦਿਨ ਦੇ ਵਿੱਚ ਮਿਸ ਹੁੰਦੀ ਆ ਤਾਂ ਕੋਈ ਚੱਕਰ ਨਹੀਂ, ਪਰ ਜਿਹੜੀ ਆ ਮੈਨੂੰ ਬਣੀ ਬਣਾਈ ਕੈਂਬਰਿਜ ਦੀ ਬੁੱਕਸ ਦੇ ਵਿੱਚੋਂ ਵੋਕੈਬਲਰੀ ਇਹ ਵੈਬਸਾਈਟ ਪ੍ਰੋਵਾਈਡ ਕਰ ਰਹੀ ਆ, ਉਹ ਵੀ ਵਿਦ ਸਿਨੋਨਿਮ, ਇਹ ਮੇਰੀ ਕਦੇ ਵੀ ਮਿਸ ਨਹੀਂ ਹੋਣੀ ਚਾਹੀਦੀ। ਯੈਸ ਔਰ ਨੋ ਬੋਲ ਕੇ ਦੱਸਿਓ ਮੈਨੂੰ, ਸਹੀ ਕਹਿ ਰਹੇ ਜੀ ਮੈਂ ਕਿ ਜੇ ਤੁਹਾਡੀ ਟਰਾਂਸਲੇਸ਼ਨ ਮਿਸ ਹੁੰਦੀ ਆ ਤਾਂ ਠੀਕ ਆ, ਬਟ ਤੁਹਾਨੂੰ ਇਹ ਵੈਬਸਾਈਟ ਤੋਂ ਪੈਰਾਫਰੇਜ਼ਿੰਗ ਤੁਹਾਨੂੰ ਹੁਣ ਪਤਾ ਲੱਗ ਰਿਹਾ ਕਿ ਜੀ ਕਿਵੇਂ ਇੱਕ ਵਰਡ ਨੂੰ ਘੁਮਾ ਕੇ ਕਿਵੇਂ ਲਿਖਦੇ ਆ, ਇਹ ਚੀਜ਼ ਤੁਹਾਡੀ ਕਦੇ ਵੀ ਮਿਸ ਨਹੀਂ ਹੋਣੀ ਚਾਹੀਦੀ। ਹੁਣ ਤੁਸੀਂ ਕੈਮ 6 ਟੈਸਟ 1 ਕਰ ਲਿਆ, ਬੈਕ ਆਓ ਤੁਸੀਂ, ਯਾਨੀ ਕਿ ਫਿਰ ਖੋਲੋ ਗੂਗਲ ਤੇ ਜਾ ਕੇ, ਜਿੱਥੇ ਤੁਸੀਂ ਟੈਸਟ 1 ਲਿਖਿਆ ਸੀਗਾ ਉਹਨੂੰ ਕੱਟ ਕੇ ਉਹਦੀ ਜਗ੍ਹਾ ਤੇ ਜੀ ਟੈਸਟ 2 ਕਰ ਦਿਓ ਜੀ, ਤੇ ਸੇਮ ਬਾਅਦ ਚੋਂ ਸਰਚ ਕਰ ਦਿਓ ਜੀ, ਤੇ ਵੈਬਸਾਈਟ ਇਹ ਸੇਮ ਹੀ ਖੁੱਲਣੀ ਆ। ਪਹਿਲੇ ਨੰਬਰ ਤੇ ਪਈ ਆ, ਹੋ ਸਕਦਾ ਕਿ ਦੂਜੇ ਤੀਜੇ ਨੰਬਰ ਤੇ ਜਾ ਵੜਵੇ, ਤਾਂ ਤੁਸੀਂ ਜੀ ਇਹਨੂੰ ਹੀ ਫਿਰ ਨੀਚੇ ਜਾ ਕੇ, ਕਈ ਟੈਸਟ ਦੀ ਵੋਕੈਬਲਰੀ ਨਹੀਂ ਵੀ ਹੁੰਦੀ, ਜੇ ਨਹੀਂ ਹੈਗੀ ਤਾਂ ਫਿਰ ਬੈਕ ਆ ਜਾਣਾ ਵਾ, ਫਿਰ ਉਹਨੂੰ ਦੇਖਣ ਲੱਗ ਜਾਣਾ ਜੀ। ਤਾਂ ਦੇਖੋ ਆਪਾਂ ਇੱਥੇ ਟੈਸਟ 2 ਖੋਲਿਆ ਜੀ, ਓਕੇ। ਆ ਦੇਖੋ ਰੇਲ ਨੈਟਵਰਕ ਨੂੰ ਕੀ ਲਿਖਿਆ ਇੱਥੇ, ਨੀਚੇ ਜਾਓਗੇ ਆ ਦੇਖੋ ਜੀ ਕਿੰਨਾ ਵਧੀਆ ਵਰਡ। ਕਈ ਇਹ ਪੋਸੀਬਿਲਿਟੀ ਹੈ ਕਿ ਸਾਰੇ ਸਟੂਡੈਂਟਾਂ ਨੂੰ ਇਹ ਚੀਜ਼ ਨਹੀਂ ਪਤਾ ਹੋਣੀਗੀ, ਤੁਹਾਡੇ ਵਿੱਚੋਂ ਬਹੁਤ ਜਣਾਂ ਨੂੰ ਇਹ ਚੀਜ਼ ਪਤਾ ਹੋਊਗੀ। ਐਕਸਲਰੇਟ ਇੱਕ ਬਹੁਤ ਨਾਰਮਲ ਜਿਹਾ ਵਰਡ ਆ, ਇਹਦਾ ਮਤਲਬ ਇਨਕਰੀਜ਼ ਹੋਣਾ। ਤਾਂ ਪਰ ਇੱਥੇ ਹਮੇਸ਼ਾ ਗੱਲ ਯਾਦ ਰੱਖਿਓ ਮੇਰੀ, ਰੀਡਿੰਗ ਕੀ ਕਰਦੀ ਹੈ, ਰੀਡਿੰਗ ਕੁਐਸਚਨ ਦੇ ਵਿੱਚ ਜਿੰਨੇ ਵੀ ਵਰਡ ਪਾਉਂਦੀ ਹੈ ਜੀ ਉਹਦਾ ਮਤਲਬ ਸਟੂਡੈਂਟਾਂ ਨੂੰ ਪਤਾ ਹੁੰਦਾ ਵਾ ਆਲਮੋਸਟ।
ਰੀਡਿੰਗ ਨੇ ਕੀ ਕਰਨਾ, ਇਹਨੇ ਇਨਕਰੀਜ਼ ਵਰਡ ਹਮੇਸ਼ਾ ਕੁਐਸਚਨ ਦੇ ਵਿੱਚ ਲਿਖਣਾ ਵਾ। ਕਿਉਂ? ਕਿਉਂਕਿ ਇਨਕਰੀਜ਼ ਵਰਡ ਦਾ ਸਾਰਿਆਂ ਨੂੰ ਮਤਲਬ ਪਤਾ ਵਾ ਜੀ, ਬਟ ਇਹਨਾਂ ਨੇ ਆਪਣੇ ਪੈਰੇ ਦੇ ਵਿੱਚ ਇਨਕਰੀਜ਼ ਨੂੰ ਇਨਕਰੀਜ਼ ਨਹੀਂ ਲਿਖਣਾ, ਉਹਦਾ ਇਹਨੇ ਉੱਧਰ ਚੱਕ ਕੇ ਸਿਨੋਨਿਮ ਲਿਖਣਾ ਜੀ, ਤਾਂ ਕਿ ਬੱਚੇ ਨੂੰ ਭੁਲੇਖਾ ਪਵੇ ਜੀ। ਐਕਸਰਲੇਟ ਲਿਖਿਆ ਦੇਖੋ ਪੈਰੇ ਦੇ ਵਿੱਚ ਉਹਨਾਂ ਨੇ। ਤੇ ਇਸੇ ਤਰ੍ਹਾਂ ਤੁਸੀਂ ਇਹ ਸੋਰਸ ਮੈਨੂੰ ਯੈਸ ਔਰ ਨੋ ਦੱਸ ਦਿਓ ਕਿ ਸਰ ਅਸੀਂ ਇਹ ਸੋਰਸ ਨੋਟ ਕਰ ਲਿਆ ਵਾ। ਨੋਟ ਕਰ ਲਿਆ ਜੀ ਸਾਰਿਆਂ ਨੇ? ਹਾਂਜੀ ਓਕੇ ਜੀ। ਆਹ ਵਾਲਾ Yes, sir. ਜਿਹੜਾ ਵਰਡ ਆ ਬਹੁਤ ਜ਼ਿਆਦਾ ਰੀਡਿੰਗਸ ਦੇ ਵਿੱਚ ਯੂਜ਼ ਕੀਤਾ ਵਾ, ਬਹੁਤ ਜ਼ਿਆਦਾ ਹੱਦ ਤੱਕ ਜੀ। ਕੋਰਿਲੇਸ਼ਨ ਨੂੰ ਹੀ ਲਿੰਕ ਕਹਿ ਦਿੰਦੇ ਆ ਜੀ। ਕੀ ਕਹਿੰਦੇ ਆ? ਬਹੁਤ ਜ਼ਿਆਦਾ ਕੁਐਸਚਨ ਦੇ ਵਿੱਚ ਜੀ ਬਹੁਤ ਵਾਰੀ ਇਹਨਾਂ ਨੇ ਕਿਹਾ ਜੀ ਕਿ ਆਹ ਵਾਲੀ ਚੀਜ਼ ਦਾ ਲਿੰਕ ਹੈਗਾ ਵਾ, ਕੁਐਸਚਨ ਦੇ ਵਿੱਚ ਵਰਡ ਲਿਖਿਆ ਹੁੰਦਾ ਲਿੰਕ। ਕੁਐਸਚਨ ਦੇ ਨੂੰ ਕਹਿੰਦੇ ਜੀ ਕਿ ਆ ਜਿਹੜਾ A ਆ ਇਹਦਾ B ਦੇ ਨਾਲ ਲਿੰਕ ਹੈਗਾ ਵਾ। ਹੁਣ ਇੱਥੇ ਲਿੰਕ ਵਰਡ ਆ, ਇਹਨੂੰ ਉੱਥੇ ਜਾਨੀ ਕਿ ਜੋ ਆਪਣਾ ਪੈਰਾਗ੍ਰਾਫ ਵਿੱਚ ਜਾ ਕੇ ਲਿਖ ਦਿੰਦੇ ਆ ਕੋਰਿਲੇਸ਼ਨ, ਤੇ ਬੱਚਾ ਲਿੰਕ ਵਰਡ ਹੀ ਉੱਥੇ ਲੱਭੀ ਜਾਂਦਾ ਰਹਿੰਦਾ ਜੀ। ਤੇ ਮੈਂ ਤੁਹਾਨੂੰ ਦੱਸਾਂ ਕਿ ਰੀਡਿੰਗ ਦੇ ਕੋਲੇ ਏਦਾਂ ਨਹੀਂ ਕਿ ਅਨਲਿਮਿਟਡ ਵਰਡ ਆ, ਰੀਡਿੰਗ ਦੇ ਕੋਲੇ ਵੀ ਬਹੁਤ ਲਿਮਿਟਡ ਜੇ ਵਰਡ ਆ। ਇਹ ਨਵੇਂ ਵਰਡ ਜਾਨੀ ਕਿ ਬਾਹਲੇ ਨਹੀਂ ਲੈ ਕੇ ਆਉਂਦੇ। ਹਮੇਸ਼ਾ ਯਾਦ ਰੱਖਿਓ ਕਿ ਜਦੋਂ ਤੁਸੀਂ ਟਰਾਂਸਲੇਸ਼ਨ ਕਰਨ ਲੱਗੇ, ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਬਹੁਤ ਕੰਮ ਦੀ, ਜੋ ਕਾਫੀ ਸਟੂਡੈਂਟਸ ਨੇ ਅੱਗੇ ਵੀ ਕੁਐਸਚਨ ਕੀਤਾ ਵਾ। ਕਹਿੰਦੇ ਸਰ ਅਸੀਂ ਟਰਾਂਸਲੇਟ ਕਰ ਰਹੇ ਹਾਂ ਬਟ ਵਰਡ ਸਾਨੂੰ ਨਵੇਂ ਮਿਲ ਰਹੇ ਆ, ਫਿਰ ਤਾਂ ਇਹ ਕਿਤੇ ਖਤਮ ਹੀ ਨਹੀਂ ਹੋਣਗੇ। ਇਹ ਕੁਐਸਚਨ ਕਾਫੀ ਵਾਰੀ ਸਟੂਡੈਂਟਸ ਨੇ ਪੁੱਛਿਆ ਕਿ ਸਰ ਅਸੀਂ ਟਰਾਂਸਲੇਸ਼ਨ ਕਰ ਰਹੇ ਹਾਂ ਬਟ ਇਹ ਵਰਡ ਤਾਂ ਕਿਤੇ ਜਾ ਕੇ ਖਤਮ ਹੀ ਨਹੀਂ ਹੋਣੇ। ਮੈਂ ਉਹਨਾਂ ਨੂੰ ਕਹਿਣਾ ਹੁੰਦਾ ਕਿ ਜਿਹੜੇ ਫਾਲਤੂ ਵਰਡ ਹੁੰਦੇ ਆ ਉਹ ਰਿਪੀਟ ਨਹੀਂ ਹੁੰਦੇਗੇ, ਬਟ ਜਿਹੜੀਆਂ ਐਂ ਕੰਮ ਦੀਆਂ ਚੀਜ਼ਾਂ ਹੁੰਦੀਆਂ ਵਾ ਉਹ ਇੱਕ ਲੈਵਲ ਤੇ ਜਾ ਕੇ ਸਟਾਪ ਹੋ ਜਾਂਦੀਆਂ ਵਾ ਤੇ ਬਾਅਦ ਚੋਂ ਡਿਕਲਾਈਨ ਹੋਣੀਆਂ ਸ਼ੁਰੂ ਹੋ ਜਾਂਦੀਆਂ। ਇੱਕ ਵਾਰੀ ਫੇਰ ਸਮਝਾਉਣਾ ਵਾ ਜੇ ਇਹ ਤੁਹਾਨੂੰ ਜਾਨੀ ਕਿ ਮੈਂ ਜੋ ਕਿਹਾ ਤੁਹਾਨੂੰ ਨਹੀਂ ਪਤਾ ਲੱਗਿਆ। ਮੈਂ ਕਹਿ ਰਿਹਾ ਜੀ ਤੁਸੀਂ ਟਰਾਂਸਲੇਸ਼ਨ ਕਰ ਰਹੇ ਹੋ, ਵੋਕੈਬ ਤੁਸੀਂ ਆਪਣੀ ਥੋੜੀ ਸਟਰੋਂਗ ਕਰਨਾ ਚਾਹੁੰਦੇ ਹੋ। ਤੁਸੀਂ ਜਦੋਂ ਰੀਡਿੰਗ ਟਰਾਂਸਲੇਟ ਕਰਨ ਜਾਨੀ ਕਿ ਲੱਗੋਗੇ ਤੁਹਾਨੂੰ ਬਹੁਤ ਵਰਡ ਨਵੇਂ ਮਿਲਣਗੇ। ਆ ਤੁਹਾਡਾ ਜੋ ਲਾਈਨ ਗ੍ਰਾਫ ਹੈ ਇਹ ਜਾਨੀ ਕਿ ਤਾਂ ਦੀ ਤਾਂ ਚੜੀ ਜਾਣਾ ਵਾ, ਬਟ ਇੱਕ ਲੈਵਲ ਤੇ ਜਾ ਕੇ ਜਿਹੜੇ ਤੁਸੀਂ ਹੁਣ ਪਿੱਛੇ ਆ ਵਰਡ ਡੇਲੀ ਬੇਸਿਸ ਤੇ ਪੜ੍ਹੇ ਆ, ਜੋ ਤੁਹਾਨੂੰ 15 ਦਿਨ ਲਗਾਤਾਰ ਟਰਾਂਸਲੇਟ ਕਰਦਿਆਂ ਨੂੰ ਹੋ ਗਏ, ਤੁਸੀਂ ਇਹ ਚੀਜ਼ ਨੋਟ ਕਰੋਗੇ ਕਿ ਹੁਣ ਜਿਹੜੀਆਂ ਮੈਂ ਪਿਛਲੀਆਂ ਰੀਡਿੰਗਾਂ ਦੇ ਵਿੱਚ ਵਰਡ ਦੇਖੇ ਸੀਗੇ, ਹੁਣ ਸਾਰੇ ਵਰਡ ਆਹ ਵਾਲੀ ਰੀਡਿੰਗ ਦੇ ਵਿੱਚ ਹੀ ਰਿਪੀਟ ਹੋਈ ਜਾਂਦੇ ਆ। ਪਹਿਲਾਂ ਲਾਈਨ ਗ੍ਰਾਫ ਹਮੇਸ਼ਾ ਉੱਪਰ ਨੂੰ ਜਾਊਗਾ ਕਿਉਂਕਿ ਵੋਕੈਬ ਤੁਹਾਡੇ ਕੋਲੇ ਹਜੇ ਇੰਨੀ ਜ਼ਿਆਦਾ ਹੈ ਨਹੀਂਗੀ। ਇੱਕ ਸਿਖਰ ਤੇ ਜਾ ਕੇ ਇਹ ਚੀਜ਼ ਡਿਕਲਾਈਨ ਹੋਣੀ ਸ਼ੁਰੂ ਹੋ ਜਾਣੀ ਹੈ ਜੀ। ਤੁਸੀਂ ਇੱਕ ਰੀਡਿੰਗ ਦੇ ਵਿੱਚ ਦੇਖਿਆ ਕਿ ਰੈਪਲੀਕੇਟ ਵਰਡ ਲਿਖਿਆ ਪਿਆ ਵਾ, ਤੁਹਾਨੂੰ ਇਹਦਾ ਪਹਿਲੇ ਦਿਨ ਮਤਲਬ ਪਤਾ ਲੱਗ ਗਿਆ ਜੀ। ਰੈਪਲੀਕੇਟ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਕਾਪੀ ਕਰਨਾ। ਬਾਅਦ ਚੋਂ 4-5 ਦਿਨਾਂ ਬਾਅਦ ਫਿਰ ਇੱਕ ਰੀਡਿੰਗ ਦੇ ਵਿੱਚ ਰੈਪਲੀਕੇਟ ਵਰਡ ਆਈ ਪਿਆ ਹੋਊਗਾ। ਇਹ ਚੀਜ਼ ਨਾਲ ਤੁਹਾਡਾ ਕੌਨਫੀਡੈਂਸ ਵੀ ਥੋੜਾ ਅਰੇਜ਼ ਹੋਊਗਾ ਕਿ ਹਾਂ ਜੋ ਮੈਂ ਪਿਛਲੇ ਵਰਡ ਹੁਣ ਮੈਂ ਦੇਖੇ ਆ ਇਹ ਮੇਰੀ ਹੁਣ ਟਰਾਂਸਲੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰੀ ਜਾਂਦੇ ਆ। ਲੱਗ ਗਿਆ ਪਤਾ ਹੀ ਯੈਸ ਔਰ ਨੋ? ਦੋਵਾਂ ਚੀਜ਼ਾਂ ਦੀ ਹਲੇ ਆਪਾਂ ਗੱਲ ਕੀਤੀ ਆ। ਹਾਂਜੀ। ਓਕੇ ਹਾਂਜੀ ਓਕੇ ਜੀ। ਸੋ ਰੀਡਿੰਗ ਦੀ ਪਲੈਨਿੰਗ ਜੋ ਹੈਗੀ ਆ, ਪਹਿਲੇ ਨੰਬਰ ਤੇ ਆਪਣੀ ਜੀ ਟਰਾਂਸਲੇਸ਼ਨ ਹੋਗੀ, ਤਾਂ ਦੂਸਰੇ ਨੰਬਰ ਤੇ ਆਪਣੀ ਜੋ ਚੀਜ਼ ਹੋਗੀ ਜੀ ਉਹ ਆਪਣੀ ਹੋਗੀ ਕਿ ਪੈਰਾਫਰੇਜ਼ਿੰਗ ਸਕਿੱਲ। ਦੋਨਾਂ ਦੇ ਮੈਂ ਤੁਹਾਨੂੰ ਸੋਰਸ ਦੱਸਦੇ ਜੀ, ਮਿਨੀ ਆਇਲਸ ਤੇ ਆ ਮੈਂ ਤੁਹਾਨੂੰ ਇੱਕ ਵੈਬਸਾਈਟ ਦੱਸਦੀ readingiles.com। ਆ ਤੁਹਾਡਾ ਨੀ ਕਿ ਟੀ ਟਾਈਮ ਵੀ ਹੋ ਸਕਦਾ। ਆ ਕੰਮ ਇੰਨਾ ਜ਼ਿਆਦਾ ਸੌਖਾ ਵਾ, ਬਟ ਇਹ ਚੀਜ਼ ਰਿਜ਼ਲਟ ਕਿੰਨੀ ਜ਼ਿਆਦਾ ਲੈ ਕੇ ਆਉਂਦਾ ਵਾ ਉਹ ਤੁਸੀਂ ਸੋਚ ਨਹੀਂ ਸਕਦੇ। ਬਹੁਤ ਜ਼ਿਆਦਾ ਇੰਪਰੂਵਮੈਂਟ ਕਰੂਗੇ। ਆਹ ਚੀਜ਼ਾਂ ਤੁਹਾਡੀਆਂ ਡੇਲੀ ਬੇਸਿਸ ਤੇ ਪਾਰਟ ਹੋਣਾ ਚਾਹੀਦਾ। ਜੇ ਮੈਂ ਤੁਹਾਨੂੰ ਦੱਸਾਂ ਤਾਂ ਇਹ ਆਉਂਦੀਆਂ ਮਿਹਨਤ ਦੇ ਵਿੱਚ ਜੀ, ਇਹ ਤੁਹਾਡਾ ਥੋੜਾ ਜਿਹਾ ਹਾਰਡ ਵਰਕ ਆ। ਇਹ ਜਿਹੜੀਆਂ ਦੋ ਚੀਜ਼ਾਂ ਹੈਗੀਆਂ ਇਹ ਤੁਹਾਡਾ ਹਾਰਡ ਵਰਕ ਆ। ਤੇ ਮੈਂ ਤੁਹਾਨੂੰ ਦੱਸਾਂ ਕਿ ਰੀਡਿੰਗ ਦੇ ਵਿੱਚੋਂ 6.5 ਤੇ 7 ਆ ਦੋ ਚੀਜ਼ਾਂ ਹੀ ਮਿਲ ਕੇ ਦਵਾ ਦਿੰਦੀਆਂ ਤੁਹਾਨੂੰ। ਤੀਜੀ ਚੀਜ਼ ਕੋਲੇ ਕੋਈ ਜਾਣ ਦੀ ਲੋੜ ਨਹੀਂ ਪੈਂਦੀ। ਤੀਜੇ ਨੰਬਰ ਤੇ ਇੱਕ ਹੀ ਚੀਜ਼ ਬਚਦੀ ਹੈ ਜੀ, ਜੋ ਹੈਗਾ ਟ੍ਰਿਕਸ। ਟ੍ਰਿਕਸ ਦਾ ਵੀ ਬਹੁਤ ਜ਼ਿਆਦਾ ਫਾਇਦਾ ਵਾ ਆਪਣਾ ਹੀ। ਜਿੱਥੇ ਟ੍ਰਿਕ ਨੇ ਕੰਮ ਕਰਨਾ ਵਾ ਉੱਥੇ ਟ੍ਰਿਕ ਨੇ ਕੰਮ ਕਰਨਾ ਵਾ। ਅੰਡਰਸਟੈਂਡਿੰਗ ਤਾਂ ਚਲੋ ਚਾਹੀਦੀ ਹੋਈ ਆ। ਸੋ ਟ੍ਰਿਕ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਕਿ ਜੀ ਹਰ ਇੱਕ ਟਾਈਪ ਨੂੰ ਲੈ ਕੇ ਜੋ ਟ੍ਰਿਕਸ ਹੁੰਦੀਆਂ ਵਾ ਉਹ ਵੱਖਰੀਆਂ ਹੁੰਦੀਆਂ ਵਾ। ਸੋ ਅੱਜ ਆਪਾਂ ਥੋੜਾ ਜਿਹਾ ਜੇ ਗੱਲ ਕਰਦੇ ਹਾਂ ਤਾਂ ਆਪਾਂ ਟਰੂ ਫਾਲਸ ਤੇ ਗੱਲ ਕਰਨੀ ਇੱਥੇ। ਹਾਂਜੀ ਓਕੇ ਹਾਂਜੀ। ਸੋ ਆਪਾਂ ਜੀ ਇੱਥੇ ਟਰੂ ਫਾਲਸ ਤੇ ਨੋਟ ਗਿਵਨ ਦੇ ਉੱਪਰ ਗੱਲ ਕਰਨ ਲੱਗੇ। ਦੇਖੋ ਟਰੂ ਫਾਲਸ ਨੋਟ ਗਿਵਨ ਨੂੰ ਮੈਂ ਹਮੇਸ਼ਾ ਮੰਨਦਾ ਹੁੰਦਾ ਇਹ ਇੱਕ ਤਰ੍ਹਾਂ ਦੀ ਤੁਸੀਂ ਇਹਨੂੰ ਯਾਨੀ ਕਿ ਪਜ਼ਲ ਕਹਿ ਸਕਦੇ ਹੋ। ਪਜ਼ਲ ਕਿਉਂ ਕਹਿ ਰਿਹਾ ਵਾਂ ਕਿ ਮੈਨੂੰ ਤੁਸੀਂ ਯੈਸ ਔਰ ਨੋ ਦੱਸੋ ਕਿ ਦੇ ਵਿੱਚ ਕਹਿੰਦੇ ਜੀ ਆਹ ਚੀਜ਼ ਉਹਨੇ ਪਹਿਲਾਂ ਹੀ ਕਰਤੀ ਸੀਗੀ, ਉੱਧਰ ਜਾ ਕੇ ਹੋਰ ਹੀ ਗੱਲਾਂ ਕਰਨ ਲੱਗ ਜਾਂਦੇ ਆ। ਏਦਾਂ ਹੀ ਹੁੰਦਾ ਨਾ। ਹਾਂਜੀ। ਜੋ ਲੈਂਗੁਏਜ ਕਹੀ ਜਾਂਦੇ ਹੁੰਦੇ ਆ ਉਹ ਇੱਕ ਦੂਜੇ ਨੂੰ ਘੁਮਾਉਣ ਵਾਲੀ ਹੁੰਦੀ ਹੈ ਜੀ ਲੈਂਗੁਏਜ।
कई स्टूडेंट्स का लिंक नहीं हो रहा ना। हाँ जी, चलो देखते हैं जी। हाँ जी, ਉਹ ਕਹਿੰਦਾ ਕੀ ਹੈ ਜੀ, ਜੋ ਟਰੂ ਫਾਲਸ ਹੁੰਦੇ ਉਹ ਪਜ਼ਲ ਹੁੰਦੇ, ਬਟ ਆਪਾਂ ਇੱਥੇ ਖਾਸ ਲੈਵਲ ਦੀਆਂ ਟ੍ਰਿਕਸ ਥੋੜੀਆਂ ਜਿਹੀਆਂ ਆਪਾਂ ਇੱਥੇ ਡਿਸਕਸ ਕਰਾਂਗੇ, ਉਹਨਾਂ ਨੂੰ ਨੋਟ ਕਰਿਓ। ਟ੍ਰਿਕ ਦਾ ਮਤਲਬ ਕੀ ਹੁੰਦਾ ਜੀ? ਸਟੂਡੈਂਟ ਇਹ ਚੀਜ਼ ਨੂੰ ਹਮੇਸ਼ਾ ਹਾਂਜੀ ਚਲੋ ਦੇਖੋ ਟ੍ਰਿਕ ਯੂਜ਼ ਕਿੱਥੇ ਹੁੰਦੀ ਆ। ਪਹਿਲੀ ਗੱਲ ਤਾਂ ਜੀ ਕਿ ਆਪਾਂ ਕਿਹੜੀ ਸਟੂਡੈਂਟ ਨੂੰ ਟ੍ਰਿਕਸ ਵਗੈਰਾ ਦੱਸਦੇ ਆ ਕਾਫੀ ਜ਼ਿਆਦਾ ਕਿ ਤੂੰ ਆਹ ਵਾਲੀ ਚੀਜ਼ ਨੂੰ ਯਾਦ ਰੱਖ। ਮੋਸਟਲੀ ਕੇਸਿਸ ਦੇ ਵਿੱਚ ਹੁੰਦਾ ਕੀ ਆ, ਜਦੋਂ ਉਹ ਬੱਚਾ ਰੀਡਿੰਗ ਕਰੀ ਜਾਂਦਾ ਉਹ ਟਾਈਮ ਤੇ ਉਹਨੂੰ ਕੋਈ ਵੀ ਟ੍ਰਿਕ ਨਹੀਂ ਯਾਦ ਨਹੀਂ ਹੁੰਦੀ ਉਹਦੇ ਮਾਈਂਡ ਦੇ ਵਿੱਚ, ਉਦੋਂ ਕਿਤੇ ਹੋਰ ਹੀ ਗਵਾਚਿਆ ਹੁੰਦਾ, ਰੀਡਿੰਗ ਦੇ ਵਿੱਚ ਹੀ ਲੋਸਟ ਹੋ ਜਾਂਦਾ। ਉਦੋਂ ਉਹਦੇ ਸਾਹਮਣੇ ਕੋਈ ਦੁਨੀਆ ਦੀ ਚੀਜ਼ ਕੰਮ ਹੀ ਨਹੀਂ ਕਰਦੀ ਕਿ ਮੇਰੇ ਟ੍ਰੇਨਰ ਨੇ ਮੈਨੂੰ ਆਹ ਚੀਜ਼ ਕਹੀ ਸੀਗੀ ਜਾਂ ਆਹ ਮੈਂ ਕੱਲ ਚੀਜ਼ ਨੋਟ ਕਰਕੇ ਹਟਿਆ ਵਾਂ, ਯੈਸ ਔਰ ਨੋ। ਇਦਾਂ ਹੁੰਦਾ ਨਾ ਕਦੇ ਰੀਡਿੰਗ ਕਰੀ ਜਾਂਦੇ ਹੋ ਟ੍ਰਿਕ ਕੋਈ ਯਾਦ ਹੀ ਨਹੀਂ ਰਹਿੰਦੀ ਤੁਹਾਨੂੰ, ਵੀ ਹੁਣ ਮੈਂ ਕੀ ਕਰਾਂ ਕੀ ਨਹੀਂ। ਇਹ ਵਾਲੀ ਚੀਜ਼ ਨਹੀਂ ਕਰਨੀ ਜੀ। ਟ੍ਰਿਕ ਨੇ ਕੰਮ ਫੇਰ ਹੀ ਕਰਨਾ ਵਾ ਜੇ ਤੁਸੀਂ ਉਹਨਾਂ ਨੂੰ ਆਪਣੇ ਮਾਈਂਡ ਦੇ ਵਿੱਚ ਰੱਖੋਗੇ ਤਾਂ ਜੀ, ਕਿਉਂਕਿ ਇਹ ਚੀਜ਼ਾਂ ਨੂੰ ਆਪਾਂ ਕੋਈ ਮਿਹਨਤ ਨਹੀਂ ਕਹਿ ਸਕਦੇ, ਜ਼ਿਆਦਾਤਰ ਇਹ ਯਾਦ ਰੱਖਣ ਵਾਲੀਆਂ ਚੀਜ਼ਾਂ ਹੁੰਦੀਆਂ ਜਿਹਨੂੰ ਤੁਸੀਂ ਮੰਨ ਕੇ ਲੋ ਰੋਟ ਲਰਨਿੰਗ ਕਹਿ ਦਿੰਦੇ ਆ। ਕੁਝ ਕੁ ਚੀਜ਼ਾਂ ਰੱਟਾ ਲਾਉਣ ਵਾਲੀਆਂ ਹੁੰਦੀਆਂ ਵਾ ਇਹਦੇ ਵਿੱਚ, ਹੁਣੀ ਦੱਸਦੇ ਆਪਾਂ, ਡੋਂਟ ਵਰੀ। ਤਾਂ ਦੇਖੋ ਜੋ ਟਰੂ ਫਾਲਸ ਨੋਟ ਗਿਵਨ ਹੁੰਦੇ ਆ ਜੀ, ਹਮੇਸ਼ਾ ਉਹ ਕੀਵਰਡ ਦੇ ਉੱਪਰ ਕੰਮ ਕਰਦੇ ਹੁੰਦੇ ਆ ਜੀ। ਇੱਥੇ ਇੱਕ ਚੀਜ਼ ਨੋਟ ਕਰ ਲਿਓ, ਟਰੂ ਫਾਲਸ ਨੋਟ ਗਿਵਨ ਦੀ ਗੱਲ ਕਰਨ ਲੱਗੇ ਆ, ਇਹ ਜੀ ਕੀਵਰਡਸ ਦੇ ਉੱਪਰ ਕੰਮ ਕਰਦੇ ਹੁੰਦੇ ਆ ਜੀ। ਕੀ ਹੁੰਦਾ ਕੀਵਰਡਸ, ਕਿਵੇਂ ਹੇਰਾਫੇਰੀ ਕਰਦੇ ਆ, ਸਾਰੀ ਚੀਜ਼ ਹੁਣੀ ਦੱਸੂਗਾ ਤੁਹਾਨੂੰ, ਡੋਂਟ ਵਰੀ। ਕੀਵਰਡਸ ਦੇ ਉੱਪਰ ਕੰਮ ਕਰਦੇ ਆ ਜੀ। ਕੀਵਰਡਸ ਉਹ ਜੇ ਚੇਂਜ ਹੋ ਜਾਣ, ਆਨਸਰ ਜਿਹੜਾ ਉਹ ਬਣਿਆ ਤਨਿਆ ਚੇਂਜ ਹੋ ਜਾਂਦਾ ਜੀ। ਕਿਵੇਂ ਕਹਿ ਰਹੇ ਹਾਂ, ਧਿਆਨ ਰੱਖਿਓ ਇੱਧਰ। ਹਾਂਜੀ, ਇੱਥੇ ਮੈਂ ਕੁਝ ਇੱਕ ਵਰਡ ਰੱਖੂੰਗਾ ਜੀ। ਪਹਿਲੇ ਨੰਬਰ ਤੇ ਮੈਂ ਕੀਵਰਡ ਲਿਖਣ ਲੱਗਾ, ਟਰੂ ਫਾਲਸ ਨੋਟ ਗਿਵਨ ਦੀਆਂ ਗੱਲਾਂ ਦੱਸਣ ਲੱਗਾ। ਕੁਝ ਇੱਕ ਕੀਵਰਡਸ ਨਾਮ ਲਿਖਣ ਲੱਗਾ ਜੀ ਮੈਂ ਇਹਨਾਂ ਦੇ, all, every, many, each, still, now, only, merely, often, already, after, before, superlative degree, फिर कंपैरेटिव डिग्री, ਤੇ ਫਿਰ ਆਪਾਂ ਇਹਦੇ ਵਿੱਚ ਕੁਝ ਜਿਵੇਂ ਫਸਟ, ਹਾਂਜੀ ਆਹ ਵਾਲੇ ਜੀ ਕੀਵਰਡ। ਹਾਂਜੀ ਗੱਲ ਕਰਦੇ ਇਹਨਾਂ ਬਾਰੇ ਥੋੜੀ। ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਜੀ, ਜੋ ਟਰੂ ਫਾਲਸ ਨੋਟ ਗਿਵਨ ਹੁੰਦੇ ਆ ਉਹ ਇੱਕ ਤਰ੍ਹਾਂ ਦੀ ਪਜ਼ਲ ਹੁੰਦੀ ਹੈ ਜੀ। ਉਹਦੇ ਵਿੱਚ ਇੱਕ ਵਰਡ ਹੀ ਜਿਹੜਾ ਹੁੰਦਾ ਆਨਸਰ ਤੁਹਾਡਾ ਉਹ ਚੇਂਜ ਕਰ ਦਿੰਦਾ। ਕਿਵੇਂ? ਹੁਣ ਆਪਾਂ ਇਹਨਾਂ ਨੂੰ ਕਰਦੇ ਹਾਂ। ਓਕੇ, ਮੰਨ ਕੇ ਚਲੋ ਤੁਹਾਨੂੰ ਕੁਐਸਚਨ ਦੇ ਵਿੱਚ ਉਹਨਾਂ ਨੇ ਇੱਧਰ ਤੁਹਾਡਾ ਜੀ ਕੁਐਸਚਨ ਆ ਜੀ, ਠੀਕ ਹੈ ਜੀ, ਇੱਧਰ ਕੁਐਸਚਨ ਆ ਤੁਹਾਡਾ, ਤੁਹਾਨੂੰ ਕੁਐਸਚਨ ਦੇ ਵਿੱਚ ਕਿਹਾ ਜੀ, ਉਹਨਾਂ ਨੇ ਕਿਹਾ ਜੀ all subjects were told to carry। ਸਰ ਜੁਆਇਨ ਨਹੀਂ ਹੋ ਰਿਹਾ ਕੰਪਲੀਟ। ਜੁਆਇਨ ਨਹੀਂ ਹੋ ਰਿਹਾ, ਫੋਰ ਐਗਜ਼ਾਮਪਲ ਕੀ ਕਹਿ ਰਹੇ ਹੋ ਤੁਸੀਂ? ਵਿਜ਼ੀਬਲ ਹੈ ਨਾ ਸਾਰਿਆਂ ਨੂੰ ਜੀ, ਸਕਰੀਨ ਸਾਰਿਆਂ ਨੂੰ ਵਿਜ਼ੀਬਲ ਹੈ ਨਾ? ਯੈਸ ਸਰ। ਸਕਰੀਨ ਸਾਰਿਆਂ ਨੂੰ ਵਿਜ਼ੀਬਲ ਹੈ ਨਾ? ਯੈਸ ਸਰ ਨੂੰ? ਜੀ ਸਰ ਵਿਜ਼ੀਬਲ ਹੈ। ਓਕੇ ਜੀ, ਠੀਕ ਹੈ ਜੀ। ਤਾਂ ਦੇਖੋ ਤੁਹਾਨੂੰ ਕੁਐਸਚਨ ਦੇ ਵਿੱਚ ਇੱਕ ਜੀ, ਇੱਕ ਮੈਂ ਕੁਐਸਚਨ ਪਾਇਆ ਤੇ all subjects were told to carry their tablets। ਸਾਰੇ ਸਬਜੈਕਟਸ ਨੂੰ ਕਿਹਾ ਗਿਆ ਸੀਗਾ ਵੀ ਉਹ ਆਪਣੀਆਂ ਟੈਬਲੇਟਸ ਆ ਜਿਹੜੀਆਂ ਉਹ ਕੈਰੀ ਕਰ ਲੈਣ ਜੀ। ਤੁਸੀਂ ਉਧਰ ਪੈਸੇਜ ਦੇ ਉੱਪਰ ਗਏ ਜੀ, ਪੈਸੇਜ ਦੇ ਵਿੱਚ ਉਹਨਾਂ ਨੇ ਬਣਿਆ ਤਣਿਆ ਸਾਰੀ ਇਹ ਲਾਈਨ ਲਿਖੀ ਪਈ ਹੈ ਜੀ। ਸਬਜੈਕਟਸ ਨੂੰ ਉਹਨਾਂ ਨੇ ਕੀ ਲਿਖ ਲਿਆ? ਸਬਜੈਕਟਸ ਕੌਣ ਹੁੰਦੇ ਆ? ਜਿਨ੍ਹਾਂ ਤੇ ਐਕਸਪੈਰੀਮੈਂਟ ਵਗੈਰਾ ਕਰਨਾ ਹੁੰਦਾ ਆਪਾਂ, ਇਹ ਆਪਣੇ ਮੈਥ ਸਾਇੰਸ ਉਹ ਵਾਲੇ ਸਬਜੈਕਟਸ ਨੇਗੇ। ਪੈਰਾਫਰੇਜ਼ਿੰਗ ਇਹਨਾਂ ਨੇ ਕਰ ਦੇਣੀ, ਸਬਜੈਕਟਸ ਨੂੰ ਇਹਨਾਂ ਨੇ ਵੋਲੰਟਰੀਅਰਸ ਲਿਖ ਦੇਣਾ ਵਾ। ਆਹ ਸਾਰੀ ਇਹਨਾਂ ਨੇ ਵਰ ਨੂੰ ਚਲੋ ਵਰ ਰੱਖਣਗੇ, ਟੋਲਡ ਨੂੰ ਇਹਨਾਂ ਨੇ ਉਧਰ ਜਾਣੀ ਕਿ ਬਦਲ ਦੇਣਾ ਜੀ, ਕੈਰੀ ਨੂੰ ਬਦਲ ਦੇਣਾ ਜੀ ਕੀਪ ਵਿਦ them, ਇਦਾਂ ਦੀ ਲੈਂਗੁਏਜ ਲਿਖ ਦੇਣੀ, ਟੋਟਲੀ ਇਹਨਾਂ ਨੇ ਬਦਲ ਦੇਣੀ ਚੀਜ਼ ਜੀ। ਬਟ ਇਹਨਾਂ ਨੇ ਕੀ ਕੀਤਾ ਜੀ, ਇਹਨਾਂ ਨੇ ਵੋਲੰਟਰੀਅਰਸ ਦੇ ਮੂਹਰੇ ਕੀ ਲਿਖਿਆ ਜੀ? ਇਹਨਾਂ ਨੇ ਵੋਲੰਟੀਅਰ ਦੇ ਮੂਹਰੇ ਲਿਖਤਾ most of the volunteers
who were suffering from, ਇੱਥੇ ਕੋਈ ਵੀ ਚੀਜ਼ ਲਿਖੀ ਹੋ ਸਕਦੀ ਹੈ, ਮੰਨ ਕੇ ਲਓ ਯਾਨੀ ਕਿ ਟਿਊਬਰਕਲੋਸਿਸ, ਇੱਥੇ ਲਿਖਤਾ। ਤੁਹਾਨੂੰ ਕੁਐਸਚਨ ਦੇ ਵਿੱਚ ਕੀ ਆ ਜੀ, ਕੁਐਸਚਨ ਸਮਝੋ। ਕੁਐਸਚਨ ਕਹਿੰਦੇ ਜੀ ਸਾਰੇ ਸਬਜੈਕਟਸ ਨੂੰ ਕਿਹਾ ਗਿਆ ਸੀਗਾ ਬਈ ਉਹ ਆਪਣੀਆਂ ਟੈਬਲੇਟਸ ਨਾਲ ਰੱਖ ਲੈਣ, ਨਾਲ ਲੈ ਕੇ ਆਉਣ। ਤੇ ਉਧਰੋਂ ਤੁਸੀਂ ਪੈਰੇ ਦੇ ਉੱਪਰ ਗਏ, ਪੈਰੇ ਉੱਪਰ ਤੁਹਾਨੂੰ ਕਹੀ ਜਾਂਦੇ ਆ ਕਿ ਜੀ ਜ਼ਿਆਦਾਤਰ ਵਲੰਟੀਅਰਸ ਜਿਹੜੇ ਟਿਊਬਰਕਲੋਸਿਸ ਤੋਂ ਸਫਰ ਕਰ ਰਹੇ ਆ ਉਹਨਾਂ ਨੂੰ ਕਿਹਾ ਗਿਆ ਸੀ ਉਹ ਆਪਣੀਆਂ ਟੈਬਲੇਟਸ ਨਾਲ ਰੱਖਣ ਜੀ। ਇੱਕ ਪਾਸੇ ਆਲ ਲਿਖਿਆ ਪਿਆ ਜੀ, ਇੱਕ ਪਾਸੇ ਲਿਖਿਆ ਪਿਆ ਜੀ ਮੋਸਟ। ਦੇਖੋ ਆਲ ਦਾ ਮਤਲਬ ਹੁੰਦਾ 100 ਦੇ 100, ਜੇ 100 ਚੀਜ਼ਾਂ ਵਾ ਤਾਂ ਸਮਝ ਲਓ 100 ਆ। ਤੇ ਮੋਸਟ ਦਾ ਮਤਲਬ ਕੀ ਹੁੰਦਾ ਜੀ, ਮੋਸਟ ਦਾ ਮਤਲਬ ਜੀ 100 ਨਹੀਂ ਹੁੰਦੀਆਂ, ਚਾਹੇ 99 ਹੋ ਸਕਦੀਆਂ ਵਾ, ਬਟ ਇੱਕ ਤਾਂ ਵਿੱਚੋਂ ਬਾਹਰ ਚੀਜ਼ ਜਾਊਗੀ ਹੋਈ, ਕਿਉਂਕਿ ਮੋਸਟ ਦਾ ਮਤਲਬ ਹੁੰਦਾ ਜ਼ਿਆਦਾਤਰ, ਨਾ ਕਿ ਸਾਰੇ। ਤਾਂ ਦੇਖੋ ਇੱਥੇ ਚੀਜ਼ ਕੰਮ ਕਿਹੜੀ ਕਰ ਰਹੀ ਆ, ਐਕਚੁਅਲ ਇਸ ਵਿੱਚ ਤਾਂ ਵਰਡ ਹੀ ਕੰਮ ਕਰ ਰਿਹਾ ਜੀ। ਇਦਾਂ ਦੇ ਇਹ ਹੁੰਦੇ ਕੀਵਰਡਸ। ਇਦਾਂ ਦੀਆਂ ਚੀਜ਼ਾਂ ਦਾ ਟਰੂ ਫਾਲਸ ਦੇ ਵਿੱਚ ਪੜ੍ਹਦਿਆਂ ਸਾਰ ਹੀ ਧਿਆਨ ਰੱਖਿਆ ਜਾਂਦਾ ਜੀ, ਕਿਉਂਕਿ ਇਹ ਚੀਜ਼ਾਂ ਸਿੱਧਾ ਹੀ ਫਾਲਸ ਤੋਂ ਟਰੂ ਬਣਾ ਦਿੰਦੀਆਂ। ਇੱਥੇ ਲੈਂਗੁਏਜ ਜ਼ਿਆਦਾ ਕੰਮ ਕਰਦੀ ਨਹੀਂ ਦੇਖੀ ਗਈ, ਇਹ ਗੱਲ ਹਮੇਸ਼ਾ ਯਾਦ ਰੱਖਿਓ। ਅੰਡਰਸਟੈਂਡਿੰਗ ਤੁਸੀਂ ਹੋ ਗਈ, ਤੁਹਾਨੂੰ ਤੁਹਾਡਾ ਅੰਡਰਸਟੈਂਡਿੰਗ ਤੁਹਾਨੂੰ ਕੰਪਲੀਟਲੀ ਹੋ ਗਈ। ਤੁਹਾਨੂੰ ਟ੍ਰਾਂਸਲੇਸ਼ਨ, ਤੁਸੀਂ ਟ੍ਰਾਂਸਲੇਟ ਕੁਐਸਚਨ ਵੀ ਕਰ ਲਿਆ ਸੀ, ਤੁਸੀਂ ਪੈਰਾ ਵੀ ਕਰ ਲਿਆ ਸੀ। ਮੇਨ ਚੀਜ਼ ਡਿੱਕਾ ਕਿਹਨੇ ਪਾਇਆ, ਡਿੱਕਾ ਪਾਇਆ ਤੁਸੀਂ। ਆਹ ਚੀਜ਼ ਦਾ ਧਿਆਨ ਹੀ ਰੱਖਿਆ ਤੁਸੀਂ, ਬਾਕੀ ਸਾਰੀਆਂ ਚੀਜ਼ਾਂ ਪੜ੍ਹੀ ਜਾਂਦੇ ਹੋ, ਇਹਨਾਂ ਨੂੰ ਤੁਸੀਂ ਵੈਸੇ ਹੀ ਵੇਖਿਆ, ਅਣਦੇਖਾ ਜਿਹਾ ਕਰਤਾ। ਹੁਣ ਤੁਸੀਂ ਬਾਕੀ ਨੂੰ ਵੇਖ ਕੇ ਸਾਰਿਆਂ ਨੂੰ ਟਰੂ ਲਾਈ ਜਾਂਦੇ ਹੋ ਕਿ ਬਿਲਕੁਲ ਸਰ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਉਹ ਟੈਬਲੇਟ ਆਪਣੇ ਨਾਲ ਰੱਖਣ, ਬਟ ਇੱਥੇ ਜੀ ਆਨਸਰ ਫਾਲਸ ਹੋ ਗਿਆ, ਕਿਉਂਕਿ ਉਹ ਸਾਰਿਆਂ ਨੂੰ ਨਹੀਂ ਕਹਿ ਰਹੇ, ਉਹਨਾਂ ਨੂੰ ਕਹਿ ਰਹੇ ਆ ਜਿਹੜੇ ਟਿਊਬਰਕਲੋਸਿਸ ਤੋਂ ਸਫਰ ਹੋ ਰਹੇ, ਨਾ ਕਿ ਸਾਰਿਆਂ ਨੂੰ। ਤਾਂ ਇਹ ਹੁੰਦੇ ਆ ਜੀ ਕੀਵਰਡ। ਇਦਾਂ ਦੇ ਕੀਵਰਡ ਆ, ਸਾਰੇ ਕੰਮ ਕਰਦੇ ਆ। 1 by 1 ਆਪਾਂ ਇਹਨਾਂ ਨੂੰ 30 ਸੈਕਿੰਡ ਦੇ ਵਿੱਚ ਸਾਰਾ ਇੱਕ ਇੱਕ ਤੇ ਆਪਾਂ ਗੱਲ ਕਰਾਂਗੇ। ਉਦੋਂ ਪਹਿਲਾਂ ਮੈਂ ਚੈੱਕ ਕਰ ਲਵਾਂ, ਕੁਝ ਸਟੂਡੈਂਟ ਗਰੁੱਪ 'ਚ ਕਹਿ ਰਹੇ ਕਿ ਐਡ ਨਹੀਂ ਹੋ ਰਿਹਾ ਉਹਨਾਂ ਦਾ। ਪ੍ਰੋਬਲਮ ਆ ਰਹੀ ਹੈ, ਬਾਕੀ ਸਾਰੇ ਐਡ ਹੈਗੇ ਆ ਨਾ ਬੱਚੇ ਵਿੱਚ। ਜ਼ੂਮ ਐਪ ਤੇ ਚੱਲਦੇ ਨੇ ਬਾਅਦ। ਸਾਰਿਆਂ ਬੱਚਿਆਂ ਨੂੰ ਆਵਾਜ਼ ਸੁਣ ਰਹੀ ਹੈ ਜੀ? ਹਾਂਜੀ ਸਰ। ਓਕੇ ਜੀ। ਇਹਨਾਂ ਕਈ ਵਾਰੀ ਨੈਟਵਰਕ ਪ੍ਰੋਬਲਮ ਤੁਹਾਡੇ ਵੱਲੋਂ ਹੁੰਦੀ ਆ, ਉਹ ਚੀਜ਼ ਦਾ ਹੋ ਜਾਂਦਾ, ਕਿਉਂਕਿ ਮੇਰੇ ਕੋਲ ਇੱਧਰ ਵਾਈਫਾਈ ਆ, ਮੇਰੇ ਯਾਨੀ ਕਿ ਬਹੁਤ ਰੇਅਰ ਚਾਂਸ ਆ ਕਿ ਕਨੈਕਸ਼ਨ ਕੱਟ ਹੋਊਗਾ। ਉਹ ਕੀਵਰਡ ਦਾ ਸਾਰਿਆਂ ਨੇ ਸਕਰੀਨਸ਼ਾਟ ਵਗੈਰਾ ਮਾਰ ਲਿਆ ਸੀ, ਦੇਖ ਲਿਆ ਸੀ ਉਹ ਕੀਵਰਡ ਤੁਸੀਂ? ਹਾਂਜੀ ਸਰ। ਓਕੇ ਜੀ। ਹਾਂਜੀ ਚਲੋ ਜੀ, ਚੱਲਦੇ ਆਪਾਂ ਉਹਦੇ ਤੇ ਫਿਰ। ਹਾਂਜੀ ਜੀ ਚਲੋ ਜੀ। ਤਾਂ ਕੀਵਰਡਸ ਤੇ ਨਿਗਾਹ ਮਾਰਦੇ ਆ ਮਿੰਟੋ ਮਿੰਟ ਹੀ। ਮੈਂ ਤੁਹਾਨੂੰ ਇੱਕ ਇੱਥੇ ਸ਼ੋਅ ਕਰਕੇ ਦਿਖਾਇਆ ਕਿ ਆਲ ਤੇ ਮੋਸਟ ਕਿਵੇਂ ਇੱਕ ਦੂਸਰੇ ਨੂੰ ਕੰਟਰਾਡਿਕਟ ਕਰਦੇ ਜੀ। ਇਸੇ ਤਰ੍ਹਾਂ ਹੀ ਇਹ ਚੀਜ਼ ਹਮੇਸ਼ਾ ਹੁੰਦੀ ਹੈ ਜੀ। ਕੁਐਸਚਨ ਦੇ ਵਿੱਚ ਉਹਨਾਂ ਦਾ ਸਟਿਲ ਵਰਡ ਲਿਖਿਆ ਪਿਆ ਹੁੰਦਾ ਵਾ, ਬਟ ਪੈਰੇ 'ਚ ਜਾ ਕੇ ਦੇਖ ਲਈਏ ਤਾਂ ਪ੍ਰੈਜ਼ੈਂਟ ਦੀ ਗੱਲ ਹੋਈ ਹੋਈ ਨਹੀਂ ਹੁੰਦੀ, ਇਹ ਜ਼ਿਆਦਾਤਰ ਨਾਟ ਗਿਵਨ ਹੋ ਜਾਂਦਾ ਹੁੰਦਾ। ਇੱਕ ਜਿਹੜਾ ਉਹ ਵੈਸੇ ਹੀ ਹਰ ਇੱਕ ਰੀਡਿੰਗ ਦੇ ਵਿੱਚ ਕਿਤੇ ਨਾ ਕਿਤੇ ਟਰੂ ਫਾਲਸ ਦੇ ਵਿੱਚ ਵਰਡ ਲਿਖਿਆ ਪਿਆ ਹੁੰਦਾ ਜੀ, ਓਨਲੀ ਯੈਸ ਔਰ ਨੋ। ਆ ਵਰਡ ਲਿਖਿਆ ਪਿਆ ਹੁੰਦਾ ਟਰੂ ਫਾਲਸ ਦੇ ਵਿੱਚ, ਓਨਲੀ। ਹਾਂਜੀ। ਤੁਹਾਨੂੰ ਕੁਐਸਚਨ ਦੇ ਵਿੱਚ ਉਹ ਕਹੀ ਜਾਂਦੇ ਆ ਕਿ ਜੀ ਜਿਹੜੀ ਟੀ ਆ, ਟੀ ਵਾਜ਼ ਗਰੋਨ ਓਨਲੀ ਇਨ ਆਸਟ੍ਰੇਲੀਆ, ਓਨਲੀ ਇਨ ਆਸਟ੍ਰੇਲੀਆ। ਕਿ ਜੀ ਜੋ ਟੀ ਆ ਉਹ ਸਿਰਫ ਆਸਟ੍ਰੇਲੀਆ ਦੇ ਵਿੱਚ ਹੀ ਗਰੋਨ ਹੁੰਦੀ ਸੀਗੀ, ਜਾਂ ਜਾਣੀ ਕਿ ਪ੍ਰੋਡਿਊਸ ਕੀਤੀ ਜਾਂਦੀ ਸੀ। ਤੁਸੀਂ ਉਧਰ ਪੈਰੇ ਦੇ ਉੱਪਰ ਗਏ ਜੀ, ਪੈਰੇ ਦੇ ਵਿੱਚ ਕੀ ਕੀਤਾ ਪਿਆ ਵਾ, ਉਹਨਾਂ ਦੀਆਂ ਕੰਟਰੀਆਂ ਲਿਖੀਆਂ ਪਈਆਂ ਕਿ ਜੀ ਜੋ ਟੀ ਹੁੰਦੀ ਸੀਗੀ ਉਹ ਆਸਟ੍ਰੇਲੀਆ ਦੇ ਨਾਲ ਨਾਲ ਕੈਨੇਡਾ, ਇਹ ਤੁਹਾਨੂੰ ਲਿਖਤਾ ਕਿ ਜੀ ਕੈਨੇਡਾ ਤੇ ਜਾਪਾਨ ਦੇ ਵਿੱਚ ਯਾਨੀ ਕਿ ਪ੍ਰੋਡਿਊਸ ਹੁੰਦੀ ਸੀਗੀ। ਆਨਸਰ ਕੀ ਹੋ ਗਿਆ ਜੀ ਇਹਦਾ? ਆਨਸਰ ਇਹਦਾ ਫਾਲਸ ਹੋ ਗਿਆ ਜੀ। ਯੈਸ ਔਰ ਨੋ? ਫਾਲਸ ਹੋ ਗਿਆ ਜੀ ਆਨਸਰ ਇਹਦਾ, ਕਿਉਂਕਿ ਸਿਰਫ ਆਸਟ੍ਰੇਲੀਆ ਵਿੱਚ ਨਹੀਂ ਨਾ ਹੈ। ਠੀਕ ਹੈ ਜੀ। ਹੁਣ ਧਿਆਨ ਦੇਖਿਓ, ਏਦਾਂ ਨਹੀਂ ਕਿ ਮੈਂ ਸੌਖੇ ਲੈਵਲ ਦਾ ਚੱਕਿਆ, ਹੁਣ ਮੈਂ ਓਨਲੀ ਵਰਡ ਕੱਟਣ ਲੱਗਾ ਵਾਂ ਕਿ ਕਿਉਂ ਮੈਂ ਇਹਦਾ ਜ਼ਿਕਰ ਕੀਤਾ ਵਰਡ ਦਾ। ਹੁਣ ਇਹਨਾਂ ਨੇ ਕਹਿਤਾ ਜੀ ਟੀ ਆ ਜਿਹੜੀ ਉਹ ਆਸਟ੍ਰੇਲੀਆ ਦੇ ਵਿੱਚ ਗਰੋਨ ਕੀਤੀ ਜਾਂਦੀ ਹੁੰਦੀ ਸੀਗੀ। ਤੁਸੀਂ ਪੈਰੇ ਦੇ ਉੱਪਰ ਗਏ ਜੀ, ਤੁਸੀਂ ਦੇਖਿਆ ਜੀ ਜਿਹੜੀ ਟੀ ਆ ਉਹ ਆਸਟ੍ਰੇਲੀਆ 'ਚ ਹੁੰਦੀ ਸੀ, ਕੈਨੇਡਾ 'ਚ ਹੁੰਦੀ ਸੀ, ਜਾਪਾਨ ਦੇ ਵਿੱਚ ਹੁੰਦੀ ਸੀ। ਕੁਐਸਚਨ ਕਹਿ ਰਿਹਾ ਜੀ ਆਸਟ੍ਰੇਲੀਆ ਦੇ ਵਿੱਚ ਹੁੰਦੀ ਸੀ। ਬਿਲਕੁਲ ਆਸਟ੍ਰੇਲੀਆ ਦੇ ਵਿੱਚ ਹੁੰਦੀ ਤਾਂ ਸੀ ਨਾ, ਤੇ ਹੁਣ ਇਹ ਟਰੂ ਬਣ ਗਿਆ ਜੀ। ਹੁਣ ਕੁਐਸਚਨ ਏਦਾਂ ਥੋੜੀ ਕਹਿ ਰਿਹਾ ਕਿ ਸਿਰਫ ਆਸਟ੍ਰੇਲੀਆ, ਹੁਣ ਕੁਐਸਚਨ ਸਿਰਫ ਏਦਾਂ ਕਹਿ ਰਿਹਾ ਕਿ ਜੀ ਟੀ ਆਸਟ੍ਰੇਲੀਆ ਦੇ ਵਿੱਚ ਗਰੋਨ ਕੀਤੀ ਜਾਂਦੀ ਹੁੰਦੀ ਸੀ। ਤੁਸੀਂ ਗਏ ਜੀ,
ਤੁਸੀਂ ਪਹਿਰੇ ਤੇ ਗਏ, ਉੱਥੇ ਲਿਖਿਆ ਪਿਆ ਜੀ ਆਸਟ੍ਰੇਲੀਆ, ਕੈਨੇਡਾ ਤੇ ਜਾਪਾਨ। ਮੈਂ ਤੁਹਾਨੂੰ ਕਹਿ ਰਿਹਾ ਕਿ ਵੀ ਕੀ ਉਹ ਲਿਸਟ ਵਿੱਚ ਆਸਟ੍ਰੇਲੀਆ ਹੈ? ਤੁਸੀਂ ਕਹਿ ਰਹੇ ਹੋ ਹਾਂਜੀ ਸਰ ਹੈਗਾ ਵਾ, ਇਹਦਾ ਮਤਲਬ ਇਹ ਟਰੂ ਹੋ ਗਿਆ ਜੀ। ਇਹਦੇ ਮੂਹਰੇ ਵਰਡ ਲਾ ਦਿਓ ਓਨਲੀ, ਕਿ ਜੀ ਟੀ ਸਿਰਫ ਆਸਟ੍ਰੇਲੀਆ ਚ ਗਰੋਨ ਹੁੰਦੀ ਸੀਗੀ। ਤੁਸੀਂ ਉੱਧਰ ਗਏ, ਤੁਸੀਂ ਕਹਿ ਰਹੇ ਹੋ ਕਿ ਸਰ ਨਹੀਂ ਉਦੋਂ ਤਾਂ 3 ਕੰਟਰੀਆਂ ਪਈਆਂ, ਹੁਣ ਇਹ ਫਾਲਸ ਹੋ ਗਿਆ। ਇਹਦਾ ਮਤਲਬ ਤੁਹਾਨੂੰ ਪਤਾ ਲੱਗ ਗਿਆ ਕਿ ਆਹ ਕੀਵਰਡ ਨੂੰ ਲਾਉਣ ਨਾਲ ਤੇ ਹਟਾਉਣ ਦੇ ਨਾਲ ਕੀ ਹੁੰਦਾ ਵਾ। ਯੈਸ ਔਰ ਨੋ? ਯੈਸ ਸਰ। ਸਾਰਿਆਂ ਨੂੰ ਪਤਾ ਲੱਗ ਗਿਆ ਜੀ। ਯੈਸ ਸਰ। ਇਹ ਚੀਜ਼ਾਂ ਤੁਹਾਡੀ ਟ੍ਰਾਂਸਲੇਸ਼ਨ ਅੰਡਰਸਟੈਂਡਿੰਗ, ਹੁਣ ਨੋ ਮੈਟਰ ਕਿ ਤੁਹਾਨੂੰ ਅੰਡਰਸਟੈਂਡਿੰਗ ਸਾਰੀ ਹੋਗੀ। ਹੁਣ ਕਈ ਬੱਚੇ ਕਹਿੰਦੇ ਹੁੰਦੇ ਕਿ ਸਰ ਮੈਨੂੰ ਸਾਰਾ ਸਮਝ ਆਉਂਦਾ ਹੁੰਦਾ ਵੀ ਕੀ ਲਿਖਿਆ ਪਿਆ, ਪਰ ਆਹ ਵਾਲੀ ਚੀਜ਼ ਨਹੀਂ ਸਮਝ ਆਉਂਦੀ ਹੁੰਦੀ। ਸਮਝ ਲਓ ਫਿਰ ਜੇ ਟ੍ਰਾਂਸਲੇਸ਼ਨ ਹੋ ਰਹੀ ਆ ਤਾਂ ਸਮਝ ਲਓ ਫਿਰ ਤੁਹਾਨੂੰ ਆ ਨਿੱਕੀਆਂ ਨਿੱਕੀਆਂ ਚੀਜ਼ਾਂ 'ਚ ਮਾੜੀ ਜੀ ਲੈਕ ਆ, ਕਿਉਂਕਿ ਜਦੋਂ ਹੀ ਮੈਂ ਆ ਵਰਡ ਲਾ ਰਿਹਾ ਵਾਂ ਤਾਂ ਫਾਲਸ ਬਣੀ ਜਾਂਦਾ ਵਾ, ਤੇ ਜਦੋਂ ਹੀ ਮੈਂ ਜੀ ਇਹ ਵਰਡ ਹਟਾ ਰਿਹਾ ਵਾਂ ਤੇ ਜੀ ਟਰੂ ਬਣੀ ਜਾਂਦਾ ਵਾ ਜੀ। ਇਹ ਚੀਜ਼ਾਂ ਦਾ ਹਮੇਸ਼ਾ ਧਿਆਨ ਰੱਖਣਾ ਵਾ। ਇਹ ਤੋਂ ਬਿਨਾਂ ਆਪਾਂ ਹੋਰ ਜਿਹੜੇ ਵਰਡ ਨੋਟ ਕੀਤੇ ਸੀਗੇ ਜੀ, ਓਕੇ ਹਾਂਜੀ, ਨਿੱਕੀਆਂ ਨਿੱਕੀਆਂ ਚੀਜ਼ਾਂ ਇਹ ਬਹੁਤ ਕੰਮ ਦੀਆਂ ਹੁੰਦੀਆਂ ਵਾ, ਇਹਨਾਂ ਦੇ ਨਾਲ ਹੀ ਉਹ ਕਈ ਵਾਰੀ ਤਿਆਰ ਕਰ ਜਾਂਦੇ ਆ ਜੀ ਆਨਸਰ ਆਪਦੇ। ਓਕੇ, ਤਾਂ ਇਸ ਤੋਂ ਬਿਨਾਂ ਆਪਾਂ ਕਰੀ ਆ ਇਹਦਾ ਸਿਨੋਨਿਮ ਹੁੰਦਾ ਜੀ ਮੇਅਰਲੀ ਤੇ ਓਨਲੀ, ਇਹ ਇੱਕ ਦੂਜੇ ਦੇ ਸਿਨੋਨਿਮ ਹੁੰਦੇ ਆ, ਇਹਨਾਂ ਨੂੰ ਨੋਟ ਕਰ ਲਿਓ ਜੀ, ਠੀਕ ਹੈ ਨਾ। ਦੇਖੋ ਇੱਕ ਫਿਰ ਆਪਾਂ ਕਹਿ ਦਈਏ, ਹੁਣ ਇੱਥੇ ਮਾੜੀ ਜੀ ਡਿਸਕਸ਼ਨ ਕਰਾਂਗੇ, ਬੜੀ ਵਧੀਆ ਚੀਜ਼ ਹੈ ਜੀ ਇਹ। ਓਕੇ ਜੀ, ਅੱਗੇ ਚੱਲਦੇ ਹਾਂ। ਆਪਾਂ ਲਿਖਿਆ ਸੀਗਾ ਸੁਪਰਲੇਟਿਵ ਡਿਗਰੀ ਤੇ ਕੰਪੈਰੀਟਿਵ ਡਿਗਰੀ। ਸੁਪਰਲੇਟਿਵ ਡਿਗਰੀ, ਸੁਪਰਲੇਟਿਵ ਡਿਗਰੀ ਤੇ ਵੀ ਟਰੂ ਫਾਲਸ ਨੋਟ ਗਿਵਨ ਇੱਕ ਅੱਧਾ ਡਿਜ਼ਾਈਨ ਕੀਤਾ ਹੁੰਦਾ ਜੀ, ਤੇ ਨਾਲ ਨਾਲ ਕੰਪੈਰੀਟਿਵ ਡਿਗਰੀ ਤੇ ਵੀ, ਕੰਪੈਰੀਟਿਵ ਡਿਗਰੀ ਤੇ ਵੀ ਆਪਣਾ ਜੋ ਹੁੰਦਾ ਟਰੂ ਫਾਲਸ ਡਿਜ਼ਾਈਨ ਕੀਤਾ ਹੁੰਦਾ ਜੀ। ਓਕੇ ਜੀ, ਓਕੇ। ਸੁਪਰਲੇਟਿਵ ਡਿਗਰੀ ਕਿਹੜੀ ਹੁੰਦੀ ਹੈ ਜੀ? ਫੋਰ ਐਗਜ਼ਾਮਪਲ ਜਿਵੇਂ ਹਾਈਐਸਟ, ਲੌਂਗੈਸਟ, ਜਿੰਨਾ ਪਿੱਛੇ ਆ ਵਰਡ ਲੱਗਾ, ਹਾਈਐਸਟ ਹੋ ਗਿਆ, ਲੌਂਗੈਸਟ ਹੋ ਗਿਆ, ਮੋਸਟ ਹੋ ਗਿਆ, ਆ ਸੁਪਰਲੇਟਿਵ ਡਿਗਰੀਆਂ ਹੁੰਦੀਆਂ। ਕੰਪੈਰੀਟਿਵ ਡਿਗਰੀਆਂ ਕੀ ਹੁੰਦੀਆਂ ਜੀ? ਇਹਨਾਂ ਦੀਆਂ ਜਿਵੇਂ ਹਾਇਰ, ਜਿਵੇਂ ਲੌਂਗਰ, ਜਿਵੇਂ ਮੋਰ, ਇਹਨਾਂ ਦੇ ਬੇਸਿਸ ਤੇ ਵੀ ਉਹ ਕੀ ਕਰ ਦਿੰਦੇ ਆ ਜੀ, ਟਰੂ ਫਾਲਸ ਨੋਟ ਗਿਵਨ ਨੂੰ ਡਿਜ਼ਾਈਨ ਕਰਦੇ ਆ ਜੀ। ਕਿਵੇਂ ਦੱਸਦਾ ਜੀ ਮੈਂ ਤੁਹਾਨੂੰ। ਅੱਛਾ, ਤੁਹਾਨੂੰ ਕੁਐਸਚਨ ਪਾਇਆ ਜੀ ਉਹਨਾਂ ਨੇ ਜੀ, ਕੋਈ ਵੀ ਆਪਾਂ ਇੱਥੇ ਆਪਣੀ ਕ੍ਰੀਏਟੀਵਿਟੀ ਨਾਲ ਹੀ ਕੋਈ ਵੀ ਆਪਾਂ ਜੋ ਕੁਐਸਚਨ ਇੱਥੇ ਆਪਾਂ ਬਣਾਵਾਂਗੇ, ਠੀਕ ਹੈ ਨਾ ਜੀ। ਉਹਨਾਂ ਨੇ ਤੁਹਾਨੂੰ ਕਿਹਾ ਕਿ ਕੋਈ ਵੀ ਨਾਮ ਲਿਖਤਾ ਜੀ, ਉਹਨਾਂ ਨੇ ਹਿਊਬਾ ਲਿਖ ਲੈਣੇ, ਕੋਈ ਵੀ ਜੋ ਆਪਣੇ ਮਨ 'ਚ ਹੈ। ਉਹਨਾਂ ਨੇ ਤੁਹਾਨੂੰ ਕਿਹਾ ਜੀ ਹਿਊਬਾ ਮਾਊਂਟੇਨ was present sir is the highest in the world। ਤੁਹਾਨੂੰ ਕੁਐਸਚਨ ਪਤਾ ਹੈ, ਉਹਨਾਂ ਨੇ ਕਿਹਾ ਹਿਊਬਾ ਮਾਊਂਟੇਨ ਇਜ਼ ਹਾਈਐਸਟ ਇਨ ਦਾ ਵਰਲਡ, ਹਾਈਐਸਟ ਮਾਊਂਟੇਨ ਇਨ ਦਾ ਵਰਲਡ। ਸੁਪਰਲੇਟਿਵ ਡਿਗਰੀ ਤੇ ਧਿਆਨ ਰੱਖੋ ਜੀ। ਇੱਥੇ ਜਿਹੜਾ ਧਿਆਨ ਰੱਖਣਾ ਉਹ ਰੱਖਣਾ ਤੁਸੀਂ ਉਧਰੋਂ ਵੈਰੀਫਾਈ ਕਰਕੇ ਆਉਣਾ। ਪਹਿਲਾਂ ਤਾਂ ਕੁਐਸਚਨ ਨੂੰ ਸਮਝੋ। ਕੁਐਸਚਨ ਕਹਿੰਦਾ ਜੀ ਜਿਹੜਾ ਹਿਊਬਾ ਮਾਊਂਟੇਨ ਆ ਉਹ ਸਭ ਤੋਂ ਹਾਈਐਸਟ ਮਾਊਂਟੇਨ ਆ। ਇੱਥੇ ਬੱਚੇ ਉਧਰ ਜਾਂਦੇ ਆ ਭੱਜ ਕੇ ਜੀ, ਉੱਥੇ ਪਹਿਰੇ ਦੇ ਵਿੱਚ ਲਿਖਿਆ ਕੀ ਪਿਆ ਹੁੰਦਾ ਜੀ, ਉਹਨਾਂ ਨੇ ਲਿਖਿਆ ਹੁੰਦਾ ਕਿ ਜੋ ਹਿਊਬਾ ਮਾਊਂਟੇਨ ਹੈਗਾ ਜੀ ਉਹ ਕਾਫੀ ਜ਼ਿਆਦਾ ਹਿਊਜ ਮਾਊਂਟੇਨ ਆ। ਆਏ ਇੱਧਰ ਮਿੰਟੋ ਮਿੰਟ ਟਰੂ ਲਾਤਾ, ਬਸ ਕੰਮ ਇੱਥੇ ਕਹਿੰਦੀ ਜਾਨੀ ਗੱਲ ਖਤਮ। ਕੁਐਸਚਨ ਦੇ ਵਿੱਚ ਜਾਂਦੇ ਆ, ਬਸ ਜਾ ਕੇ ਸਿੱਧਾ ਹਿਊਜ ਦੇਖ ਲਿਆ, ਦੇਖ ਲੈਂਦੇ ਕਿ ਹਿਊਜ ਦਾ ਮਤਲਬ ਬਹੁਤ ਵੱਡਾ ਹੁੰਦਾ, ਉਧਰ ਹਾਈਐਸਟ ਦਾ ਮਤਲਬ ਬਹੁਤ ਵੱਡਾ ਹੁੰਦਾ, ਠੀਕ ਹੈ ਜੀ ਇਹ ਟਰੂ ਆ। ਜਾਂ ਉਹਨਾਂ ਨੇ ਹਾਈ ਲਿਖਿਆ ਪਿਆ ਉਧਰ, ਜਾਂ ਉਹਨਾਂ ਨੇ ਲਾਰਜ ਲਿਖਿਆ ਪਿਆ ਉਧਰ, ਤਾਂ ਇਹਨੂੰ ਆ ਕੇ ਮਿੰਟੋ ਮਿੰਟ ਟਰੂ ਲਾਉਂਦੇ ਆ। ਅੰਡਰਸਟੈਂਡਿੰਗ ਇੱਥੇ ਕੋਈ ਕੰਮ ਨਹੀਂ ਕਰਦੀ, ਟ੍ਰਾਂਸਲੇਸ਼ਨ ਵੀ ਫੇਲ ਹੋ ਜਾਂਦੀ ਹੈ, ਕਿਉਂਕਿ ਤੁਸੀਂ ਇਹ ਆਨਸਰ ਗਲਤ ਕਰਤਾ ਕਾਲੀ ਕਾਲੀ ਦੇ ਵਿੱਚ। ਉਹਨਾਂ ਨੇ ਤੁਹਾਨੂੰ ਕਿਹਾ ਸੀ ਕਿ ਜੀ ਹਿਊਬਾ ਮਾਊਂਟੇਨ ਸਭ ਤੋਂ ਜ਼ਿਆਦਾ ਹਾਈਐਸਟ ਆ ਜੀ, ਇਹਦੇ ਤੋਂ ਕੋਈ ਵੱਡਾ ਮਾਊਂਟੇਨ ਹੈ ਹੀ ਨਹੀਂਗਾ। ਇਹ ਚੀਜ਼ ਆਪਾਂ ਵੈਰੀਫਾਈ ਕਰਕੇ ਆਉਣੀ ਹੈ ਜੀ। ਹੁਣ ਉਹਨਾਂ ਨੇ ਤੁਹਾਨੂੰ ਕਿਹਾ ਜੀ, ਉਹਨਾਂ ਨੇ ਪਹਿਰੇ ਵਿੱਚ ਕਿਹਾ ਜੀ ਜਿਹੜਾ ਹਿਊਬਾ ਮਾਊਂਟੇਨ ਆ ਉਹ ਲਾਰਜ ਹੈ ਜੀ। ਹੁਣ ਦੇਖੋ ਇਹ ਲਾਰਜ ਕਹਿ ਰਹੇ ਆ, ਹੁਣ ਮੈਨੂੰ ਏਦਾਂ ਥੋੜੀ ਪਤਾ ਇਸ ਤੋਂ ਜ਼ਿਆਦਾ ਵੀ ਤਾਂ ਕੋਈ ਲਾਰਜ ਹੋ ਹੀ ਸਕਦਾ ਵਾ, ਕਿਉਂਕਿ ਜੇ ਤਾਂ ਲਾਰਜੈਸਟ ਲਿਖਿਆ ਹੁੰਦਾ ਜੀ, ਸੁਪਰਲੇਟਿਵ ਡਿਗਰੀ ਇੱਧਰ ਵੀ ਮਿਲਣੀ ਚਾਹੀਦੀ ਹੈ ਜੀ ਮੈਨੂੰ, ਫਿਰ ਜਾ ਕੇ ਮੈਨੂੰ ਇਹ ਵੈਰੀਫਾਈ ਹੋਊਗਾ ਕਿ ਜੀ ਹੁਣ ਇਹ ਟਰੂ ਆ, ਕਿਉਂਕਿ ਦੋਨੇ ਪਾਸੇ ਸੁਪਰਲੇਟਿਵ ਡਿਗਰੀਆਂ ਪਈਆਂ। ਅੱਛਾ, ਉਹਨਾਂ ਨੇ ਮੈਨੂੰ ਕਹਿਤਾ ਕਿ ਜੀ ਮੈਨੂੰ ਪਹਿਰੇ ਦੇ ਵਿੱਚ ਲਿਖਿਆ ਪਿਆ ਕਿ ਜੀ ਜੋ ਹਿਊਬਾ ਮਾਊਂਟੇਨ ਆ, ਤੇ ਆਪਾਂ ਚੇਂਜ ਕਰ ਦਿੰਦੇ ਮਾੜਾ, ਉਹਨਾਂ ਨੇ ਇੱਧਰ ਕਿਹਾ ਜੀ ਉਹ ਹਿਊਬਾ ਮਾਊਂਟੇਨ ਆ ਉਹ ਹਾਇਰ ਹੈ ਜੀ। ਹਾਇਰ ਕਿਹਦੇ ਨਾਲੋਂ? ਦੈਨ, ਇੱਥੇ ਮੰਨ ਕੇ ਲਓ ਇਹਨਾਂ ਨੇ ਕੋਈ ਵੀ ਨਾਮ ਲਿਖਤਾ ਨਹੀਂ ਕਿ ਜੀਵੂ ਮਾਊਂਟੇਨ ਤੋਂ, ਇਹਨਾਂ ਨੇ ਲਿਖਤਾ ਜੀ ਜਿਹੜਾ ਹਿਊਬਾ ਮਾਊਂਟੇਨ ਹੈ ਜੀ ਉਹ ਹਾਈਐਸਟ ਹੈ ਜੀ ਜੀਵੂ ਮਾਊਂਟੇਨ ਤੋਂ। ਤਾਂ ਓਕੇ ਜੀ, ਮੈਂ ਇੱਧਰ ਪੈਸੇਜ ਦੇ ਵਿੱਚ ਆਇਆ, ਮੈਨੂੰ ਪਤਾ ਲੱਗਿਆ ਕਿ ਜੀ ਜੋ ਇਹ ਮਾਊਂਟੇਨ ਆ
ਉਹ ਜੀਵੋ ਤੋਂ ਹਾਇਰ ਆ, ਬਟ ਇਹ ਵਰਲਡ ਦੇ ਵਿੱਚ ਹਾਈਐਸਟ ਹੈਗਾ ਕਿ ਨਹੀਂ ਹੈਗਾ, ਇਹ ਚੀਜ਼ ਤਾਂ ਮੈਨੂੰ ਹਾਲੇ ਤੱਕ ਵੀ ਨਹੀਂ ਪਤਾ ਲੱਗੀ ਜੀ। ਤੇ ਇਹਨੂੰ ਮੈਂ ਜਾ ਕੇ ਲਾਉਂਗਾ ਕਿ ਇਹ ਐਕਚੁਅਲ ਦੇ ਵਿੱਚ ਕੀ ਬਣਿਆ, ਨੋਟ ਗਿਵਨ ਬਣਿਆ ਜੀ। ਕਿਉਂਕਿ ਪੈਰੇ ਵਿੱਚ ਕਿਤੇ ਇਹ ਗੱਲ ਤਾਂ ਮੈਂਸ਼ਨ ਹੀ ਨਹੀਂ ਕੀਤੀ ਕਿ ਇਹ ਜਿਹੜਾ ਮਾਊਂਟੇਨ ਹੈ ਜੀ, ਇਹ ਸਭ ਤੋਂ ਜ਼ਿਆਦਾ ਵੱਡਾ ਮਾਊਂਟੇਨ ਹੈ ਜੀ, ਸਭ ਤੋਂ ਜ਼ਿਆਦਾ। ਯਾਨੀ ਕਿ ਇੱਕ ਸੁਪਰਲੇਟਿਵ ਡਿਗਰੀ ਤੁਹਾਡੀ ਕੀ ਬਣਾ ਗਈ, ਇਹਨੂੰ ਨੋਟ ਗਿਵਨ ਬਣਾ ਗਈ। ਜੇ ਮੈਂਸ਼ਨ ਕੀਤੀ ਹੁੰਦੀ ਫਿਰ ਇਹ ਟਰੂ ਬਣ ਜਾਣੀ ਸੀਗੀ। ਮੈਨੂੰ ਯੈਸ ਔਰ ਨੋ ਦੱਸ ਦਿਓ ਕਿ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਕੀ ਸੁਪਰਲੇਟਿਵ ਡਿਗਰੀ ਤੇ ਮੈਂ ਕੀ ਸਮਝਾਇਆ ਤੁਹਾਨੂੰ। ਯੈਸ ਸਰ। ਹਾਂਜੀ ਯੈਸ ਸਰ। ਹਾਂਜੀ ਸਹੀ ਸਰ। ਚੀਜ਼ ਕੰਪੈਰੀਟਿਵ ਡਿਗਰੀ ਤੇ ਹੁੰਦੀ ਹੈ ਜੀ, ਹਮੇਸ਼ਾ ਯਾਦ ਰੱਖਿਓ ਉਹਨਾਂ ਦੀ। ਉਹ ਕੀ ਕਰਦੇ ਆ, ਹਾਂਜੀ ਇੱਥੇ ਨੋਟ ਕਰ ਲਿਓ ਜੀ, ਤੁਹਾਨੂੰ ਕੁਐਸਚਨ ਦੇ ਵਿੱਚ ਦਿੱਤੀ ਪਈ ਹੁੰਦੀ ਆ ਸੁਪਰਲੇਟਿਵ ਡਿਗਰੀ, ਨੋਟ ਕਰ ਲਿਓ। ਤੇ ਤੁਸੀਂ ਪੈਰੇ ਤੇ ਗਏ, ਉਧਰ ਸੁਪਰਲੇਟਿਵ ਡਿਗਰੀ ਨੋਟ ਫਾਊਂਡ, ਸੁਪਰਲੇਟਿਵ ਡਿਗਰੀ ਨੋਟ ਫਾਊਂਡ, ਤਾਂ ਜੀ ਇਹ ਆਨਸਰ ਨੋਟ ਗਿਵਨ ਹੋ ਜਾਂਦਾ। ਅੱਛਾ ਤੁਸੀਂ ਪੈਰੇ ਵਿੱਚ ਗਏ, ਉਧਰ ਕੰਪੈਰੀਟਿਵ ਡਿਗਰੀ ਲਾਈ ਪਈ ਹੈ ਜੀ, ਹਾਇਰ ਲਾਇਆ ਪਿਆ ਜੀ, ਇਹ ਨੋਟ ਗਿਵਨ ਹੋ ਜਾਂਦਾ। ਇੱਕ ਗੱਲ ਹਮੇਸ਼ਾ ਯਾਦ ਰੱਖਿਓ, ਇੱਕ ਚੀਜ਼ ਦੇ ਵਿੱਚ ਟਰੂ ਹੋ ਸਕਦਾ ਜੀ, ਪਰ ਉਹ ਆਪਾਂ ਦੇਖੀਏ ਤਾਂ ਇੰਗਲਿਸ਼ ਉਹਨੂੰ ਗ੍ਰਾਮੈਟਿਕਲੀ ਥੋੜਾ ਗਲਤ ਮੰਨਦੀ ਹੈ। ਇਹ ਇਹਨਾਂ ਦਾ ਲਿਖਿਆ ਪਿਆ ਹੋਇਆ ਜੀ ਕਿ ਹਿਊਬਾ ਮਾਊਂਟੇਨ ਹੈਗਾ ਵਾ, ਉਹ ਜੀ ਹਾਇਰ ਆ, ਵੱਡਾ ਵਾ ਬਾਕੀ ਸਾਰੇ ਮਾਊਂਟੇਨਸ ਦੇ ਨਾਲੋਂ, ਆਲ ਮਾਊਂਟੇਨਸ ਇਨ ਦਾ ਵਰਲਡ, ਫਿਰ ਇਹ ਟਰੂ ਹੋਇਆ ਨਾ। ਕਿਉਂਕਿ ਹੁਣ ਤਾਂ ਉਹ ਖੁਦ ਹੀ ਕਹਿਣ ਲੱਗੇ ਕਿ ਬਾਕੀ ਦੁਨੀਆ 'ਚ ਜਿੰਨੇ ਵੀ ਹੈਗੇ ਆ ਉਹਨਾਂ ਸਾਰਿਆਂ ਤੋਂ ਹਾਇਰ ਆ, ਫਿਰ ਇਹ ਟਰੂ ਹੋਊਗਾ। ਅਦਰਵਾਈਜ਼ ਇਹ ਕੀ ਹੈ ਜੀ, ਇਹ ਨੋਟ ਗਿਵਨ ਹੈ ਜੀ। ਇਹ ਹੁੰਦੀ ਹੈ ਸੁਪਰਲੇਟਿਵ ਤੇ ਕੰਪੈਰੀਟਿਵ ਡਿਗਰੀ ਨੂੰ ਤੁਸੀਂ ਆਪਣੇ ਮਾਈਂਡ ਦੇ ਵਿੱਚ ਲਿਖਣਾ ਜੀ। ਉਹ ਤੁਹਾਨੂੰ ਇਧਰਲੇ ਪਾਸੇ ਇਦਾਂ ਕਹਿ ਰਹੇ ਆ ਕਿ ਜਿਹੜਾ ਜੌਨ ਸੀਗਾ ਉਹ ਮੋਸਟ ਇੰਟੈਲੀਜੈਂਟ ਸੀਗਾ। ਮੋਸਟ ਇੰਟੈਲੀਜੈਂਟ ਦਾ ਮਤਲਬ ਕੀ, ਕਿ ਜੀ ਉਹਦੇ ਜਿੰਨਾ ਕੋਈ ਹੋਰ ਇੰਟੈਲੀਜੈਂਟ ਹੈ ਨਹੀਂ ਸੀਗਾ। ਪਹਿਲਾਂ ਤੁਹਾਨੂੰ ਕਹਿ ਰਿਹਾ ਕਿ ਜੀ ਉਹ ਇੰਟੈਲੀਜੈਂਟ ਸੀਗਾ, ਇੰਟੈਲੀਜੈਂਟ ਤਾਂ ਸੀਗਾ ਬਟ ਸਾਰਿਆਂ ਤੋਂ ਜ਼ਿਆਦਾ ਸੀਗਾ ਕਿ ਨਹੀਂ, ਇਹ ਚੀਜ਼ ਤਾਂ ਪਤਾ ਨਹੀਂ ਲੱਗੀ ਮੈਨੂੰ। ਤਾਂ ਇਹ ਇੱਕ ਨਿੱਕੀ ਜਿਹੀ ਟ੍ਰਿਕ ਸੀਗੀ, ਇਹਨੂੰ ਤੁਸੀਂ ਯਾਦ ਰੱਖਣਾ ਵਾ। ਅੱਗੇ ਆਪਾਂ ਥੋੜੀਆਂ ਚੀਜ਼ਾਂ ਦੇਖੀਏ ਤਾਂ ਰੀਡਿੰਗ ਹੋਰ ਕੀ ਕਰਦੀ ਆ, ਇਦਾਂ ਦੇ ਕੀਵਰਡ ਹੁੰਦੇ ਆ ਜੀ, ਬੜੇ ਜ਼ਿਆਦਾ ਰਿਪੀਟ ਹੋਣ ਵਾਲੀਆਂ ਚੀਜ਼ਾਂ ਹੈ। ਸੁਪਰਲੇਟਿਵ ਹੋ ਗਿਆ, ਆਪਣਾ ਕੰਪੈਰੀਟਿਵ ਹੋ ਗਿਆ, ਬਾਕੀ ਸਾਰੇ ਕੀਵਰਡ ਹੋ ਗਏ। ਇਸ ਤੋਂ ਬਿਨਾਂ ਆਪਣਾ ਜਿਵੇਂ ਫਸਟ ਪਰਸਨ, ਆ ਫਸਟ ਵਰਡ ਵੀ ਬਹੁਤ ਜ਼ਿਆਦਾ, ਫਸਟ ਹੋ ਗਿਆ, ਲਾਸਟ ਹੋ ਗਿਆ, ਏਦਾਂ ਦੇ ਹੋ। ਬਹੁਤ ਜ਼ਿਆਦਾ ਰੀਡਿੰਗਸ ਨੇ ਕਿਹਾ ਜੀ ਕਿ ਜਿਹੜਾ ਜੌਨ ਸੀਗਾ ਉਹ ਫਸਟ ਪਰਸਨ ਸੀਗਾ ਜੀ, ਜਿਹਨੇ ਆਹ ਵਾਲੀ ਜਾਣੀ ਕਿ ਮੈਡੀਸਾਈਨ ਦੀ ਡਿਸਕਵਰੀ ਕੀਤੀ ਸੀਗੀ, ਜਾਂ ਜੋ ਆਹ ਵਾਲੀ ਮੈਡੀਸਾਈਨ ਤੇ ਰਿਸਰਚ ਕਰ ਰਿਹਾ ਸੀਗਾ। ਹੁਣ ਮੈਂ ਜਦੋਂ ਸਾਰਾ ਕੁਐਸਚਨ ਪੜਿਆ, ਮੇਰਾ ਧਿਆਨ ਆਹ ਚੀਜ਼ ਨੂੰ ਵੈਰੀਫਾਈ ਕਰਨ ਚੱਲਿਆ ਵਾ, ਮੈਂ ਪੈਸੇਜ 'ਚ ਲੱਭਣ ਚੱਲਿਆ। ਹੁਣ ਇੱਥੇ ਮੰਨ ਕੇ ਲਓ ਬੱਚਾ ਕੀ ਕਰਦਾ, ਇੱਥੇ ਬੱਚੇ ਨੇ ਆ ਕੇ ਦੇਖਿਆ ਜੌਨ ਲਿਖਿਆ ਪਿਆ ਜੀ, ਮੈਡੀਸਾਈਨ ਵੀ ਲਿਖਿਆ ਪਿਆ ਜੀ, ਰਿਸਰਚ ਵੀ ਲਿਖਿਆ ਪਿਆ ਜੀ। ਲਿਖਿਆ ਪਿਆ ਕਿ ਜੀ ਜਿਹੜਾ ਜੌਨ ਸੀਗਾ ਜੀ ਉਹਨੇ ਮੈਡੀਸਾਈਨ ਤੇ ਰਿਸਰਚ ਇੱਥੇ ਕੰਮ ਕਰੀ ਜਾਂਦਾ ਸੀਗਾ। ਕੁਐਸਚਨ ਨੇ ਕੀ ਕਿਹਾ ਸੀ ਜੀ, ਕੁਐਸਚਨ ਨੇ ਕਿਹਾ ਸੀ ਕਿ ਜੀ ਇਹ ਪਹਿਲਾ ਪਰਸਨ ਸੀਗਾ, ਇਹਦਾ ਮਤਲਬ ਇਹਦੇ ਤੋਂ ਪਹਿਲਾਂ ਕੋਈ ਪਰਸਨ ਹੋਇਆ ਹੀ ਨਹੀਂ, ਇਹ ਪਹਿਲਾ ਪਰਸਨ ਸੀਗਾ ਜਿਹੜੀ ਇਹ ਚੀਜ਼ ਤੇ ਉਦੋਂ ਕੰਮ ਕਰੀ ਜਾਂਦਾ ਸੀਗਾ। ਬਟ ਮੈਂ ਤੁਹਾਨੂੰ ਦੱਸਾਂ ਕਿ 90% ਕੇਸਾਂ ਦੇ ਵਿੱਚ ਰੀਡਿੰਗ ਦੇ ਵਿੱਚ ਇਹ ਚੀਜ਼ ਮੈਂਸ਼ਨ ਹੀ ਨਹੀਂ ਕੀਤੀ ਪਈ ਹੁੰਦੀ ਕਿ ਕਿੰਨਵਾਂ ਪਰਸਨ ਸੀਗਾ, ਤਾਂ ਇਹ ਨੈਚੁਰਲੀ ਵੈਸੇ ਹੀ ਕੀ ਹੋ ਗਿਆ ਜੀ, ਨੋਟ ਗਿਵਨ ਹੋ ਗਿਆ। ਬੱਚਾ ਕੀ ਕਰਦਾ, ਕਾਲੀ ਚ ਸਾਰਾ ਕੁਝ ਮੈਚ ਕਰਕੇ ਲੈ ਕੇ ਉਹਨੇ ਟਰੂ ਲਾ ਦੇਣਾ ਕਿ ਸਰ ਹਾਂਜੀ ਉਹ ਰਿਸਰਚ ਕਰਤਾ ਲਿਆ ਸੀਗਾ ਮੈਡੀਸਨ ਤੇ, ਬਟ ਇਹਦਾ ਕੀਵਰਡ ਧਿਆਨ 'ਚ ਰੱਖੋ ਨਾ। ਉਹਨਾਂ ਨੇ ਪੁੱਛਿਆ ਸੀ ਵੀ ਇਹ ਪਹਿਲਾ ਪਰਸਨ ਆ। ਏਦਾਂ ਦੀਆਂ ਨਿੱਕੀਆਂ ਚੀਜ਼ਾਂ ਤੁਹਾਡੇ ਮਾਈਂਡ ਦੇ ਵਿੱਚ ਹੋਣ ਜੀ। ਹੁਣ ਤੋਂ ਜਦੋਂ ਵੀ ਟਰੂ ਫਾਲਸ ਕਰਨ ਲੱਗੋਗੇ ਤਾਂ ਉੱਥੇ ਧਿਆਨ ਰੱਖਣਾ। ਇੱਥੇ ਮੈਂ ਤੁਹਾਨੂੰ ਇੱਕ ਸੌਖਾ ਕਰ ਦਿੰਦਾ ਵਾ, ਇੱਕ ਤੁਹਾਨੂੰ ਇੱਕ ਵਰਡ ਦੱਸਣ ਲੱਗਾ ਮੈਂ, ਵਰਡ ਹੈਗਾ ਜੀ ਐਡਵਰਬ। ਆਹ ਚੀਜ਼ ਤੇ ਧਿਆਨ ਰੱਖੋਗੇ। ਐਡਵਰਬਸ ਕਿਹੜੀਆਂ ਹੁੰਦੀਆਂ, ਐਡਵਰਬਸ ਆਈ ਹੁੰਦੀਆਂ, ਆਫਨ ਹੋ ਗਿਆ, ਠੀਕ ਹੈ ਜੀ, ਮੇਅਰਲੀ ਹੋ ਗਿਆ, ਓਨਲੀ ਹੋ ਗਿਆ ਜੀ, ਮੇਅਰਲੀ, ਓਨਲੀ, ਠੀਕ ਹੈ ਜੀ। ਆਹ ਜਿਹੜੀਆਂ ਐਡਵਰਬਸ ਹੁੰਦੀਆਂ ਵਾ ਇਹ ਬਦਲ ਦਿੰਦੀਆਂ ਜੀ ਇਹ ਚੀਜ਼ਾਂ, ਹਮੇਸ਼ਾ ਯਾਦ ਰੱਖਿਓ। ਐਡਜੈਕਟਿਵ ਦੇ ਧਿਆਨ ਰੱਖੋ ਜੀ, ਐਡਜੈਕਟਿਵ ਕਿਹੜੇ ਹੋ ਗਏ, ਜੇ ਮੈਂ ਇਹਨੂੰ ਸੌਖਾ ਕਰ ਦੇਵਾਂ ਤਾਂ ਹਾਇਰ ਹੋ ਗਿਆ, ਹਾਈਐਸਟ ਹੋ ਗਿਆ, ਇਹ ਸਾਰੇ ਐਡਜੈਕਟਿਵ। ਜੇ ਮੈਂ ਤੁਹਾਨੂੰ ਕਹਾਂ ਟਰੂ ਫਾਲਸ ਨਾਲ ਗੇਮਸ ਕੌਣ ਖੇਡਦਾ, ਐਡਵਰਬਸ ਖੇਡਦੀਆਂ, ਐਡਜੈਕਟਿਵ ਖੇਡਦੇ, ਇਦਾਂ ਦੀਆਂ ਚੀਜ਼ਾਂ ਗੇਮਸ ਖੇਡਦੀਆਂ ਜੀ ਇਹਦੇ ਨਾਲ, ਠੀਕ ਹੈ ਜੀ। ਫਸਟ ਪਰਸਨ ਹੋ ਗਿਆ, ਜਿਵੇਂ ਫਸਟ ਵਰਡ ਐਡਜੈਕਟਿਵ ਹੁੰਦਾ ਨਾ, ਕਿਹੜਾ ਪਰਸਨ, ਫਸਟ ਪਰਸਨ, ਵੈਰੀਫਾਈ ਕਰਕੇ ਉਹ ਵੀ ਕੀ ਹੈ, ਪਹਿਲਾ ਪਰਸਨ ਸੀਗਾ ਜਾਂ ਨਹੀਂ, ਠੀਕ ਹੈ ਜੀ। ਇਹ ਚੀਜ਼ ਦਾ ਹਮੇਸ਼ਾ ਆਪਣੇ ਮਾਈਂਡ ਦੇ ਵਿੱਚ ਰੱਖਣਾ ਜੀ ਇਹਨਾਂ ਨੂੰ। ਅੱਗੇ ਚੱਲਦੇ ਆ, ਥੋੜਾ ਮੂਵ ਹੁੰਨੇ ਆ
क्योंकि कई बारी सारे ट्रू फॉल्स भी थोड़ो कीवर्ड ते काम करनगे। मैं तुहानू पहला नंबर ते जो चीज लिखाई है वो मैं तुहानू लिखाई है कि कीवर्ड, और वो पहली स्ट्रैटजी है ट्रू फॉल्स नॉट गिवन दी। ਜਿਹੜੀ ਆਪਾਂ ਕੀਵਰਡ ਤੇ ਹੁਣੀ ਟਰੂ ਫਾਲਸ ਨॉट ਗਿਵਨ ਤੇ ਗੱਲ ਕਰੀ ਜਾਂਦੇ ਹਾਂ, ਉਹਦੇ ਵਿੱਚ ਪਹਿਲੀ ਸੀਗੀ ਕੀਵਰਡ। ਦੂਸਰੇ ਨੰਬਰ ਦੀ ਸਟ੍ਰੈਟਜੀ ਤੇ ਕੰਮ ਸਭ ਤੋਂ ਸੌਖੀ, ਆਪੋਜ਼ਿਟ ਚੀਜ਼ ਨੂੰ ਉਲਟਾ ਦਿੰਦੇ ਆ ਜੀ। ਕਿਵੇਂ? ਕੁਐਸਚਨ ਦੇ ਵਿੱਚ ਇੱਕ ਵਰਡ ਲਿਖਿਆ ਸੀ ਆਫਟਰ, ਕੁਝ ਨਹੀਂ ਕੀਤਾ ਇਹਨਾਂ ਨੇ, ਪੈਰੇ ਚੱਕ ਕੇ ਉਹਦੀ ਜਗ੍ਹਾ ਤੇ ਬਿਫੋਰ ਲਿਖਿਆ, ਸਾਰਾ ਕੁਐਸਚਨ ਉਲਟ ਹੋ ਗਿਆ, ਆਨਸਰ ਫਾਲਸ ਹੋ ਗਿਆ। ਕੁਐਸਚਨ ਦੇ ਵਿੱਚ ਕਹੀ ਜਾਂਦੇ ਆ ਆਊਟਰ ਸਾਈਡ, ਕੁਝ ਨਹੀਂ ਕੀਤਾ, ਸਾਰੀ ਲੈਂਗੁਏਜ ਸੇਮ ਆ, ਇਹਨਾਂ ਨੇ ਕੀ ਕਿਹਾ ਇਨਰ ਸਾਈਡ। ਸਭ ਤੋਂ ਸੌਖੀ ਟ੍ਰਿਕ ਹੈ ਇਹਦੇ ਤੇ, ਜ਼ਿਆਦਾ ਕੋਈ ਮੈਨੂੰ ਨਹੀਂ ਲੱਗਦਾ ਵੀ ਇਹ ਤੇ ਆਪਾਂ ਨੂੰ ਡੈਪਥ ਵਿੱਚ ਜਾਣਾ ਚਾਹੀਦਾ। ਉਹਨਾਂ ਨੇ ਤੁਹਾਨੂੰ ਕਿਹਾ ਜੀ ਲੋਕੀ ਉੱਥੇ ਸੈਟਲ ਹੋ ਰਹੇ ਸੀਗੇ, ਪੈਰੇ ਵਿੱਚ ਕਿਹਾ ਜੀ ਉੱਥੇ ਨੈਚੁਰਲ ਰਿਸੋਰਸਿਸ ਦੀ ਘਾਟ ਹੋ ਰਹੀ ਸੀਗੀ, ਲੋਕਾਂ ਨੇ ਆਪਣਾ ਮਾਈਂਡ ਬਣਾ ਲਿਆ ਸੀ ਕਿ ਉਹਨੂੰ ਲੀਵ ਕਰਨਗੇ, ਜਾਨੀ ਕਿ ਸਿਚੁਏਸ਼ਨ ਨੂੰ ਹੀ ਆਪੋਜ਼ਿਟ ਕਰ ਦਿੰਦੇ ਆ ਜੀ। ਤਾਂ ਹੀ ਇਹ ਚੀਜ਼ ਦਾ ਮੈਂ ਨਾਮ ਹੀ ਰੱਖਿਆ ਵਾ ਆਪੋਜ਼ਿਟ ਟ੍ਰਿਕ, ਕਿ ਚੀਜ਼ ਹੀ ਆਪੋਜ਼ਿਟ ਕਰ ਦੇਣੀ, ਆਨਸਰ ਬਦਲ ਜਾਣਾ। ਸਭ ਤੋਂ ਸੌਖੀ ਸੀਗੀ। ਤੀਸਰੇ ਨੰਬਰ ਤੇ ਗੱਲ ਕਰਦੇ ਆਪਾਂ ਟਰੂ ਫਾਲਸ ਨॉट ਗਿਵਨ ਦੇ ਵਿੱਚ, ਕੀਵਰਡ ਕੰਮ ਕਰਨਗੇ, ਕੀਵਰਡ ਨਾ ਕੰਮ ਕੀਤੇ, ਚੀਜ਼ਾਂ ਸਿੱਧੀਆਂ ਆਪੋਜ਼ਿਟ ਪਈਆਂ ਹੁੰਦੀਆਂ, ਸਿੱਧੀਆਂ ਆਪੋਜ਼ਿਟ ਨਹੀਂ ਲਿਖੀਆਂ ਤਾਂ ਤੀਸਰੇ ਨੰਬਰ ਤੇ ਜਿਹੜੀ ਆਪਣੀ ਸਟ੍ਰੈਟਜੀ ਆਉਂਦੀ ਹੈ ਜੀ, ਰੀਜ਼ਨ ਤੇ ਪਰਪਸ ਦੇ ਨਾਲ ਛੇੜਖਾਨੀ ਕਰ ਦੇਣਾ ਜੀ, ਰੀਜ਼ਨ ਤੇ ਪਰਪਸ ਦੇ ਨਾਲ ਛੇੜਖਾਨੀ ਕਰ ਦੇਣਾ। ਓਕੇ 2 ਮਿੰਟ ਸਾਲ ਹੋ ਗਏ, 1 ਮਿੰਟ ਮੈਂ ਦੇਖ ਲਾਂ ਕਿ ਸਟੂਡੈਂਟ ਕੋਈ ਮੈਸੇਜ ਤਾਂ ਨਹੀਂ ਕਰ ਰਿਹਾ ਹਲੇ ਵੀ। ਬਾਕੀ ਸਾਰਿਆਂ ਨੂੰ ਆਵਾਜ਼ ਸੁਣ ਰਹੀ ਹੈ ਨਾ ਜੀ ਮੇਰੀ? ਜੇ ਕਿਸੇ ਬੱਚੇ ਦਾ ਕੱਟ ਮੰਨ ਕੇ ਚਲੋ ਹੋ ਵੀ ਗਿਆ ਤਾਂ ਆਪਾਂ, ਮੈਂ ਚੀਜ਼ ਨੂੰ ਰਿਕਾਰਡ ਕਰੀ ਜਾਣਾ ਵਾ ਜੀ, ਠੀਕ ਹੈ ਨਾ, ਡੋਂਟ ਵਰੀ, ਆਪਾਂ ਉਹਨੂੰ ਰਿਕਾਰਡਿੰਗ ਸੈਂਡ ਕਰ ਦੇ। ਮੈਨੂੰ ਕਰੀ ਐਸ ਨੂੰ ਦੱਸ ਦਿਓ ਕਿ ਸਰ ਤੁਹਾਨੂੰ ਆਵਾਜ਼ ਸੁਣ ਰਹੀ ਹੈ ਸਾਰਿਆਂ ਨੂੰ? ਆਵਾਜ਼ ਸੁਣ ਰਹੀ ਜੀ ਸਾਰਿਆਂ ਨੂੰ? ਹਾਂਜੀ ਹਾਂਜੀ ਠੀਕ ਹੈ ਜੀ। ਤਾਂ ਆਪਣੇ ਮੋਸਟਲੀ ਅਜੇ ਟਰੂ ਫਾਲਸ ਕਵਰ ਹੋ ਜਾਣੀ ਹੈ, ਪ੍ਰੈਕਟਿਸ ਆਪਾਂ ਇਹਨਾਂ ਦੀ ਕਰਾਂਗੇ, ਡੋਂਟ ਵਰੀ, ਪਰ ਇੱਕ ਵਾਰੀ ਆਪਣੇ ਸਾਰੇ ਕਵਰ ਹੋ ਜਾਣ, ਕਿਉਂਕਿ ਇਹ ਚੀਜ਼ਾਂ ਜਦੋਂ ਤੁਹਾਡੇ ਮਾਈਂਡ ਚ ਹੋਣਗੀਆਂ ਨਾ, ਇਹ ਚੀਜ਼ਾਂ ਦੇ ਦਮ ਤੇ ਹੀ ਇਹ ਚੀਜ਼ ਸੋਲਵ ਹੋਣੀ ਹੈ। ਡਾਇਰੈਕਟਲੀ ਟਰੂ ਫਾਲਸ ਕਰਨ ਲੱਗ ਜਾਓਗੇ, ਟਰੂ ਫਾਲਸ ਹਮੇਸ਼ਾ ਇੱਕ ਪ੍ਰੋਬਲਮ ਰਹਿਣੀ, ਪਰ ਜੇ ਚੀਜ਼ਾਂ ਨੂੰ ਤੁਸੀਂ ਪਤਾ ਕਰ ਲਿਆ ਕਿ ਹੁੰਦੇ ਕਿਵੇਂ ਆ, ਫਿਰ ਇਹ ਚੀਜ਼ਾਂ ਦਾ ਫਰਕ ਪੈ ਜਾਣਾ। ਸੋ ਕੀਵਰਡ ਹੋ ਗਏ ਆਪਣੇ, ਦੂਸਰੇ ਨੰਬਰ ਤੇ ਆਪੋਜ਼ਿਟ ਹੋ ਗਿਆ, ਤੀਸਰੇ ਨੰਬਰ ਤੇ ਜੋ ਆਪਾਂ ਗੱਲ ਹੁਣੀ ਕਰ ਰਹੇ ਸੀ ਰੀਜ਼ਨ ਤੇ ਪਰਪਸ ਨੂੰ ਚੇਂਜ ਕਰ ਦੇਣਾ ਜੀ। ਏਦਾਂ ਵੀ ਰੀਡਿੰਗ ਬਹੁਤ ਜ਼ਿਆਦਾ ਚੀਜ਼ ਕਰਦੀ ਹੈ, ਰੀਜ਼ਨ ਤੇ ਪਰਪਸ ਨੂੰ ਚੇਂਜ ਕਰ ਦੇਣਾ। ਰੀਜ਼ਨ ਤੇ ਪਰਪਸ ਨੂੰ ਚੇਂਜ ਕਰਨ ਦਾ ਮਤਲਬ ਕੀ ਹੈ ਜੀ ਇਹਦਾ? ਦੇਖੋ ਕੁਐਸਚਨ ਦੇ ਵਿੱਚ ਉਹ ਕਹਿ ਰਹੇ ਆ ਜੀ, ਹਮੇਸ਼ਾ ਯਾਦ ਰੱਖਿਓ ਇਸ ਚੀਜ਼ ਨੂੰ, ਹਮੇਸ਼ਾ ਯਾਦ ਰੱਖਿਓ। ਤੁਸੀਂ ਮੈਨੂੰ ਨਹੀਂ ਯੈਸ ਔਰ ਨੋ ਦੱਸੋ ਕਿ ਤੁਹਾਡੇ ਵਿੱਚੋਂ ਜ਼ਿਆਦਾਤਰ ਸਟੂਡੈਂਟ ਇਹ ਕਹਿੰਦੇ ਹੁੰਦੇ ਕਿ ਸਰ ਮੈਨੂੰ ਫਾਲਸ ਤੇ ਨੋਟ ਗਿਵਨ ਦੇ ਵਿੱਚ ਪਤਾ ਨਹੀਂ ਲੱਗਦਾ ਜੀ, ਹੁੰਦਾ ਜੀ ਇਦਾਂ? ਯੈਸ ਸਰ। ਹਾਂਜੀ ਹਾਂਜੀ ਸਰ। ਹਾਂਜੀ ਹੁਣ ਅੱਜ ਮੈਂ ਤੁਹਾਨੂੰ ਸਟ੍ਰੈਟਜੀ ਦੱਸਦਾ ਵਾਂ ਕਿ ਫਾਲਸ ਤੇ ਨੋਟ ਗਿਵਨ ਦਾ ਕਿਵੇਂ ਇਹ ਚੀਜ਼ ਨੂੰ ਕਰਦੇ ਆ ਜੀ। ਨਿੱਕੀ ਜਿਹੀ ਚੀਜ਼ ਹੈ ਇੱਕ ਬਸ, ਤੇ ਤੁਸੀਂ ਇਹਨੂੰ ਨੋਟ ਕਰਿਆ ਕਰਨਾ। ਅੱਛਾ, ਉਹਨਾਂ ਨੇ ਤੁਹਾਨੂੰ ਕਿਹਾ ਕਿ ਜੀ, ਉਹਨਾਂ ਨੇ ਕਿਹਾ ਜੀ UTV organization was established to provide jobs to the unemployed people. UTV organization was established to provide jobs to the unemployed people. ਤੇ ਇੱਥੇ ਹੁਣ ਕੀ ਚੀਜ਼ ਦਾ ਕੀ ਹੋ ਸਕਦਾ, ਕੀ ਇੱਧਰ ਹੈਪਨ ਹੋ ਸਕਦਾ? ਹਾਂਜੀ, ਤੇ ਕੀ ਕਿਹਾ ਜੀ ਉਹਨਾਂ ਨੇ ਆਪਾਂ ਨੂੰ? ਇਹਨਾਂ ਨੇ ਕਿਹਾ ਜੀ ਕਿ UTV ਆਰਗੇਨਾਈਜੇਸ਼ਨ ਜਿਹੜੀ ਹੈਗੀ ਹੈ ਜੀ, ਉਹ ਇਸਟੈਬਲਿਸ਼ ਕੀਤੀ ਗਈ ਸੀ ਜੀ। ਟੂ ਜਿਹੜਾ ਹੁੰਦਾ ਵਾ ਹਮੇਸ਼ਾ, ਟੂ ਦਾ ਮੇਨ ਮਤਲਬ ਕੀ ਹੁੰਦਾ ਜੀ? ਕਿਸੇ ਚੀਜ਼ ਦਾ ਪਰਪਸ ਦੱਸਣਾ। ਇਹਦਾ ਮਤਲਬ ਜੀ ਇੱਥੋਂ ਆਪਾਂ ਨੂੰ ਜੇ ਆਪਾਂ ਦੀ ਟ੍ਰਾਂਸਲੇਸ਼ਨ ਕਰੀਏ ਤਾਂ ਆਪਾਂ ਨੂੰ ਕੁਐਸਚਨ ਇਹ ਕਹਿਣਾ ਚਾਹ ਰਿਹਾ ਕਿ ਜੀ ਜਿਹੜੀ UTV ਆਰਗੇਨਾਈਜੇਸ਼ਨ ਸੀਗੀ ਉਹ ਇਸਟੈਬਲਿਸ਼ ਕੀਤੀ ਗਈ ਸੀ, ਆ ਉਹਦਾ ਪਰਪਸ ਲਿਖਿਆ ਪਿਆ ਜੀ। ਕਿਉਂ? ਦਾ ਪਰਪਸ ਕੀ ਸੀਗਾ? ਅਨਇੰਪਲੋਇਡ ਲੋਕਾਂ ਨੂੰ ਜੋਬ ਦੇ, ਆ ਪਰਪਸ ਲਿਖਿਆ ਜਿੰਨਾ ਮੈਂ ਬਾਕਸ ਦੇ ਵਿੱਚ ਰੱਖਿਆ, ਇਹ ਤੁਹਾਡਾ ਪਰਪਸ ਹੈ ਜੀ। ਤੁਸੀਂ ਗਏ ਜੀ ਪੈਰੇ ਦੇ ਵਿੱਚ,
ਕਿਉਂਕਿ ਉਹ ਰੀਡਿੰਗ ਤਾਂ ਰੀਡਿੰਗ ਆ। ਰੀਡਿੰਗ ਨੇ ਕੀ ਕਹਿਣਾ ਜੀ, ਸਾਰਾ ਕੁਝ ਲਿਖਿਆ ਪਿਆ ਹੋਊਗਾ। ਕਹਿੰਦੇ UTV ਆਰਗੇਨਾਈਜੇਸ਼ਨ ਜੋ ਹੈਗੀ ਆ ਜੀ ਵਾਜ਼ ਮੇਡ, ਬਣਾਈ ਗਈ ਸੀਗੀ ਜੀ। ਹੁਣ ਇਹਨਾਂ ਨੇ ਜਿਹੜਾ ਇੱਥੇ ਪਰਪਸ ਰੱਖਿਆ ਵਾ ਨਾ ਜੀ, ਆਹ ਵਾਲਾ ਜਿਹੜਾ ਪਰਪਸ ਰੱਖਿਆ ਵਾ, ਇਹ ਪਰਪਸ ਤੁਹਾਡੇ ਕੁਐਸਚਨ ਦੇ ਵਿੱਚ ਦਿੱਤੇ ਹੋਏ ਪਰਪਸ ਦੇ ਨਾਲੋਂ ਚੇਂਜ ਹੈ ਜੀ। ਉੱਥੇ ਉਹ ਕਹੀ ਜਾਂਦੇ ਆ ਜੀ UTV ਆਰਗੇਨਾਈਜੇਸ਼ਨ ਬਣਾਈ ਗਈ ਸੀ ਤਾਂ ਕਿ ਵੂਮਨ ਨੂੰ ਇੰਪਾਵਰ ਕੀਤਾ ਜਾ ਸਕੇ। ਹੁਣ ਇੱਥੇ ਬੱਚਾ ਕੀ ਕਹੂਗਾ ਕਿ ਸਰ ਮੈਂ ਨੋਟ ਗਿਵਨ ਤਾਂ ਲਾਇਆ ਵਾ ਕਿ ਉੱਥੇ ਅਨਇੰਪਲੋਇਮੈਂਟ ਦੀ, ਜੌਬਸ ਦੀ, ਪੀਪਲ ਦੀ ਸਰ ਉਹਦੀ ਗੱਲ ਹੀ ਨਹੀਂ ਹੋਈ ਕੋਈ। ਯੈਸ ਔਰ ਨੋ, ਆਹ ਚੀਜ਼ ਹੀ ਕਹੋਗੇ ਨਾ ਤੁਸੀਂ, ਤਾਂ ਹੀ ਨੋਟ ਗਿਵਨ ਲਾਉਂਦੇ ਹੋ ਨਾ। ਮੈਂ ਤੁਹਾਨੂੰ ਪੁੱਛ ਰਿਹਾ ਕਿ ਤੁਸੀਂ ਐਂ ਕਾਹਤੋਂ ਨਹੀਂ ਦੇਖਦੇ ਕਿ ਕੁਐਸਚਨ ਨੇ ਕਿਹਾ ਸੀਗਾ ਕਿ ਜੀ UTV ਆਰਗੇਨਾਈਜੇਸ਼ਨ ਦਾ ਪਰਪਸ ਆਹ ਵਾਲਾ ਵਾ, ਤੇ ਤੁਹਾਡੇ ਪਹਿਰੇ ਵਿੱਚ ਜੀ ਜਿਹੜਾ ਪਰਪਸ ਲਿਖਿਆ ਪਿਆ ਵਾ ਉਹ ਤਾਂ ਇਹਨਾਂ ਨਾਲ ਮੈਚ ਹੀ ਨਹੀਂ ਹੋ ਰਿਹਾ ਜੀ। ਤੁਹਾਡਾ ਕੁਐਸਚਨ ਕਹਿ ਰਿਹਾ ਕਿ UTV ਆਰਗੇਨਾਈਜੇਸ਼ਨ ਬਣੀ ਸੀਗੀ ਤਾਂ ਕਿ ਅਨਇੰਪਲੋਇਡ ਲੋਕਾਂ ਨੂੰ ਜੌਬ ਦਿੱਤੀ ਜਾ ਸਕੇ। ਤੁਸੀਂ ਪੈਸੇਜ ਦੇ ਵਿੱਚ ਗਏ, ਪੈਸੇਜ ਦੇ ਵਿੱਚ ਗੱਲ ਕੀਤੀ ਹੋਈ ਹੈ, ਗੱਲ ਏਦਾਂ ਨਹੀਂ ਕਿ ਕੀਤੀ ਨਹੀਂ, ਆਹ ਦੇਖੋ ਗੱਲ ਕੀਤੀ ਹੋਈ। ਦੇਖੋ ਤੁਹਾਡੀ ਰੀਡਿੰਗ ਵੀ ਪਰਪਸ ਦੱਸੀ ਜਾਂਦੀ ਆ ਇਹ ਕੰਪਨੀ ਨੂੰ ਬਣਾਉਣ ਦਾ। ਰੀਡਿੰਗ ਨੇ ਕੀ ਕਿਹਾ, ਰੀਡਿੰਗ ਨੇ ਕਿਹਾ ਜੀ ਇਹ ਆਰਗੇਨਾਈਜੇਸ਼ਨ ਬਣਾਈ ਗਈ ਸੀ ਤਾਂ ਕਿ ਵੂਮਨ ਨੂੰ ਇੰਪਾਵਰ ਕੀਤਾ ਜਾ ਸਕੇ। ਤੁਸੀਂ ਤੁਹਾਡਾ ਕੁਐਸਚਨ ਕੀ ਕਹੀ ਜਾਂਦਾ, ਅਨਇੰਪਲੋਇਡ ਲੋਕਾਂ ਨੂੰ ਜੌਬ ਦਿੱਤੀ ਜਾ ਸਕੇ। ਤੁਸੀਂ ਕਹੋਗੇ ਨਹੀਂ ਜੀ ਕੁਐਸਚਨ ਤਾਂ ਝੂਠ ਬੋਲੀ ਜਾਂਦਾ ਕਿਉਂਕਿ ਮੇਨ ਪਰਪਸ ਤਾਂ ਆਹ ਲਿਖਿਆ ਪਿਆ ਵਾ। ਇਹਦਾ ਮਤਲਬ ਇਹ ਕੀ ਹੋਇਆ ਜੀ, ਫਾਲਸ ਹੋਇਆ ਕਿ ਨੋਟ ਗਿਵਨ ਹੋਇਆ? ਯੈਸ ਔਰ ਨੋ? ਫਾਲਸ। ਫਾਲਸ ਸਰ ਫਾਲਸ। ਅੱਜ ਲੱਗਾ ਪਤਾ ਨਾ ਤੁਹਾਨੂੰ ਬਈ ਇਹ ਚੀਜ਼ ਕਾਹਤੋਂ ਨੋਟ ਗਿਵਨ ਤੇ ਫਾਲਸ ਚ ਕਨਫਿਊਜ਼ ਨਹੀਂ ਹੋਣਾ। ਉਹਨਾਂ ਨੇ ਪਰਪਸ ਚੇਂਜ ਕਰਤਾ ਜੀ। ਹੁਣ ਮੈਂ ਤੁਹਾਨੂੰ ਇੱਕ ਹੋਰ ਕੁਐਸਚਨ ਦੱਸਦਾ ਵਾਂ ਜਿਹੜਾ ਤੁਹਾਨੂੰ ਲੱਗੂਗਾ ਕਿ ਸ਼ਾਇਦ ਜੀ ਉਹ ਨੋਟ ਗਿਵਨ ਆ ਬਟ ਉਹ ਫਾਲਸ ਆ, ਤੇ ਇਹ ਚੀਜ਼ ਕਹਿੰਦੇ ਕੀ ਚੀਜ਼ ਆ ਜੀ, ਉਹਦੇ ਵਿੱਚ ਮੈਂ ਕੀ ਚੇਂਜ ਕਰ ਦੇਣਾ ਵਾ, ਉਹਦੇ ਵਿੱਚ ਮੈਂ ਰੀਜ਼ਨ ਚੇਂਜ ਕਰ ਦੇਣਾ ਜੀ। ਹਲੋ ਮੈਂ ਤੁਹਾਨੂੰ ਕੁਐਸਚਨ ਪਾਇਆ ਜੀ, ਕੁਐਸਚਨ ਦੇ ਵਿੱਚ ਮੈਂ ਕਹਿ ਰਿਹਾ ਕਿ ਜੋ ਜੌਨ ਕੈਪਲਰ ਸੀਗਾ ਉਹ ਜੀ ਆਸਟ੍ਰੇਲੀਆ ਗਿਆ ਸੀਗਾ ਜੀ। ਉਹ ਆਸਟ੍ਰੇਲੀਆ ਗਿਆ ਸੀਗਾ ਕਿਉਂਕਿ ਉਹਨੇ DNA ਮੈਚ ਕਰਨਾ ਸੀਗਾ 2 ਸਪੀਸੀਜ਼ ਦਾ। ਹਲੋ ਜੀ, ਜਿੰਨਾ ਤੇ ਉਹ ਰਿਸਰਚ ਕਰੀ ਜਾਂਦਾ ਸੀ। ਤੁਸੀਂ ਇਹ ਸਾਰਾ ਕੁਐਸਚਨ ਪੜ੍ਹ ਲਿਆ, ਏਦਾਂ ਦੀਆਂ ਚੀਜ਼ਾਂ ਹੀ ਹੁੰਦੀਆਂ, ਲੈਂਗੁਏਜ ਏਦਾਂ ਦੀ ਕੰਮ ਕਰਦੀ ਹੁੰਦੀ। ਤੁਸੀਂ ਕੁਐਸਚਨ ਦੇ ਵਿੱਚ ਦੇਖਿਆ ਜੀ ਉਹਨਾਂ ਨੇ ਤੁਹਾਨੂੰ ਕਿਹਾ ਕਿ ਜਿਹੜਾ ਜੌਨ ਕੈਪਲਰ ਸੀਗਾ ਆਸਟ੍ਰੇਲੀਆ ਗਿਆ ਸੀਗਾ ਜੀ। ਉਹ ਆਸਟ੍ਰੇਲੀਆ ਜਾਣ ਦਾ, ਸੌਰੀ ਇਹਦੇ ਵਿੱਚ ਪਰਪਸ ਲਾ ਲਓ ਜਾਂ ਰੀਜ਼ਨ ਕੀ ਸੀ ਉਹਦੇ ਜਾਣ ਦਾ, ਠੀਕ ਹੈ ਜੀ। ਉਹਦੇ ਜਾਣ ਦਾ ਰੀਜ਼ਨ ਕੀ ਸੀਗਾ ਕਿ ਉਹਨੇ DNA ਮੈਚ ਕਰਨਾ ਸੀਗਾ ਜੀ 2 ਸਪੀਸੀਜ਼ ਦਾ ਜਿਨ੍ਹਾਂ ਤੇ ਉਹ ਕੰਮ ਕਰ ਰਿਹਾ ਸੀਗਾ ਜੀ, ਠੀਕ ਹੈ ਜੀ। ਹੁਣ ਤੋਂ ਇਧਰਲੇ ਪਾਸੇ ਪੈਰਾ ਆਇਆ ਜੀ, ਇਧਰਲੇ ਪਾਸੇ ਪੈਰਾ ਆਇਆ। ਹਲੋ ਜੀ, ਪੈਰੇ ਵਿੱਚ ਇਹਨਾਂ ਨੇ ਕੀ ਕਿਹਾ ਜੀ, ਇਹਨਾਂ ਨੇ ਪੈਰੇ ਦੇ ਵਿੱਚ ਕਿਹਾ ਜੀ ਕਿ ਜਿਹੜਾ ਜੌਨ ਕੈਪਲਰ ਸੀਗਾ ਉਹ ਆਸਟ੍ਰੇਲੀਆ ਗਿਆ ਸੀਗਾ। ਬਿਲਕੁਲ ਤੁਹਾਡੀ 50% ਇਨਫੋਰਮੇਸ਼ਨ ਇੱਥੋਂ ਤੱਕ ਮੈਚ ਹੋਗੀ। ਬਾਕੀ ਕੀ ਰਹਿ ਗਿਆ, ਇਹ ਪਤਾ ਕਰਨਾ ਰਹਿ ਗਿਆ ਕਿ ਜੋ ਕੁਐਸਚਨ ਕਹਿ ਰਿਹਾ ਵਾ ਉਹੀ ਕੰਮ ਕਰਨ ਗਿਆ ਸੀਗਾ। ਇੱਧਰ ਇਹਨਾਂ ਨੇ ਕਹਿਣਾ ਜੀ ਜੌਨ ਕੈਪਲਰ ਸੀਗਾ, ਕੋਈ ਵੀ ਇਹਨਾਂ ਨੇ ਸਮਾਰਟ ਜਿਹੇ ਤਰੀਕੇ ਨਾਲ ਕੁਝ ਵੀ ਲਿਖ ਦੇਣਾ ਕਿ ਜੀ ਉਹ ਜਸਟ ਇੱਕ ਨਵੀਂ ਸਪੀਸੀਸ ਦੇਖਣ ਗਿਆ ਸੀਗਾ ਜਿਹੜੇ ਉਹਦੇ ਕੁਲੀਗ ਜਿਹਦੇ ਤੇ ਰਿਸਰਚ ਕਰ ਰਿਹਾ ਸੀਗਾ। ਹੁਣ ਤੁਸੀਂ ਮੈਨੂੰ ਦੱਸੋ ਕਿ ਤੁਹਾਡਾ ਕੁਐਸਚਨ ਕਹੀ ਜਾਂਦਾ ਕਿ ਜੀ ਉਹਦੇ ਆਸਟ੍ਰੇਲੀਆ ਜਾਣ ਦਾ ਰੀਜ਼ਨ ਆ ਵਾ, ਤੇ ਤੁਹਾਡਾ ਪੈਰਾ ਕਹੀ ਜਾਂਦਾ ਕਿ ਜੀ ਉਹਦੇ ਆਸਟ੍ਰੇਲੀਆ ਜਾਣ ਦਾ ਰੀਜ਼ਨ ਆ ਵਾ, ਤੇ ਰੀਜ਼ਨ ਆਪਸ ਦੇ ਵਿੱਚ ਕੰਟਰਾਡਿਕਟ ਨਹੀਂ ਕਰੀ ਜਾਂਦੇ ਜੀ। ਯੈਸ ਔਰ ਨੋ? ਯੈਸ ਸਰ। ਫਿਰ ਇਹ ਕੀ ਹੋ ਗਿਆ ਜੀ, ਫਾਲਸ ਹੋ ਗਿਆ ਜੀ, ਨਾ ਕਿ ਨੋਟ ਗਿਵਨ ਹੋਇਆ ਜੀ। ਹੁਣ ਮੋਸਟਲੀ ਤੁਸੀਂ ਕੀ ਕਹਿਣਾ, ਤੁਸੀਂ ਦੇਖੋ ਸਰ DNA ਦੀ ਕੋਈ ਗੱਲ ਨਹੀਂ ਹੋਈ, ਦਿਸ ਇਜ਼ ਨੋਟ ਗਿਵਨ। ਦੇਖੋ ਏਦਾਂ ਨਹੀਂ ਰੀਡਿੰਗ ਹੋਣੀ ਹੈ, ਸਮਝ ਲੱਗੀ ਨਾ? ਤੁਹਾਨੂੰ ਇਹ ਚੀਜ਼ਾਂ ਮਾਈਂਡ 'ਚ ਰੱਖਣੀਆਂ ਪੈਣੀਆਂ। ਆ ਜਿੰਨੀਆਂ ਆਪਾਂ ਸਟ੍ਰੈਟਜੀਆਂ ਟਰੂ ਫਾਲਸ ਤੇ ਅੱਜ ਕੰਮ ਸਾਰੀ ਆਪਾਂ ਚਰਚਾ ਕੀਤੀ ਆ, ਮੈਨੂੰ ਇੱਕ ਵਾਰੀ ਯੈਸ ਔਰ ਨੋ ਦੱਸ ਦਿਓ ਕਿ ਕੀ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਈਆਂ ਜੀ ਇਹ ਚੀਜ਼ਾਂ? ਹਾਂਜੀ ਸਰ। ਹਾਂਜੀ ਜੀ ਕੁਐਸਚਨ ਆਪਾਂ ਜਦੋਂ ਸੋਲਵ ਕਰਨ ਲੱਗਾਂਗੇ ਉਦੋਂ ਆਪਾਂ ਉਹਨਾਂ ਵਿੱਚ ਸਾਰੀਆਂ ਚੀਜ਼ਾਂ ਵੇਖਿਆ ਕਰਾਂਗੇ। ਮੇਰਾ ਮੇਨ ਪਰਪਸ ਕੀ ਸੀਗਾ ਕਰਨ ਨੂੰ, ਆਪਾਂ ਅੱਜ ਸਿੱਧੇ ਟਰੂ ਫਾਲਸ ਨੋਟ ਗਿਵਨ ਕਰ ਸਕਦੇ ਸੀ, ਬਟ ਮੈਂ ਤੁਹਾਨੂੰ ਕਹਿ ਰਿਹਾ ਹਾਂ ਤੁਸੀਂ ਆਲਰੇਡੀ 6 ਮਹੀਨਿਆਂ ਤੋਂ ਸਾਲ ਤੋਂ ਕਰ ਰਹੇ ਹੋ, ਠੀਕ ਹੈ ਜੀ। ਮੇਰਾ ਮੇਨ ਮਕਸਦ ਆ ਪਹਿਲਾਂ ਤੁਹਾਨੂੰ ਦੱਸਣਾ ਕਿ ਇਹ ਚੀਜ਼ ਵਾਲੇ ਪਾਸੇ ਚਲਾਕੀਆਂ ਕਿਹੜੀਆਂ ਹੋ ਸਕਦੀਆਂ, ਫਿਰ ਆਪਾਂ ਇਹਨਾਂ ਚੀਜ਼ਾਂ ਤੇ ਪ੍ਰੈਕਟਿਸ ਕਰਨੀ ਹੈ ਪੂਰੀ ਆਪਾਂ, ਠੀਕ ਹੈ ਜੀ। ਆਪਣੇ ਟਰੂ ਫਾਲਸ ਕਵਰ ਹੋ ਗਏ, ਸਭ ਤੋਂ ਜ਼ਿਆਦਾ ਸਟ੍ਰੈਟਜੀਆਂ ਟਰੂ ਫਾਲਸ ਵਿੱਚ ਹੀ ਹੁੰਦੀਆਂ, ਬਾਕੀਆਂ ਚੀਜ਼ਾਂ ਦੀਆਂ ਜਿਹੜੀਆਂ ਸਟ੍ਰੈਟਜੀਆਂ ਹੁੰਦੀਆਂ ਉਹ ਆਪਾਂ ਰੀਡਿੰਗ ਦੇ ਉੱਪਰ ਹੀ ਸੋਲਵ ਕਰਿਆ ਕਰਾਂਗੇ। ਬਟ ਇਹਦੀਆਂ ਜਿਹੜੀਆਂ ਸਟ੍ਰੈਟਜੀਜ਼ ਹੁੰਦੀਆਂ ਇਹਦੀ ਇੱਕ ਵੱਖਰੀ ਕਲਾਸ ਹੁੰਦੀ ਹੈ ਜਿਹਦੇ ਵਿੱਚ ਆਪਾਂ ਅੱਜ ਕੰਪਲੀਟਲੀ ਸਿੱਖਿਆ ਕਿ ਟਰੂ ਫਾਲਸ ਨੋਟ ਗਿਵਨ ਦੇ ਵਿੱਚ ਅਪਰੋਚ ਕਿਹੜੀ ਹੋ ਸਕਦੀ ਹੈ। ਲੱਗ ਗਿਆ ਪਤਾ ਜੀ ਸਾਰਿਆਂ ਨੂੰ? ਕਲੀਅਰ ਹੈ ਨਾ ਇਹ ਚੀਜ਼ ਜੀ? ਹਾਂਜੀ ਠੀਕ ਹੈ ਜੀ। ਸਹੀ, 2 ਚੀਜ਼ਾਂ ਰੀਡਿੰਗ ਦੀਆਂ। ਅੱਜ ਆਪਣਾ ਫਸਟ ਡੇ ਸੀਗਾ, ਯਾਦ ਰੱਖਿਓ। ਇੱਕ ਤਾਂ ਮੈਂ ਤੁਹਾਨੂੰ ਪਲੈਨਿੰਗ ਦੱਸੀ ਹੈ ਕਿ ਤੁਸੀਂ
ਆਪਣੀ ਰੀਡਿੰਗ ਚੋਂ ਬੈਂਡ ਲੈਣ ਦੇ ਲਈ ਦੋ ਚੀਜ਼ਾਂ ਕਦੇ ਨਹੀਂ ਭੁੱਲਣੀਆਂ ਜੀ। ਇੱਕ ਤਾਂ ਜੀ ਟ੍ਰਾਂਸਲੇਸ਼ਨ ਕਰਨੀ ਨਹੀਂ ਭੁੱਲਣੀ, ਇੱਕ ਆਪਣੀ ਉਹ ਪੈਰਾਫਰੇਜ਼ਿੰਗ ਸਕਿੱਲ ਆ ਜਿਹੜੀ ਉਹਨੂੰ ਕਦੇ ਵੀ ਆਪਦੇ ਹੱਥੋਂ ਨਹੀਂ ਗਵਾਉਣਾ। ਇਹ ਦੋ ਚੀਜ਼ਾਂ ਹੋ ਗਈਆਂ। ਇਹ ਆਪਣਾ ਇੱਕ ਤਾਂ ਆਪਦਾ ਰੀਡਿੰਗ ਦਾ ਮੈਪ ਤਿਆਰ ਹੋ ਗਿਆ। ਤੇ ਇਹਦੇ ਨਾਲ ਨਾਲ ਜਿਹੜੀਆਂ ਆਪਣੀਆਂ ਟਾਈਪਸ ਆ, ਅੱਜ ਆਪਾਂ ਟਰੂ ਫਾਲਸ ਦੀ ਗੱਲ ਕੀਤੀ ਹੈ, ਕੱਲ ਆਪਾਂ ਮੋਸਟਲੀ ਜਿਹੜੀਆਂ ਨੀਚੇ ਵਾਲੀਆਂ ਉਹ ਸਾਰੀਆਂ ਕਵਰ ਕਰ ਦਾਂਗੇ ਆਪਾਂ ਇੱਕੋ ਲੈਕਚਰ ਦੇ ਵਿੱਚ। ਬਾਅਦ ਚੋਂ ਆਪਾਂ ਰੀਡਿੰਗ ਦੇ ਉੱਪਰ ਚਰਚਾ ਕਰਾਂਗੇ ਸਰ। ਠੀਕ ਹੈ ਜੀ, ਕਲੀਅਰ ਹੈ ਜੀ ਸਾਰਿਆਂ ਨੂੰ? ਇਸ ਦਾ ਕੋਈ ਕੁਐਸਚਨ ਹੋਵੇ ਤਾਂ ਮੇਰੇ ਤੋਂ ਪੁੱਛ ਲੈ ਜੀ ਇੱਕ ਵਾਰੀ। ਫਿਰ ਆਪਾਂ ਰਾਈਟਿੰਗ ਦੇ ਮੈਪ ਦੀ ਗੱਲ ਕਰਾਂਗੇ ਪੂਰੀ। ਇਸ ਦਾ ਕੋਈ ਕੁਐਸਚਨ ਹੋਵੇ ਜੀ? ਜੋ ਮੈਂ ਹੁਣ ਜ਼ਿਕਰ ਕਰਾਇਆ ਸਾਰਿਆਂ ਨੂੰ ਪਤਾ ਲੱਗ ਗਿਆ ਜੀ? ਆਲਮੋਸਟ ਸਰ। ਹਾਂਜੀ ਯੈਸ ਸਰ। ਸਾਰਿਆਂ ਨੂੰ ਪਤਾ ਲੱਗ ਗਿਆ ਜੀ? ਓਕੇ ਜੀ, ਠੀਕ ਹੈ ਜੀ। ਸਾਰੇ ਮੇਰੇ ਤੋਂ ਸਾਰੇ ਬੱਚਿਆਂ ਦਾ ਨਾਮ ਨਹੀਂ ਲਿਆ ਨਾ ਜਿੰਨੇ ਗਰੁੱਪ ਦੇ ਵਿੱਚ, ਤਾਂ ਕਰਕੇ ਜਿਹਦਾ ਜੇ ਕੋਈ ਕੁਐਸਚਨ ਹੈਗਾ ਤਾਂ ਪੁੱਛ ਲਓ। ਉਹਨਾਂ ਟਾਈਮ ਆਹ ਚੀਜ਼ਾਂ ਆਪਣੇ ਮਾਈਂਡ ਦੇ ਵਿੱਚ ਰੱਖੋ। ਦੋ ਚੀਜ਼ਾਂ ਦੀ ਪ੍ਰੈਕਟਿਸ ਤੁਸੀਂ ਕੱਲ ਤੋਂ ਹੀ ਸ਼ੁਰੂ ਕਰ ਦੇਣੀ ਆ ਬਸ ਹੁਣ, ਤੇ ਬਾਕੀ ਆਪਾਂ ਰੀਡਿੰਗ ਤੇ ਵੀ ਦੇਖਿਆ ਕਰਾਂਗੇ। ਹਾਂਜੀ ਦੱਸੋ ਜੀ ਸਰ। ਪਰਪਸ ਤਾਂ ਫਿਰ ਸਮਝਾਇਓ। ਪਰਪਸ ਦਾ ਸੀਗਾ ਜੀ ਕਿ ਕੁਐਸਚਨ ਦੇ ਵਿੱਚ ਪਰਪਸ ਹੋਰ ਲਿਖਿਆ ਪਿਆ ਹੁੰਦਾ ਵਾ, ਪੈਰੇ ਦੇ ਵਿੱਚ ਹੋਰ। ਜਿਵੇਂ ਕਿ ਦੱਸਦਾ ਮੈਂ ਤੁਹਾਨੂੰ, ਉਹਨਾਂ ਨੇ ਤੁਹਾਨੂੰ ਜੀ, ਹਾਂਜੀ, ਉਹਨਾਂ ਨੇ ਤੁਹਾਨੂੰ ਕੁਐਸਚਨ ਦੇ ਵਿੱਚ ਕਿਹਾ ਜੀ ਕਿ ਜੀ ਜਿਹੜਾ ਉਹਨਾਂ ਨੇ ਤੁਹਾਨੂੰ ਕਿਹਾ ਕਿ ਜਿਹੜੀ ਵੀਟ ਸੀਗੀ ਉਹ ਗਰੋਨ ਕੀਤੀ ਜਾਂਦੀ ਹੁੰਦੀ ਸੀਗੀ ਤਾਂ ਕਿ ਲੋਕਲ ਲੋਕਾਂ ਦੀ ਫੂਡ ਸਪਲਾਈ ਜਿਹੜੀ ਹੈਗੀ ਆ ਉਹਨੂੰ ਮੇਨਟੇਨ ਕੀਤਾ ਜਾ ਸਕੇ ਜੀ। ਉਹਨਾਂ ਨੇ ਲਿਖਤਾ 1990 ਦੇ ਵਿੱਚ। ਤੁਹਾਡਾ ਕੁਐਸਚਨ ਹੈ ਜੀ 1990 ਦੇ ਵਿੱਚ ਵੀਟ ਆ ਜਿਹੜੀ ਉਹ ਗਰੋਨ ਕੀਤੀ ਜਾਂਦੀ ਹੁੰਦੀ ਸੀਗੀ, ਉਗਾਈ ਜਾਂਦੀ ਹੁੰਦੀ ਸੀ ਤਾਂ ਕਿ ਲੋਕਲ ਲੋਕਾਂ ਲਈ ਫੂਡ ਦੀ ਕਦੇ ਘਾਟ ਨਾ ਹੋਵੇ। ਉਹਨਾਂ ਨੇ ਪਰਪਸ ਲਿਖਤਾ ਕਿ ਜੀ ਸਾਡਾ ਵੀਟ ਉਗਾਉਣ ਦਾ ਪਰਪਸ ਕੀ ਸੀਗਾ। ਤੁਸੀਂ ਪੈਰੇ ਤੇ ਗਏ ਜੀ, ਪੈਰੇ ਦੇ ਵਿੱਚ ਕਹਿ ਰਿਹਾ ਜੀ 1990 ਦੇ ਵਿੱਚ ਜਿਹੜੀ ਜੀ ਵੀਟ ਉਗਾਈ ਜਾਂਦੀ ਹੁੰਦੀ ਸੀਗੀ, ਉਹਦਾ ਮੇਨ ਜਿਹੜਾ ਪਰਪਸ ਹੁੰਦਾ ਸੀਗਾ ਜੀ ਉਹ ਇਹ ਹੁੰਦਾ ਸੀਗਾ ਤਾਂ ਕਿ ਉਹਨੂੰ ਐਕਸਪੋਰਟ ਕਰਕੇ ਦੇਸ਼ ਦੀ ਇਕਨੋਮੀ ਵਧਾਈ ਜਾ ਸਕੇ। ਯੈਸ ਔਰ ਨੋ ਦੱਸੋ ਜੀ ਕਿ ਪਰਪਸ ਦੋਨਾਂ ਦੇ ਕੰਟਰਾਡਿਕਟ ਨਹੀਂ ਕਰ ਗਏ ਇੱਕ ਦੂਜੇ ਨਾਲ ਜੀ 1990 ਨੂੰ ਲੈ ਕੇ ਵੀਟ ਨੂੰ ਲੈ ਕੇ? ਯੈਸ ਕੀ ਹੋਊਗਾ ਜੀ? ਫਾਲਸ ਹੋਊਗਾ। ਲੱਗਿਆ ਪਤਾ ਹੀ ਸਾਰਿਆਂ ਨੂੰ? ਹਾਂਜੀ ਸਰ। ਓਕੇ ਜੀ। ਸੋ ਹੁਣ ਆਪਾਂ ਕੀ ਕਰਦੇ ਹਾਂ, ਮੈਂ ਤੁਹਾਨੂੰ ਹੁਣੀ ਇੱਕ ਵਾਰੀ ਰਾਈਟਿੰਗ ਦਾ ਕੋਡ ਦੁਬਾਰਾ ਤੋਂ ਸੈਂਡ ਕਰਦਾ ਵਾਂ ਤਾਂ ਕਿ ਜਿਹੜੇ ਬੱਚੇ ਨੂੰ ਦਿੱਕਤ ਆਉਂਦੀ ਆ ਉਹ ਫਿਰ ਜੁਆਇਨ ਕਰ ਸਕਣ। ਕੋਡ ਸੇਮ ਹੀ ਆ, ਠੀਕ ਹੈ ਜੀ। ਇੱਕ ਵਾਰੀ ਆਪਾਂ ਕਲਾਸ ਕੱਟ ਕੇ ਹੁਣੀ ਜੁਆਇਨ ਕਰ ਲੈਣੀ 2 ਮਿੰਟ ਦੇ ਵਿੱਚ ਵਿੱਚ। ਤੁਹਾਨੂੰ ਕੋਡ ਸੈਂਡ ਕਰਦਾ ਸਾਰਿਆਂ ਨੂੰ। ਲੱਗਿਆ ਪਤਾ ਜੀ? ਰਾਈਟਿੰਗ ਦੀ ਗੱਲ ਕਰਾਂਗੇ ਹੁਣ ਆਪਾਂ। ਸਾਰੇ ਜਾਣੇ ਗਰੁੱਪ ਦੇ ਵਿੱਚ ਹੀ ਰਹੋ। ਹੁਣੀ ਮੈਂ ਤੁਹਾਨੂੰ ਕੋਡ ਫੇਰ ਸੈਂਡ ਕਰਦਾ ਜੀ। ਕਈਆਂ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਕਲਾਸ ਲਾਉਣ ਦੇ ਵਿੱਚ। ਠੀਕ ਹੈ, ਕਲੀਅਰ ਹੈ ਜੀ ਸਾਰਿਆਂ ਨੂੰ? ਓਕੇ, ਠੀਕ, ਹਾਂਜੀ।